मैं टेस्ट शेयर किया ਤੁਹਾਡੇ ਸਾਹਮਣੇ। ਇਸ ਟੈਸਟ ਦੇ ਵਿੱਚ ਆਪਾਂ ਡਿਸਕਸ਼ਨ ਕਰ ਲਈ ਇੱਕ ਵਾਰ। ਕੋਈ ਕੁਐਸਚਨ ਵਿੱਚ ਤੁਹਾਨੂੰ ਡਾਊਟ ਹੋਵੇ ਕਿਵੇਂ ਕਰਨਾ ਸੀ ਜਾਂ ਕਿਵੇਂ ਨਹੀਂ ਕਰਨਾ ਸੀ, ਕੀ ਜ਼ਰੂਰੀ ਸੀ ਕਿ ਨਹੀਂ ਜ਼ਰੂਰੀ ਸੀ, ਆ ਗੱਲਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਪਹਿਲਾਂ। ਸੋ ਪਹਿਲਾਂ ਟੈਸਟ ਡਿਸਕਸ ਕਰਾਂਗੇ, ਫਿਰ ਪ੍ਰੈਕਟਿਸ ਸ਼ੀਟ ਤੇ ਆਨੇ ਆਪਾਂ। ਉਹਦੇ ਵਿੱਚ ਤਾਂ ਪ੍ਰੈਕਟਿਸ ਸ਼ੀਟ ਤੇ ਚਲੋ ਤੁਹਾਨੂੰ ਸੋਲੂਸ਼ਨ ਵੀ ਅਵੇਲੇਬਲ ਹੈਗੇ ਨੇ, ਸੋ ਤੁਸੀਂ ਇੱਕ ਵਾਰ ਉਹ ਵੀ ਦੇਖ ਲਏ ਹੋਣੇ ਆ ਸਾਰਿਆਂ ਨੇ ਕਿ ਨਹੀਂ ਮਿਲੇ ਹਲੇ। ਸੋਲੂਸ਼ਨ ਮਿਲੇ ਸਾਰਿਆਂ ਨੂੰ? ਯੈਸ ਸਰ। ਸੋ ਉਹਦੇ ਵਿੱਚ ਕੋਈ ਦਿੱਕਤ ਫਿਰ ਵੀ ਆ ਸਕਦੀ ਹੁੰਦੀ ਹੈ ਕਈ ਵਾਰੀ, ਇਸ ਲਈ ਆਪਾਂ ਮੈਂ ਡਿਸਕਸ ਕਰ ਲੂੰਗਾ ਉਹ ਵੀ। ਤੇ ਇੱਥੇ ਆ ਕਿਉਂਕਿ ਸਬਜੈਕਟਿਵ ਟੈਸਟ ਦਾ ਕੋਈ ਤੁਹਾਨੂੰ ਨਹੀਂ ਮਿਲਿਆ ਉਹ, ਇਸ ਲਈ ਮੈਂ ਸਭ ਤੋਂ ਪਹਿਲਾਂ ਡਿਸਕਸ ਕਰ ਰਿਹਾ ਹਾਂ। ਪਹਿਲੇ 4 ਕੁਐਸਚਨਸ ਵਿੱਚ ਕੋਈ ਡਾਊਟ ਹੈ ਦੱਸੋ ਕਿਸੇ ਨੂੰ? फोर्थ थर्ड ਹੋਰ ਠੀਕ ਹੈ ਬਾਕੀ? ਸੋ ਦੇਖੋ ਥਰਡ ਕੁਐਸਚਨ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਫੋਰਸ ਦਾ ਇੱਥੇ ਗ੍ਰਾਫ ਡਰਾ ਕਰਨਾ ਸੀ ਆਪਾਂ ਵਰਸਸ 1/r²। ਫੋਰਸ ਵਰਸਸ r ਨਹੀਂ ਕਰਨਾ ਸੀ, ਫੋਰਸ ਵਰਸਸ 1/r²। ਠੀਕ ਹੈ, ਇਸ ਲਈ ਆਪਾਂ ਜੇ ਫੋਰਸ ਦਾ ਫਾਰਮੂਲਾ ਨਾਰਮਲੀ ਲਿਖਦੇ ਆ ਆਪਾਂ, ਕੀ ਹੁੰਦਾ ਆਪਣਾ k q1 q2 to 1/r²। ਆਹੀ ਹੁੰਦਾ ਨਾ, 1/r² ਜਾਣ ਕੇ ਅਲੱਗ ਕਰ ਲਿਆ। ਸੋ ਬੇਸਿਕਲੀ ਆ ਜਿਹੜਾ ਚੀਜ਼ ਹੈ k q1 q2 ਇਹ ਤਾਂ ਆਪਣਾ ਕਾਂਸਟੈਂਟ ਹੁੰਦਾ ਹੈ। ਇੱਕ ਪਾਸੇ ਆਪਾਂ ਫੋਰਸ ਪਲਾਟ ਕਰਾਂਗੇ, ਇੱਕ ਪਾਸੇ ਆਪਾਂ 1/r² ਨੂੰ ਪਲਾਟ ਕਰਾਂਗੇ। ਮੰਨ ਲਓ ਆ ਫੋਰਸ ਹੈ ਤੇ ਆ ਆਪਣਾ 1/r² ਪਲਾਟ ਕੀਤਾ ਆਪਾਂ। ਤੇ ਹੁਣ ਤੁਸੀਂ ਦੇਖ ਲਓ ਇਹ 'ਚ ਆਪਾਂ ਜੇ ਗੱਲ ਕਰੀਏ ਪਹਿਲਾਂ Q1 ਤੇ Q2 ਆ ਪਹਿਲਾ ਵਾਲਾ ਕੇਸ ਹੈਗਾ ਇਹ 'ਚ, ਕਿਉਂਕਿ ਗ੍ਰਾਫ ਕਿਆ ਇਸ ਲਈ ਮਾਈਕਰੋ ਕੂਲਮ ਤੋਂ ਇਹਨਾਂ ਤੋਂ ਬਸ ਆਪਾਂ ਨੂੰ ਸਲੋਪ ਪਤਾ ਲੱਗੇਗੀ ਇਹਦੀ ਕਿੰਨੀ ਹੋਏਗੀ ਗ੍ਰਾਫ ਦੀ। f ਦੀ ਜਗ੍ਹਾ ਸਮਝ ਲਓ y ਹੈ ਵੇਰੀਏਬਲ, ਆ ਉੱਪਰ y ਐਕਸਿਸ ਤੇ ਪਲਾਟ ਕੀਤਾ ਆਪਾਂ। ਆ ਕੋਈ ਵੀ ਕਾਂਸਟੈਂਟ ਹੈ m ਰੱਖ ਲਓ, 1/r² ਜਿਹੜਾ ਇਹ ਆ ਜਿਹੜੀ ਪੂਰੀ ਕੁਆਂਟੀਟੀ ਹੈ ਇਹਨੂੰ x ਮੰਨ ਲਓ। ਤਾਂ ਬੇਸਿਕਲੀ ਇੱਕ ਸਟ੍ਰੇਟ ਲਾਈਨ ਗ੍ਰਾਫ ਹੀ ਤਾਂ ਬਣਿਆ ਨਾ, ਸਲੋਪ ਫਾਰਮ। ਆ ਸਲੋਪ ਹੈ ਆਪਣੀ ਤੇ ਇਹਦਾ ਇੰਟਰਸੈਪਟ 0 ਆ ਰਿਹਾ। ਤਾਂ ਤੁਹਾਨੂੰ ਮੈਂ ਸਮਝਾਈਆਂ ਸੀ ਲਾਈਨ ਦੀ ਇਕੁਏਸ਼ਨਸ, ਮੈਡੀਕਲ ਵਾਲੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਇਹ ਗੱਲ ਦੱਸੀ ਸੀ, ਤੁਹਾਡੇ ਲਈ ਸਪੈਸ਼ਲ ਮੈਂ ਡਿਸਕਸ ਕੀਤਾ ਸੀ ਇੱਕ ਦਿਨ। ਸੋ ਦੇਖੋ ਇਹ ਸਟ੍ਰੇਟ ਲਾਈਨ ਬਣੇਗਾ ਕਿ ਨਹੀਂ origin ਚ ਪਾਸ ਕਰਨ ਵਾਲੀ। ਤੇ ਤੁਹਾਡੇ ਕੋਲ 1 ਮਾਈਕਰੋ ਕੂਲਮ ਤੇ 2 ਮਾਈਕਰੋ ਕੂਲਮ ਜਦੋਂ ਇੱਥੇ ਪੁੱਟ ਕਰੋਗੇ ਪੋਜ਼ਿਟਿਵ ਚਾਰजेस, k ਤਾਂ ਪੋਜ਼ਿਟਿਵ ਹੁੰਦਾ ਹੀ, ਤਾਂ ਪੋਜ਼ਿਟਿਵ ਸਲੋਪ ਵਾਲੀ ਇੱਕ ਲਾਈਨ ਬਣੇਗੀ ਨਾ। ਤਾਂ ਬੇਸਿਕਲੀ ਸਟ੍ਰੇਟ ਲਾਈਨ ਗ੍ਰਾਫ ਆਏਗਾ ਆਪਣਾ, ਤੇ ਉਹ ਗ੍ਰਾਫ ਆਏਗਾ ਇਸ ਤਰ੍ਹਾਂ, ਇਸ ਤਰ੍ਹਾਂ। ਠੀਕ ਹੈ, ਇਹ ਆਏਗਾ ਪਹਿਲਾ ਵਾਲਾ ਕੇਸ। ਇਹ ਹੈਗਾ ਫॉर 1 ਮਾਈਕਰੋ ਕੂਲਮ ਐਂਡ 2 ਮਾਈਕਰੋ ਕੂਲਮ ਵਾਲੇ ਚਾਰਜ ਦੇ ਉਹਦੇ ਲਈ। ਦੂਸਰੇ ਕੇਸ ਕੀ ਆਏਗਾ ਆਪਣੇ ਕੋਲ, ਦੇਖੋ 2 ਮਾਈਕਰੋ ਕੂਲਮ ਐਂਡ -3 ਮਾਈਕਰੋ ਕੂਲਮ ਹੈ, 2 ਐਂਡ -3। ਤਾਂ ਇੱਥੇ ਜਦੋਂ q ਦੀ q1 ਦੇ ਵੈਲਿਊ 2 ਪੁੱਟ ਕਰੋਗੇ, ਇਹਦੀ -3 ਪੁੱਟ ਕਰੋਗੇ ਤਾਂ ਤੁਹਾਡੀ ਸਲੋਪ ਨੈਗੇਟਿਵ ਹੋ ਜਾਏਗੀ ਨਾ। ਦੇਖੋ ਸਮਝ ਲੱਗ ਰਹੀ ਗੱਲ? ਸਲੋਪ ਨੈਗੇਟਿਵ ਹੋ ਜਾਏਗੀ। ਜਾਂ ਫਿਰ ਤੁਸੀਂ ਇਹਨੂੰ ਐ ਸਮਝ ਸਕਦੇ ਹੋ ਕਿ ਫੋਰਸ ਆਪਣਾ ਜਿਹੜਾ ਹੈ ਫੋਰਸ ਵੀ ਨੈਗੇਟਿਵ ਹੋ ਜਾਏਗਾ, ਜਾਂ ਫੋਰਸ ਪਹਿਲਾਂ ਵਾਲੇ ਡਾਇਰੈਕਸ਼ਨ ਨਾਲੋਂ ਉਲਟਾ ਹੋ ਜਾਏਗਾ। ਜਿਵੇਂ ਜੇ ਇਹਨਾਂ ਦੋਨਾਂ ਵਿੱਚ ਤੁਹਾਡਾ ਅਟਰੈਕਸ਼ਨ ਦਾ ਰਿਪਲਸ਼ਨ ਦਾ ਫੋਰਸ ਸੀਗਾ, ਤਾਂ ਹੁਣ ਇਹਨਾਂ ਦੋਨਾਂ 'ਚ ਅਟਰੈਕਸ਼ਨ ਦਾ ਹੋ ਜਾਏਗਾ ਨਾ, ਇਹ ਦੋਨੋਂ ਚਾਰजेस ਦੇ ਵਿੱਚ। ਤਾਂ ਇਸ ਲਈ ਫੋਰਸ ਬਿਲਕੁਲ ਰਿਵਰਸ ਹੋਏਗਾ ਡਾਇਰੈਕਸ਼ਨ ਦੀ। ਨੈਗੇਟਿਵ ਸਲੋਪ ਕਿੱਥੇ ਬਣਾਉਂਦੇ ਆ ਫਿਰ ਆਪਾਂ? ਨੈਗੇਟਿਵ ਸਲੋਪ ਨੀਚੇ ਨੂੰ ਬਣਾਵਾਂਗੇ, ਪਰ ਥੋੜੀ ਜੀ ਜ਼ਿਆਦਾ ਆਏਗੀ ਨੈਗੇਟਿਵ ਸਲੋਪ ਪਹਿਲਾਂ ਵਾਲੇ ਕੇਸ ਨਾਲੋਂ। ਜ਼ਿਆਦਾ ਕਿਉਂ ਆਏਗੀ? ਜ਼ਿਆਦਾ ਕਿਉਂ ਆਏਗੀ ਬਈ? ਕਿਉਂਕਿ 2 ਤੇ 3 ਦਾ ਪ੍ਰੋਡਕਟ 6 ਬਣ ਜਾਏਗਾ ਨਾ, ਮਾਈਕਰੋ ਕੂਲਮ ਸਕੁਅਰ ਜਾਂ ਜੋ ਵੀ ਹੈ। ਚਲੋ ਉਹਦਾ ਬਾਅਦ ਦੀ ਗੱਲ ਹੈ, ਯੂਨਿਟ ਚ ਕਨਵਰਟ ਕਰ ਲਾਂਗੇ। ਤੇ ਇਹ ਚਾਰजेस ਦਾ ਅਮਾਉਂਟ ਜ਼ਿਆਦਾ, ਤਾਂ ਸਲੋਪ ਦੀ ਵੈਲਿਊ ਜ਼ਿਆਦਾ ਆਏਗੀ, ਪਰ ਨੈਗੇਟਿਵ ਸਲੋਪ ਆਏਗੀ। ਇਸ ਲਈ ਆ ਜਿਹੜਾ ਗ੍ਰਾਫ ਹੋਏਗਾ ਇਧਰ ਨੂੰ ਬਣੇਗਾ ਨੀਚੇ। ਕਲੀਅਰ ਹੈ ਗੱਲ? यस सर। ਠੀਕ ਹੈ, ਨੈਗੇਟਿਵ ਫੋਰਸ ਹੋ ਗਿਆ ਕਹਿਣ ਦਾ ਭਾਵ ਇਹ ਹੈ, ਕਿਉਂਕਿ ਬੇਸਿਕਲੀ ਨੈਗੇਟਿਵ ਫੋਰਸ ਦਾ ਮਤਲਬ 0 ਤੋਂ ਘੱਟ ਫੋਰਸ ਨਹੀਂ ਹੁੰਦਾ। ਨੈਗੇਟਿਵ ਫੋਰਸ ਦਾ ਮਤਲਬ ਅਸੀਂ ਹੈ ਕਿ ਡਾਇਰੈਕਸ਼ਨ ਉਲਟੀ ਹੋ ਗਈ ਉਹਦੀ। ਸੋ ਇੱਥੇ ਆਪਾਂ ਆ ਗੱਲ ਦਾ ਧਿਆਨ ਰੱਖਣਾ ਸੀ। ਜਿਹੜਾ 4th ਕੁਐਸਚਨ ਹੈ, 4th ਕੁਐਸਚਨ ਵਿੱਚ ਬੱਚਿਆਂ ਨੇ ਕਈਆਂ ਨੇ ਡਾਇਰੈਕਟ ਇਕੁਏਸ਼ਨ ਲਿਖ ਕੇ ਕੁਝ ਲਿਖ ਤਾਂ ਦਿੱਤਾ ਆ, ਪਰ ਉਹ 'ਚ ਕੋਈ ਸੈਟੀਸਫੈਕਸ਼ਨ ਨਹੀਂ ਹੋਈ ਮੈਨੂੰ ਵੀ। ਥੋੜਾ ਚੱਜ ਨਾਲ ਥੋੜਾ ਜਿਹਾ ਜੋ ਬੇਸਿਕ ਮੈਥਡਸ ਹੈਗੇ ਉਹਨੂੰ ਲਗਾ ਕੇ ਕੰਮ ਕਰਦੇ, ਸਿੱਧਾ ਹੀ ਲਿਖ ਰਹੇ ਨੇ ਜਿਵੇਂ ਮਤਲਬ ਯਾਦ ਹੋਵੇ ਜਾਂ ਫਿਰ ਕਿਸੇ ਨੇ ਦੱਸਤਾ ਤੇ ਨਾਲ ਹੀ ਲਿਖ ਲਿਆ। ਸੋ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਵੀ। ਤਾਂ ਮੈਂ ਤੁਹਾਨੂੰ ਦੱਸਦਾ ਕਿਵੇਂ ਕਰਨਾ ਇਹਨੂੰ। ਇਹਦੇ 2 ਮੈਥਡਸ ਕਰ ਸਕਦੇ ਹਾਂ ਆਪਾਂ। ਮੈਂ ਦੋਨੋਂ ਤਰ੍ਹਾਂ ਦੱਸ ਦਿੰਦਾ ਗੱਲ। ਦੋ ਤਰ੍ਹਾਂ ਸੋਚਿਆ ਜਾ ਸਕਦਾ ਇਸ ਦੇ ਬਾਰੇ।
ਤੇ ਮੈਂ ਤੁਹਾਨੂੰ ਪਹਿਲਾਂ ਇੱਧਰ ਕਰਾਣਾ ਵਾ ਆਪਣਾ ਬੇਸਿਕ ਮੈਥਡ ਜਿਹਦੇ ਨਾਲ ਮੈਂ ਕਰਨਾ ਸੀ ਇਹਨੂੰ, ਜਾਂ ਫਿਰ ਜਿਵੇਂ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਆਉਂਦਾ ਹੈ। ਦੇਖੋ ਕੀ ਹੈ, ਪਹਿਲਾਂ ਇੱਧਰ ਕਰਦੇ ਮੈਥਡ ਨਾਲ। ਪਹਿਲੀ ਗੱਲ ਤਾਂ ਇਹ ਕੀ ਕਹਿ ਰਹੇ ਨੇ, Q1 ਤੇ Q2 ਚਾਰਜ ਨੇ, Q1 ਤੇ x1 x2 ਡਿਸਟੈਂਸ ਹੈ, origin ਹੈ, ਉਹ ਸਮਝ ਲਓ, ठीक है। OAB ट्रायंगल है। रिजल्टेंट इलेक्ट्रिक फील्ड एट O जो आएगा वो रिजल्टेंट इलेक्ट्रिक फील्ड परपेंडिकुलर टू द हाइपोटेन्यूज होएगा। फाइंड करना है Q1 by Q2 इन टर्म्स ऑफ x1 एंड x2। सब तो पहला काम की करोगे, सब तो पहला Q1 दे करके इलेक्ट्रिक फील्ड तो देख लो, नेट रिजल्टेंट इलेक्ट्रिक फील्ड बनाते पहला। सब तो पहला Q1 दे करके इतने इलेक्ट्रिक फील्ड होएगा E1 है कि नहीं, देखो Q2 दे करके इलेक्ट्रिक फील्ड किधर होएगा, इधर होएगा ना E2। इतने तक गल समझ लगी कि नहीं। आ E1 है, ये E2 है। इन टर्म्स ऑफ वेक्टर भी लिख सकते हो, पर मैं कल मैग्नीट्यूड जो लिखना चाहा तो मैंने पता कि E1 का मैग्नीट्यूड कितना होएगा, K Q1 बाय X1 का स्केयर, तो E2 का मैग्नीट्यूड की होएगा K Q2 बाय X2 का स्केयर। ये सानू पता है। तो जे इन्हां दा तुसीं करना चाहते हो रिजल्टेंट नैट इलैक्ट्रिक फील्ड, तो इत्थे इन्हां दोनों रिजल्टेंट आएगा ना, तो वो इस तरह आएगा। तो नैट इलैक्ट्रिक फील्ड की जो डायरैक्शन आएगी वो इस तरह आएगी, एंड आ नैट इलैक्ट्रिक फील्ड हैगा आ रिजल्टेंट, ये वाला रिजल्टेंट ऊपर जाके आप कह सकते हैं इहनूं जे वधा लईए थोड़ा कि ए बी दे की आ रहा परपेंडिकुलर। इत्थे तक गल क्लीयर है सब नूं, दसो भाई। यस सर। Yes, ਆਪਾਂ ਕੀ ਕਰਦੇ ਹਾਂ, ਆਪਾਂ ਇੱਥੇ ਚਾਹੇ ਆ ਵਾਲਾ ਐਂਗਲ ਜਾਂ ਆ ਵਾਲਾ, ਇਹਨਾਂ ਕਿਸੇ ਇੱਕ ਐਂਗਲ ਦਾ ਕੋਈ ਨਾਮ ਰੱਖ ਲਓ, ਮੰਨ ਲਓ ਥੀਟਾ, ਕਿਉਂਕਿ ਉਸ ਐਂਗਲ ਨੂੰ ਆਪਾਂ x1 ਤੇ x2 ਦੀ ਫਾਰਮ 'ਚ ਵੈਸੇ ਵੀ ਪਤਾ ਕਰ ਸਕਦੇ ਹਾਂ। ਸੋ ਆਪਾਂ ਇੱਥੇ ਨਾਮ ਇਹਦਾ ਥੀਟਾ ਰੱਖ ਲੈਂਦੇ ਹਾਂ। ਮੰਨ ਲਓ ਜੇ ਆ ਥੀਟਾ ਆ ਤੇ ਆ ਵਾਲਾ ਇਹਨੂੰ ਤੁਸੀਂ ਨਾਮ ਰੱਖ ਦਿਓ, ਇਹਦਾ ਨਾਮ ਰੱਖ ਦਿਓ ਤੁਸੀਂ m, ਤੇ ਆ ਥੀਟਾ ਆ 90 ਆ, ਤਾਂ ਆ ਵਾਲਾ ਐਂਗਲ ਕਿੰਨਾ ਆਏਗਾ ਮੈਨੂੰ ਦੱਸੋ। theta. 90 माइनस थीटा होएगा ना आ वाला। जे आ 90 माइनस थीटा होएगा तो आ वाला एंगल होएगा ना 90 माइनस थीटा, तो जे आ 90 माइनस थीटा होएगा तो आ वाला एंगल कितना आएगा नीचे वाला थीटा। सो बेसिकली आ थीटा है तो आ इत्थे भी थीटा आएगा। हुण तुसीं सिंपल जी गल है, इहनूं E1 ते E2 दी फॉर्म दे विच आ E2 है तो E2 दा मैग्नीट्यूड इत्थे भी तो E2 होएगा ना आ वाला लेंथ, दसो। तो इतो थीटा लिख लो तुसीं, tan थीटा किदे बराबर है, सिंपल जी गल है, tan थीटा किदे बराबर आएगा, परपेंडिकुलर अपॉन बेस, यानी कि E2 दा मैग्नीट्यूड बटा E1 दा मैग्नीट्यूड। हुण E1 ते E2 दी वैल्यू पुट करो, E2 बटा E1 करोगे, E2 बटा E1 करोगे तो बेसिकली ये आ जाएगा x1 स्क्वायर इनटू Q2 ओवर x2 स्क्वायर इनटू Q1। इन्हों करके देख लो, के कैंसिल हो जाएगा, बाकी एडजस्ट कर लियो। tan थीटा दी वैल्यू इन टर्म्स ऑफ x1 x2 चाहिए अपन नूं। इत्थे tan थीटा दसो कितना आएगा, इथों tan थीटा सीधा ही आएगा x1 by x2। सो एक आ कटे लेगा, एक एक इत्थे 1 आ जाएगा इधर, ते आ Q1 ऊपर ले जाओ, उधर Q2 इधर ले आओ, Q1 by Q2 विल बी इक्वल टू x1 by x2। आंसर बस आ हो गया। सो तुसीं बस देखना रिजल्टेंट जिहड़ा इलैक्ट्रिक फील्ड है उहनूं ते परपेंडिकुलर कीता, एंगल इंट्रोड्यूस करके क्वेश्चन करना पिया। दसो सब नूं समझ लग गया कि नहीं लग गया। Yes, sir. यस Yes, sir. हुण बिल्कुल इसे तरह ही जे दूजे पासे सोचना होवे आपां दूसरे तरीके नाल, कोई बच्चा एवं सोच सकदा कि जी आ तां हो गया तुहाडा E1 जिवें पहला होया, मैं कल्ला मैग्नीट्यूड दा साइन लिख रहा, वेक्टर साइन नहीं भी पा रहा, डायरेक्शन तुहानूं दिख रही है। आ मान लो हो गया E2, वो कह रहे हैं ए बी दे परपेंडिकुलर है ना अपना रिजल्टेंट, तो ए बी दे परपेंडिकुलर इत्थों आप एक लाइन ड्रॉ करते हैं, इत्थों इस तरह ए पैरेलल, सॉरी ए बी दे पैरेलल इत्थे आप एक लाइन जी ड्रॉ कर लेने इस तरह, ठीक है। सानू पता है कि जिहड़ा इहदा रिजल्टेंट है आ वाला, आ रिजल्टेंट दा एंगल कितना है, सर ये रिजल्टेंट दा पिछे वधाइया जावे इनू तो कितना एंगल बनता है इहदे नाल 90 है ना। सो फिर यही कर लो, इनू थीटा मान लो, जे आ थीटा था 90 माइनस थीटा, ए 90 माइनस थीटा आया तो आ वाला एंगल कितना आया, आ भी 90 माइनस थीटा, जे आ 90 माइनस थीटा आया तो ऊपरला एंगल कितना आया दसो, आहा भी थीटा आया। हुण इधर पासे आ जाओ, जे आ थीटा है 90 माइनस थीटा है, आ 90 माइनस थीटा है,
ਤੇ ਆ ਥੀਟਾ ਆਇਆ, ਜੇ ਆ ਥੀਟਾ ਆਇਆ ਤਾਂ ਆ ਐਂਗਲ ਕਿੰਨਾ ਆਇਆ, ਇਹ ਆਇਆ 90 ਮਾਈਨਸ ਥੀਟਾ। ਇਹ ਗੱਲ ਕਲੀਅਰ ਹੈ ਸਭ ਨੂੰ, ਦੱਸੋ। ਵੈਸੇ ਵੀ ਆ ਤਾਂ 90 ਹੀ ਹੋ ਗਏ ਨਾ, ਦੋਨੋਂ ਪਰਪੈਂਡੀਕੂਲਰ ਹੋ ਗਏ, ਤਾਂ ਆ ਥੀਟਾ ਤੇ 90 ਮਾਈਨਸ ਥੀਟਾ ਹੋਣਾ ਸੀ। ਕਲੀਅਰ ਹੋਈ ਗੱਲ ਕਿ ਨਹੀਂ? Yes, sir. ਹੁਣ ਉਹ ਕਹਿੰਦੇ ਇਲੈਕਟ੍ਰਿਕ ਫੀਲਡ E1 ਦਾ ਕੰਪੋਨੈਂਟ ਤੁਸੀਂ ਇਸ ਦਿਸ਼ਾ 'ਚ ਦੇਖੋ ਕਿੰਨਾ ਆ, ਇਸ ਡਾਇਰੈਕਸ਼ਨ 'ਚ। E1 ਦਾ ਕੰਪੋਨੈਂਟ ਉਹ ਆਏਗਾ E1 into cos 90 minus theta, ਯਾਨੀ ਕਿ E1 sin theta। ਤੇ ਇੱਕ ਹੋਏਗਾ ਕੰਪੋਨੈਂਟ ਇਸ ਡਾਇਰੈਕਸ਼ਨ 'ਚ E1 ਦਾ, ਬਿਲਕੁਲ ਇਸ ਤਰ੍ਹਾਂ E2 ਦਾ ਵੀ ਕੰਪੋਨੈਂਟ ਇੱਧਰ ਹੋਏਗਾ, ਇੱਕ ਹੋਏਗਾ ਇਸ ਡਾਇਰੈਕਸ਼ਨ 'ਚ। ਤੇ ਕਿਉਂਕਿ ਤੁਹਾਡਾ ਰਿਜ਼ਲਟੈਂਟ ਇਸੇ ਡਾਇਰੈਕਸ਼ਨ 'ਚ ਆ ਰਿਹਾ, ਇਹਦਾ ਮਤਲਬ ਆਹ ਵਾਲੀ ਡਾਇਰੈਕਸ਼ਨ ਦੇ ਜਿਹੜੇ ਦੋ ਕੰਪੋਨੈਂਟ ਹੈਗੇ ਨੇ ਇੱਕ ਦੂਜੇ ਨੂੰ ਕੀ ਕਰਨਗੇ, ਕੈਂਸਲ। ਇਹਦਾ ਮਤਲਬ ਕੀ ਹੈ, ਜਿਹੜਾ E1 into cos theta ਆਏਗਾ, E1 into sin theta ਸੌਰੀ, ਉਹ ਬਰਾਬਰ ਹੋਏਗਾ E2 into cos theta ਦੇ ਇੱਥੋਂ, ਠੀਕ ਹੈ। ਤੇ ਬਸ ਫਿਰ ਕੀ ਹੋਇਆ, ਫਿਰ ਉਹ tan theta equal to ਵੈਲਿਊਜ਼ ਪੁੱਟ ਕਰੋਗੇ, ਤੁਹਾਨੂੰ ਪਤਾ ਫਿਰ tan theta is equal to sin ਬਟਾ cos E2 ਬਟਾ E1 ਆ ਗਿਆ। ਤੇ ਮੁੜ ਕੁੜ ਕੇ ਤੁਸੀਂ ਪਹੁੰਚੇ ਕਿੱਥੇ, ਉੱਥੇ ਹੀ ਤਾਂ ਪਹੁੰਚੇ ਨਾ। ਉਹ ਮੈਂ ਡਾਇਰੈਕਟ ਹੀ ਲਿਖਣਾ ਸਿਖਾਤਾ ਤੁਹਾਨੂੰ, ਤੁਸੀਂ ਐਂ ਕਰਕੇ ਕਈ ਬੱਚਿਆਂ ਨੇ ਕੀਤਾ ਹੈ, ਡਾਇਗਰਾਮ ਨਹੀਂ ਸਹੀ ਤਰ੍ਹਾਂ ਸ਼ੋ ਕੀਤਾ ਨਾ, ਸਮਝਾਇਆ, ਸਿੱਧਾ ਹੀ ਆ ਕਿੱਥੋਂ ਲਿਖਤਾ। ਮੈਨੂੰ ਇਸ ਲਈ ਸ਼ੱਕ ਹੁੰਦਾ ਕਿ ਤੁਸੀਂ ਇੰਨੇ ਤਾਂ ਮਹਾਨ ਹੈ ਨਹੀਂਗੇ ਵੀ ਬਿਨਾਂ ਡਾਇਗਰਾਮ ਬਣਾਏ ਹੀ ਮਤਲਬ ਕੰਮ ਕਰੀ ਜਾਂਦੇ ਹੋ, ਤੁਹਾਨੂੰ ਇੰਨੀ ਜ਼ਿਆਦਾ ਆਮਦ ਹੁੰਦੀ ਹੈ ਉੱਪਰੋਂ। ਸਮਝ ਲੱਗ ਗਈ ਗੱਲ ਵੀ? ਇਹ ਚੌਥੇ ਕੁਐਸਚਨ ਦੇ ਦੋ ਮੈਥਡ ਸੀਗੇ, ਦੋਨੋਂ ਡਿਸਕਸ ਕੀਤੇ ਆਪਾਂ। ਮੈਂ ਇਹਨੂੰ ਪ੍ਰੈਫਰ ਕਰਦਾ ਹਾਂ, ਸਿੰਪਲ ਜਿਹਾ ਮਾਮਲਾ ਹੁੰਦਾ ਵੈਕਟਰ ਐਡੀਸ਼ਨ ਦਾ, ਵਿੱਚ ਕੀ ਆ ਇਸੇ ਦੱਸੋ ਹੁਣ ਜਲਦੀ। ਕੋਈ ਪ੍ਰੋਬਲਮ ਨਹੀਂ ਹੈ ਇਸ ਪੇਜ ਤੇ? 6th ਹੋਰ 8th ਹੋਰ 9th 11th, ठीक है जी। चलो 6th करो पहले। 6th तो बड़ा सौखा, देखो 6th ਵਿੱਚ ਕੀ ਹੈ, 6th ਇੱਥੇ ਤਾਂ ਕਰ ਦੇਣਾ ਮੈਂ ਐ ਆ, ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਇੱਧਰ ਨੂੰ ਅਪਲਾਈ ਕਰੋਗੇ ਤੇ ਇਹਦੇ ਉੱਪਰ ਚਾਰਜ ਹੈਗਾ ਆ ਪੋਜ਼ਿਟਿਵ, ਤਾਂ ਇਹਨੂੰ ਫੋਰਸ ਕਿਹੜੀ ਡਾਇਰੈਕਸ਼ਨ 'ਚ ਲੱਗੂਗਾ ਦੱਸੋ ਬਈ? लेफ्ट टू राइट। ਹਾਂ, ਉਹ ਜਿਹੜਾ ਫੋਰਸ ਲੱਗੇਗਾ ਤਾਂ ਇਹ ਕਿਸੇ ਤਰ੍ਹਾਂ ਇੱਧਰ ਆ ਕੇ ਕਿਸੇ ਸਿਚੁਏਸ਼ਨ 'ਚ ਰੁਕੇਗਾ। यस सर। ਜਿੱਥੇ ਵੀ ਇਹ ਰੁਕੇਗਾ, ਇੱਥੇ ਮੰਨ ਲਓ ਇਸ ਥ੍ਰੈਡ 'ਚ ਟੈਂਸ਼ਨ ਹੋਏਗੀ T, ਇੱਧਰ ਨੂੰ ਫੋਰਸ ਇਹਨੂੰ ਜੋ ਲੱਗਿਆ ਹੁਣੀ Q into E, Q ਇਹਦਾ ਚਾਰਜ ਹੈ, E ਇਲੈਕਟ੍ਰਿਕ ਫੀਲਡ ਬਾਅਦ ਪੁੱਟ ਕਰ ਲਾਂਗੇ, ਨੀਚੇ ਨੂੰ ਕੀ ਹੈ mg। ਹੁਣ ਸਾਰਾ ਪਤਾ ਇੱਥੇ ਆ ਕੇ ਰੁਕ ਗਿਆ, ਇਹਦਾ ਮਤਲਬ ਇਹ ਇਕੁਇਲਿਬਰੀਅਮ 'ਚ ਇੱਥੇ ਤਾਂ ਹੀ ਹੈਗਾ ਜੇ ਆ ਤਿੰਨੋਂ ਇੱਥੇ ਕਿਹੜੀ ਥਿਊਰਮ ਲੱਗ ਸਕਦੀ ਹੈ, ਲੈਮੇਜ਼ ਥਿਊਰਮ ਲੱਗ ਸਕਦੀ ਹੈ ਨਾ, ਲੈਮੇਜ਼ ਵੀ ਲੱਗ ਸਕਦੀ ਹੈ। ਤੇ ਆਪਾਂ ਇਹਨੂੰ ਐ ਵੀ ਕਰ ਸਕਦੇ ਹਾਂ, ਕਿਉਂਕਿ ਆਪਾਂ ਵਰਟੀਕਲ ਦੇ ਨਾਲ ਇਹਦਾ ਐਂਗਲ ਪਤਾ ਕਰਨਾ ਹੈ। ਆ ਵਰਟੀਕਲ ਦੇ ਨਾਲ ਐਂਗਲ ਨੂੰ ਥੀਟਾ ਮੰਨ ਲਓ, ਜੇ ਆ ਥੀਟਾ ਹੋ ਗਿਆ ਤਾਂ ਆ ਇਹਦੇ ਨਾਲ ਆ ਥੀਟਾ ਹੋ ਗਿਆ। ਫਿਰ ਟੈਂਸ਼ਨ ਦੇ ਦੋ ਕੰਪੋਨੈਂਟ ਬਣ ਗਏ, ਇੱਕ ਤਾਂ ਉੱਪਰ ਨੂੰ ਬਣ ਗਿਆ T cos ਥੀਟਾ, ਇੱਕ ਟੈਂਸ਼ਨ ਦਾ ਕੰਪੋਨੈਂਟ ਇੱਧਰ ਨੂੰ ਬਣ ਜਾਏਗਾ ਹਨਾ T sin ਥੀਟਾ। ਫਿਰ ਕੀ ਆ, ਟੈਂਸ਼ਨ ਆਪਣੇ ਕੋਲ ਵੈਸੇ ਹੀ ਪਤਾ ਨਹੀਂ ਸੀ, ਆਪਾਂ ਫਿਰ ਇਹਨੂੰ ਲਿਖ ਦਿੰਦੇ ਆ T sin ਥੀਟਾ, ਮਤਲਬ ਕਿਹਨੂੰ ਇਕੁਏਟ ਕਰ ਰਹੇ ਆ, ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, QE। ਤੇ T cos ਥੀਟਾ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, mg। ਫਿਰ ਇਹਨੂੰ ਜੇ ਡਿਵਾਈਡ ਕਰ ਦੋ ਤਾਂ tan ਥੀਟਾ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ। ਹੁਣ ਤੁਹਾਡੇ ਕੋਲ Q ਵੀ ਹੈਗਾ ਆ ਦੇਖੋ, M ਵੀ ਹੈਗਾ ਆ, E ਵੀ ਹੈਗਾ ਆ, ਹੋਰ ਕੀ ਚਾਹੀਦਾ, G ਵੀ ਹੈਗਾ ਆ, G ਦੀ ਵੈਲਿਊ 10 ਲੈ ਲਿਓ, ਠੀਕ ਹੈ। ਤੇ tan ਥੀਟਾ ਇਥੋਂ ਕਰਕੇ ਇਹਨੂੰ ਸੋਲਵ ਕਰਕੇ ਵੈਲਿਊਜ਼ ਪੁੱਟ ਕਰੋ, ਪਰ ਵੈਲਿਊਜ਼ ਪੁੱਟ ਕਰਦੇ ਹੋਏ ਧਿਆਨ ਰੱਖਿਓ ਮਾਈਕਰੋ ਕੂਲਮ ਨੂੰ ਕਨਵਰਟ ਕਰ ਲਿਓ 5 into 10⁻⁻6 ਕੂਲਮ 'ਚ, 2 ਗ੍ਰਾਮ ਨੂੰ ਕਨਵਰਟ ਕਰ ਲਿਓ 2 ਗੁਣਾ 10 ਦੀ ਪਾਵਰ -3 ਕਿਲੋਗ੍ਰਾਮ। ਇਲੈਕਟ੍ਰਿਕ ਫੀਲਡ ਪਹਿਲਾਂ ਹੀ ਵੋਲਟ ਪਰ ਮੀਟਰ ਹੈਗਾ, ਬਿਲਕੁਲ ਠੀਕ ਯੂਨਿਟ ਹੈਗੀ ਆ, ਐਸਆਈ ਯੂਨਿਟ ਲਿਖੀ ਹੋਈ ਆ, ਇਸ ਲਈ ਉਹਨੂੰ ਛੱਡ ਦਿਓ। ਤੁਸੀਂ ਕਹਿੰਦਾ ਵੋਲਟ ਪਰ ਮੀਟਰ ਕਿੱਥੋਂ ਆ ਗਿਆ, ਤਾਂ ਨਿਊਟਨ ਪਰ ਕੂਲਮ ਹੁੰਦਾ ਹੈ। ਹਾਂ, ਪੋਟੈਂਸ਼ੀਅਲ ਵਿੱਚ ਤੁਹਾਨੂੰ ਆਵੇ ਸਮਝਾ ਦਾਂਗੇ ਕਿ ਵੋਲਟ ਪਰ ਮੀਟਰ ਵੀ ਇਹਦੀ ਯੂਨਿਟ ਹੁੰਦੀ ਹੈ। ਤਾਂ ਆ ਜਾਏਗਾ ਹਾਫ ਆ ਜਾਏਗਾ ਲਗਭਗ, ਆਈ ਥਿੰਕ ਥੀਟਾ ਇਕੁਅਲ ਟੂ tan ਇਨਵਰਸ ਹਾਫ ਆ ਜਾਏਗਾ। ਸਮਝ ਲੱਗੀ ਗੱਲ? ਵੈਲਿਊਜ਼ ਪੁੱਟ ਕਰਨੀ ਹੈ ਫਿਰ। ਆ 6ਵਾਂ ਕੁਐਸਚਨ ਸੀਗਾ, ਬਹੁਤ ਧਿਆਨ ਨਾਲ ਸਮਝੋ। ਤੁਹਾਡਾ ਇਹ ਟੈਸਟ ਵਿੱਚ ਕੁਝ ਗਲਤੀ ਹੋ ਗਈ ਹੈ, ਕੁਝ ਗਲਤ ਕਰ ਗਏ ਹੋ, ਉਸ ਗੱਲ ਦੀ ਟੈਨਸ਼ਨ ਨਾ ਲਓ। ਟੈਨਸ਼ਨ ਇਸ ਗੱਲ ਦੀ ਲਓ ਕਿ ਹੁਣ ਟੈਸਟ ਤੋਂ ਬਾਅਦ ਜਦੋਂ ਡਿਸਕਸ਼ਨ ਹੋ ਗਈ ਤਾਂ ਹੁਣ ਤੁਹਾਨੂੰ ਇਹ ਯਾਦ ਰਵੇ, ਤੇ ਅਗਲੇ ਕਿਸੇ ਟੈਸਟ ਵਿੱਚ ਅੱਗੇ ਆ ਸਿਚੁਏਸ਼ਨ ਬਣੇ ਤਾਂ ਤੁਸੀਂ ਝੱਟ ਸਵਾਲ ਹੱਲ ਕਰ ਸਕਦੇ ਹੋ, ਇੰਨੇ ਜੋਗੇ ਹੋ ਜਾਓ। ਹੁਣ ਆ ਅਫਸੋਸ ਲੈ ਕੇ ਨਹੀਂ ਬੈਠਣਾ, ਹੋਰ ਤੁਸੀਂ ਅਫਸੋਸ ਕਰਨ ਬੈਠ ਜਾਓ 2-3 ਘੰਟੇ ਦਾ ਟਾਈਮ ਕੱਢ ਕੇ ਵੀ ਚਲੋ ਪਹਿਲਾਂ ਅਫਸੋਸ ਕਰੀਏ। ਸਿੱਖਣ ਦੇ ਉੱਪਰ ਜ਼ੋਰ ਲਾਓ ਬਸ। ਸਮਝ ਲੱਗ ਗਈ ਸਭ ਨੂੰ? ਕੋਈ ਡਾਊਟ ਕਿਸੇ ਨੂੰ 6ਵੇਂ ਕੁਐਸਚਨ 'ਚ? No, sir.
ਚਲੋ ਫਿਰ 8ਵੇਂ ਦੀ ਗੱਲ ਕਰੀਏ। 8ਵਾਂ ਕਹਿੰਦਾ ਪਾਰਟੀਕਲ ਆਫ ਮਾਸ m and charge q is released from rest in uniform electric field if there is no other force on the particle then draw a graph showing the dependence of its speed on the distance x traveled by it। ਪਹਿਲੀ ਗੱਲ ਤਾਂ ਇਹ ਕਿ ਚਾਰਜ q ਹੈਗਾ, ਜੇ ਉਹ q ਦੀ ਗਿਵਨ ਹੈ ਤਾਂ ਮਤਲਬ ਉਹ ਪੋਜ਼ਿਟਿਵ ਹੀ ਹੈ। ਤੁਸੀਂ ਇਹਨੂੰ ਆਪਣੇ ਵੱਲੋਂ ਨਹੀਂ ਮੰਨ ਲੈਣਾ ਕਿ q ਨੈਗੇਟਿਵ ਹੀ ਤਾਂ ਹੋ ਸਕਦਾ, ਨਹੀਂ। ਚਾਰਜ q ਮਤਲਬ ਜੇ ਨੈਗੇਟਿਵ ਹੋਊਗਾ ਆਪ ਦੱਸਣਗੇ ਉਹ ਨੈਗੇਟਿਵ ਹੋਊਗਾ। ਆ ਜਿਵੇਂ ਦੇਖੋ ਇੱਥੇ ਲਿਖਿਆ ਨਾ ਕਿ ਉਹ ਪਲੱਸ 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 ਨਾ ਵੀ ਲਿਖਦੇ ਤਾਂ ਵੀ ਉਹ ਪਲੱਸ ਹੀ ਸੀਗਾ ਨਾ। ਆਪਣੇ ਕੁਐਸਚਨ ਦੇਖੋ ਨੈਗੇਟਿਵ ਹੋਊਗਾ ਆਪ ਦੱਸਣਗੇ, ਉਹਨਾਂ ਨੂੰ ਦੱਸਣ ਦਿਆ ਕਰੋ, ਆਪ ਹੀ ਇਮੇਜਿਨ ਨਹੀਂ ਕਰਨਾ ਕੁਝ ਵੀ। ਆ ਦੇਖੋ ਇੱਥੇ ਦੱਸਿਆ ਨਾ q2 -25, ਇੱਥੇ 10 √10। ਸੋ ਆ ਪੋਜ਼ਿਟਿਵ ਚਾਰਜ ਹੈ। ਇਹਨੂੰ ਯੂਨੀਫਾਰਮ ਇਲੈਕਟ੍ਰਿਕ ਫੀਲਡ ਚ ਆਪਾਂ ਦੇਖੋ ਬੜੀ ਇੰਪੋਰਟੈਂਟ ਗੱਲ ਹੈ, ਯੂਨੀਫਾਰਮ ਇਲੈਕਟ੍ਰਿਕ ਫੀਲਡ ਚ ਰਿਲੀਜ਼ ਕਰਨਾ ਉਹਨੂੰ। ਤਾਂ ਇਹਦਾ ਮਤਲਬ ਆ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈਗਾ। ਮੰਨ ਲਓ ਜਿਵੇਂ ਆਪਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਤੇ ਤਾਂ ਕਾਫੀ ਆਪਾਂ ਹੁਣ ਗੱਲ ਡਿਸਕਸ਼ਨ ਕਰ ਚੁੱਕੇ ਹਾਂ। ਆ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ। ਇਹਦੇ ਵਿੱਚ ਜੇ ਤੁਸੀਂ ਕਿਸੇ ਚਾਰਜ ਨੂੰ ਰਿਲੀਜ਼ ਕਰਦੇ ਹੋ ਜਾਂ ਕਿਸੇ ਚਾਰਜ ਨੂੰ ਰੈਸਟ ਤੇ ਛੱਡ ਦਿੰਦੇ ਹੋ ਤਾਂ ਇਸ ਚਾਰਜ ਦੇ ਉੱਪਰ q ਚਾਰਜ ਦੇ ਉੱਪਰ ਫੋਰਸ ਲੱਗੇਗਾ। ਤੇ ਮਹਿਕਦੀਪ यस सर। ਕਿਹੜੀ ਡਾਇਰੈਕਸ਼ਨ ਫੋਰਸ ਲੱਗੇਗਾ? सर लेफ्ट टू राइट ਇਸੇ ਡਾਇਰੈਕਸ਼ਨ ਲੱਗੇਗਾ ਨਾ। ਕਿੰਨਾ ਲੱਗੇਗਾ? क्यू ਹਨਾ। ਤੇ ਚਾਰਜ ਪਾਰਟੀਕਲ ਦਾ ਮਾਸ ਵੀ ਗਿਵਨ ਹੈ ਤੁਹਾਨੂੰ, ਤੇ ਜਦੋਂ ਇੰਨਾ ਫੋਰਸ ਲੱਗੇਗਾ ਤਾਂ ਐਕਸਲਰੇਸ਼ਨ ਕਿੰਨੀ ਪੈਦਾ ਹੋਏਗੀ? ਉਹ ਚ ਫੋਰਸ ਬਟਾ ਮਾਸ ਹੋਏਗਾ ਨਾ। ਆ ਤਾਂ ਉਹਦੀ ਐਕਸਲਰੇਸ਼ਨ ਹੋਗੀ। ਮੈਨੂੰ ਇਹ ਦੱਸੀ ਮਹਿਕਦੀਪ ਵੀ ਐਕਸਲਰੇਸ਼ਨ ਜਿਹੜੀ ਆ ਇਹ ਯੂਨੀਫਾਰਮ ਹੋਊਗੀ ਕਿ ਨਹੀਂ, ਕਾਂਸਟੈਂਟ ਹੋਊਗੀ ਕਿ ਨਹੀਂ? कांस्टेंट सर। हाँ, क्योंकि E यूनिफॉर्म है ना, इलेक्ट्रिक फील्ड भी नहीं बदल रहा, तो फिर फोर्स सेम रहेगा, यानी यूनिफॉर्मली एक्सेलरेटेड मोशन होएगा ਇਹਦਾ। ਤੇ ਇਹ ਰੈਸਟ ਤੋਂ ਸ਼ੁਰੂ ਕੀਤਾ ਸੀ ਤਾਂ U ਕਿੰਨੀ ਹੈ? 0। V ਦਾ ਰਿਜ਼ਲਟ ਪਤਾ ਕਰਨਾ ਹੈ, ਆਪਾਂ ਨੂੰ ਪਤਾ ਨਹੀਂ ਹੈ। ਤੇ ਡਿਸਪਲੇਸਮੈਂਟ ਜਿਹੜੀ ਹੈਗੀ ਆ ਉਹਨੂੰ ਆਪਾਂ S ਕਹਿ ਦਿੰਦੇ ਆ ਜਾਂ X ਕਹਿ ਦਿੰਦੇ, ਜੋ ਮਰਜ਼ੀ ਕਹਿ ਲਓ, S ਕਹਿ ਲਓ। ਤਾਂ ਫਿਰ ਰਿਜ਼ਲਟ ਕੀ ਆਊਗਾ? V² ਪਤਾ ਨਹੀਂ ਮਾਈਨਸ U² ਇਕੁਅਲ ਟੂ ਇਨਟੂ A इंटू S। तो ये आ जाएगा V² बराबर है 2E बटा M इंटू S। तो V ते S च ग्राफ बढ़ाने क्या ना उन्होंने, देखो अच्छा डिस्टेंस X ट्रैवल्ड, X है भी इथे X ले लियो। चलो तो सिंपल जी गल है, ये ਤੁਹਾਡਾ पैराबोला नहीं बन गया y² इक्वल टू 4ax टाइप ਦਾ। ਦੱਸੋ ਤਾਂ ਇਹਦਾ ग्राफ कितना ਦਾ बनेगा? यही बनेगा ना। आप y इधर रख लो, x इधर रख लो, v इधर, x इधर, तो पैराबोला x वाले पासे ओपन होएगा ना पॉजिटिवली नाले, इस तरह का ग्राफ बनेगा। दसो गल क्लियर हुई? क्लियर हुई कि नहीं? यस सर। आ बनेगा। हुण आपां जे गल करिए इस तो बाद किहड़ा आया क्वेश्चन 9th? सर हाँ जी सर 8th क्वेश्चन सर आप सीधा भी सोच सकते हैं सर, ये चीज ना ये सारा कैलकुलेशन तो बगैर विदाउट। हाँ किवें सोच सकते हो? ਵੀ ਮੀਨ ਸਰ ਜੇ ਆਪਾਂ ਇੱਕ ਇਹ ਚ ਪਾਰਟੀਕਲ ਛੱਡਾਂਗੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਸਰ, ਫਿਰ ਉਹ ਜਿਹੜੀ ਫੀਲਡ ਦੀ ਡਾਇਰੈਕਸ਼ਨ ਉਹ ਉਧਰ ਮੂਵ ਕਰੂ ਸਰ ਯੂਨੀਫਾਰਮਲੀ ਕਾਂਸਟੈਂਟ। हाँ तो फिर मूव तो करूगा ही, ਆਪਾਂ ਨੂੰ ਉਹ ਚ ਕੋਈ ਇਤਰਾਜ਼ ਵੀ ਨਹੀਂ। ਆਪਾਂ ਨੂੰ ਤਾਂ ਗ੍ਰਾਫ ਪੁੱਛਿਆ, ਗ੍ਰਾਫ ਸਟ੍ਰੇਟ ਲਾਈਨ ਵੀ ਬਣ ਸਕਦਾ ਨਾ ਫਿਰ, ਜੇ ਉਧਰ ਨੂੰ ਮੂਵ ਕਰੂਗਾ ਤਾਂ ਵੀ। ਫਿਰ ਪੈਰਾਬੋਲਾ ਕਿਵੇਂ ਪਹੁੰਚੇਗਾ ਤੂੰ ਗ੍ਰਾਫ ਤੱਕ? ਉਹਦੇ ਲਈ ਦੇਖਣਾ ਤਾਂ ਪੈਣਾ ਨਾ v ਦੀ ਸਕੁਅਰ ਆ ਕਿ x ਦੀ ਸਕੁਅਰ ਆ, ਤਾਂ ਕਿਵੇਂ ਵੱਧ ਰਿਹਾ ਉਧਰ ਨੂੰ, v ਤੇ x ਕਿਸ ਤਰ੍ਹਾਂ ਦਾ ਸੰਬੰਧ ਹੈ। ਠੀਕ ਹੈ ਨਾ, ਤਾਂ ਕਰਕੇ ਆਪਾਂ ਨੂੰ ਕਰਨਾ ਹੀ ਪੈਣਾ ਕੈਲਕੂਲੇਸ਼ਨ, ਤਾਂ ਕਿ ਪਤਾ ਲੱਗੇ ਗ੍ਰਾਫ ਦੀ ਸਹੀ ਸ਼ੇਪ ਕੀ ਹੋਏਗੀ। ਗ੍ਰਾਫ ਬੜਾ ਇੰਪੋਰਟੈਂਟ ਚੀਜ਼ ਹੁੰਦਾ ਹੈ। ਐਂ ਨਹੀਂ ਗ੍ਰਾਫ ਆਪਾਂ ਅੰਨੇ ਵੱਧ ਰਿਹਾ ਤਾਂ ਵਧਾ ਦਿਓ, ਘਟ ਰਿਹਾ ਤਾਂ ਘਟਾ ਦਿਓ ਕੋਈ ਚੀਜ਼, ਪਰ ਦੇਖੋ ਤੁਸੀਂ ਲੀਨੀਅਰਲੀ ਵੱਧ ਰਿਹਾ ਕਿ ਕਿਵੇਂ ਵੱਧ ਰਿਹਾ। ਸਮਝਦਾ ਨਾ ਇਹ ਗੱਲ ਮਹਿਕਦੀਪ ਕਿ ਦੱਸਾਂ? ਹੁਣ ਦੇਖੋ 9ਵਾਂ ਕੁਐਸਚਨ ਕੀ ਹੈ ਸਰ? ਤੇ y² 4ax ਕਿਤਾ ਗਿਆ। ਇਹ ਤਾਂ ਮੈਂ ਦੱਸ ਰਿਹਾ ਪੈਰਾਬੋਲਾ ਦੀ ਇਕੁਏਸ਼ਨ ਦੱਸ ਰਿਹਾ। ਇਹ ਸਭ ਦੇਖੋ ਤੁਹਾਨੂੰ ਮੈਂ ਉਦੋਂ ਕਿੰਨਾ ਵਧੀਆ ਤਰ੍ਹਾਂ ਸਭ ਦੱਸਿਆ ਹੋਇਆ, ਪਤਾ ਨਹੀਂ ਹੁਣ ਕਿਹੜੇ ਲੈਕਚਰ 'ਚ ਦੱਸਿਆ ਸੀ, ਮੈਨੂੰ ਇੰਨਾ ਯਾਦ ਆ। ਇੱਕ ਦਿਨ ਮੈਂ ਸਿਰਫ ਪੈਰਾਬੋਲਾ ਬਾਰੇ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਸੀ, ਉਹਦੇ ਨਾਲ ਮੈਂ ਰਿਲੇਟ ਕਰਾ ਰਿਹਾ ਸੀ ਤੁਹਾਨੂੰ ਕਿ ਉੱਪਰ v ਦਾ ਸਕੁਅਰ ਹੈਗਾ ਤਾਂ y ਐਕਸਿਸ ਵਾਲੇ ਪਾਸੇ v ਹੈਗਾ, ਉਧਰ x ਹੈਗਾ। y² 4ax ਟਾਈਪ ਦੀ ਕੋਈ ਇਕੁਏਸ਼ਨ ਹੋਵੇ ਤਾਂ ਉਹ ਪੈਰਾਬੋਲਾ ਹੁੰਦੀ ਹੈ, ਸਟੈਂਡਰਡ ਪੈਰਾਬੋਲਾ ਦੀ ਇਕੁਏਸ਼ਨ ਹੈ। याद नहीं है ये किसी को भी? मैं नहीं लगाया छे लेक्चर। चलो फिर उत्ते फिर ਆਪਾਂ ਡਿਫਰੈਂਟਲੀ ਕਦੀ ਕਦੇ ਅਲੱਗ ਤੋਂ ਕਲਾਸ ਲਵਾਂਗੇ ਤਾਂ ਗੱਲ ਕਰ ਲਾਂਗੇ। ਵੈਸੇ ਤੁਹਾਨੂੰ ਮੈਂ ਸਿੰਪਲ ਜੀ ਗੱਲ ਪਹਿਲਾਂ ਦੱਸ ਦਿੰਦਾ, ਇੱਕ ਛੋਟੀ ਜੀ ਗੱਲ ਕਿ ਜਦੋਂ ਆਪਾਂ ਮੰਨ ਲਓ y = mx + c ਕਰਦੇ ਆ
ਤਾਂ ਇਹ ਜਿਹੜੀ ਇਕੁਏਸ਼ਨ ਬਣਦੀ ਹੈ ਤੈਨੂੰ ਇਹ ਤਾਂ ਪਤਾ ਨਾ, ਇਹ ਸਟ੍ਰੇਟ ਲਾਈਨ ਬਣਦੀ ਹੈ ਇਸ ਤਰ੍ਹਾਂ ਦੀ ਬਣਦੀ ਹੈ। ਇਹ ਚ ਆ ਹੁੰਦੀ ਆ ਸੀ ਇੰਟਰਸੈਪਟ ਤੇ ਸਲੋਪ ਹੁੰਦੀ ਆ ਆ ਵਾਲਾ ਇਸ ਥੀਟਾ ਦਾ tan ਥੀਟਾ, ਠੀਕ ਹੈ ਨਾ, ਪਤਾ ਨਾ ਇਹ ਗੱਲ। ਹਾਂਜੀ ਸਰ। ਜੇ c 0 ਹੋ ਜਾਵੇ ਤਾਂ ਸਟ੍ਰੇਟ ਲਾਈਨ ਫਿਰ ਇੱਥੋਂ ਬਣਦੀ ਹੈ। ਇਹਦਾ ਗੱਲ ਕਲੀਅਰ ਹੈ? ਹਾਂਜੀ ਸਰ। ਬਿਲਕੁਲ ਇਸੇ ਤਰ੍ਹਾਂ ਹੀ ਜੇ y ਦੀ ਸਕੁਅਰ ਹੋਵੇ ਤੇ x ਦੀ ਸਿੰਗਲ ਪਾਵਰ ਹੋਵੇ, ਉੱਥੇ ਇੱਥੇ ਜੋ ਮਰਜ਼ੀ ਕਾਂਸਟੈਂਟ ਹੋਵੇ, ਮੰਨ ਲਾ ਕਾਂਸਟੈਂਟ ਪਾ ਦੇਣਾ ਸਿੱਧਾ ਹੀ ਮੈਂ ਦੱਸ, ਠੀਕ ਆ। ਜੇ y ਦੀ ਸਕੁਅਰ x ਤਾਂ x ਵਾਲੇ ਪਾਸੇ ਨੂੰ ਓਪਨ ਹੁੰਦਾ ਹੈ ਪੈਰਾਬੋਲਾ। ਪੈਰਾਬੋਲਾ ਦੀ ਇਕੁਏਸ਼ਨ ਇਸ ਤਰ੍ਹਾਂ ਬਣਦੀ ਹੈ, ਆ x ਹੈ ਆ y ਹੈ, ਤਾਂ ਪੈਰਾਬੋਲਾ ਇਸ ਤਰ੍ਹਾਂ ਓਪਨ ਹੁੰਦਾ ਹੈ ਇਧਰ ਨੂੰ, ਆ ਪੈਰਾਬੋਲਾ ਬਣਦੀ ਹੈ ਇਕੁਏਸ਼ਨ ਇਹ ਵਾਲੀ। ਵੈਸੇ ਪੂਰੀ ਇਕੁਏਸ਼ਨ ਤਾਂ ਐ ਬਣਦੀ ਹੈ, ਆਪਾਂ ਨੂੰ ਆਪਣੀ ਉਹਦੇ ਹਿਸਾਬ ਨਾਲ ਦੇਖ ਲੈਂਦੇ ਆਪਾਂ, ਉੱਪਰਲਾ ਹਾਫ ਹੀ ਯੂਜ਼ ਕਰ ਰਹੇ ਸੀ ਆਪਾਂ ਇੱਥੇ। ਤੇ ਜੇ y ਸਕੁਅਰ is equal to ਮੰਨ ਲਓ ਨੈਗੇਟਿਵ ਆਫ ਕਾਂਸਟੈਂਟ ਇਨਟੂ x ਹੋਵੇ ਤਾਂ ਇਹ x ਐਕਸਿਸ ਦੇ ਨੈਗੇਟਿਵ ਵਾਲੇ ਪਾਸੇ ਨੂੰ ਓਪਨ ਹੋਏਗੀ, ਇੱਧਰ x ਡੈਸ਼ ਵਾਲੇ ਪਾਸੇ ਨੂੰ, ਫਿਰ ਪੈਰਾਬੋਲਾ ਇੱਧਰ ਨੂੰ ਬਣੇਗਾ। ਤੇ ਜੇ ਇਸ ਤਰ੍ਹਾਂ ਹੋ ਜਾਵੇ ਕਿ x ਸਕੁਅਰ ਇਕੁਅਲ ਟੂ 4ay ਹੋਵੇ, ਇਹਨੇ x ਦੀ ਪਾਵਰ 2 ਹੋ ਜਾਵੇ, y ਦੀ ਪਾਵਰ 1 ਰਹਿ ਜਾਵੇ, ਤਾਂ y ਵਾਲੇ ਪਾਸੇ ਨੂੰ ਓਪਨ ਹੁੰਦਾ ਹੈ ਪੈਰਾਬੋਲਾ, ਫਿਰ ਇਸ ਤਰ੍ਹਾਂ ਬਣਦਾ ਹੈ। ਯਾਨੀ 4a ਦੀ ਜਗ੍ਹਾ ਤੂੰ ਕਾਂਸਟੈਂਟ ਰੱਖ ਲਾ ਫਿਲਹਾਲ, ਤੂੰ ਉਹਦੇ ਟੈਨਸ਼ਨ ਨਾ ਲੈ ਹਲੇ, ਕਾਂਸਟੈਂਟ ਇਨਟੂ x ਹੋ ਜਾਵੇ। ਤੇ ਜੇ x ਸਕੁਅਰ ਇਜ਼ ਇਕੁਅਲ ਟੂ ਮਾਈਨਸ ਆਫ ਕਾਂਸਟੈਂਟ ਇਨਟੂ y ਹੋ ਜਾਵੇ ਤਾਂ ਇਹਦਾ ਪੈਰਾਬੋਲਾ ਕਿੱਧਰ ਨੂੰ ਓਪਨ ਹੋਏਗਾ? ਨੀਚੇ ਨੂੰ। ਆ ਪੈਰਾਬੋਲਾ ਦੀ ਕੁਝ ਸਿੰਪਲ ਜਨਰਲ ਇਕੁਏਸ਼ਨਾਂ ਨੇ, ਆ ਯਾਦ ਰੱਖਿਓ। ਸਿੰਗਲ ਪਾਵਰ ਵਾਲਾ ਜਿਹੜਾ ਐਕਸਿਸ ਹੁੰਦੀ ਹੈ ਉਹਦੇ ਪੋਜ਼ਿਟਿਵ ਵਾਲੇ ਪਾਸੇ ਅਗਰ ਕਾਂਸਟੈਂਟ ਪੋਜ਼ਿਟਿਵ ਹੈ, ਨੈਗੇਟਿਵ ਵਾਲੇ ਪਾਸੇ ਅਗਰ ਓਪਨ ਹੁੰਦਾ ਹੈ ਉਹਦਾ ਮੂੰਹ ਜਿਹੜਾ, ਉਹ ਇਸ ਤਰ੍ਹਾਂ ਦਾ ਪੈਰਾਬੋਲਾ ਬਣਦੇ। 4 ਪੈਰਾਬੋਲਾ ਹੋ ਸਕਦੇ ਆ ਕਿਸੇ ਵੀ ਫਰੇਮ 'ਚ, 4 ਪੈਰਾਬੋਲਾ ਬਣਾ ਸਕਦੇ ਆਪਾਂ, ਜਾਂ ਇਧਰ ਨੂੰ ਓਪਨ ਕਰਕੇ, ਜਾਂ ਉੱਪਰ ਨੂੰ ਓਪਨ ਕਰਕੇ, ਜਾਂ ਇਧਰ ਨੂੰ ਓਪਨ ਕਰਕੇ, ਜਾਂ ਨੀਚੇ ਨੂੰ ਓਪਨ ਕਰਕੇ। ਤੇ ਚਾਰਾਂ ਦੀ ਆਪਣੇ ਸਟੈਂਡਰਡ ਇਕੁਏਸ਼ਨਸ ਦੇ ਫਾਰਮ ਨਾਲ ਆਪਾਂ ਦੇਖਿਆ। ਠੀਕ ਆ ਯੋਗੇਸ਼? ਫਿਰ ਇਹ ਤਾਂ ਪਤਾ ਲੱਗ ਗਿਆ 4a ਸਰ ਆਪਾਂ ਕਾਂਸਟੈਂਟ ਹੀ ਰੱਖੀਏ ਤੇ ਇੱਧਰ 4a ਮਤਲਬ ਤੂੰ ਛੱਡ ਕਾਂਸਟੈਂਟ ਸਮਝ ਲੈਣਾ, ਆ ਕਾਂਸਟੈਂਟ ਹੈਗਾ ਕਿ ਨਹੀਂ ਆ ਸਾਰਾ 4a ਦੀ ਜਗ੍ਹਾ ਆ ਆ, ਉੱਥੇ a ਦਾ ਕੋਈ ਇੰਪੋਰਟੈਂਸ ਹੈ ਜਿਓਮੈਟਰੀ 'ਚ, ਆਪਾਂ ਹੁਣ ਜਿਓਮੈਟਰੀ ਦੇ ਵਿੱਚ ਜਾ ਨਹੀਂ ਰਹੇ ਨਾ ਹੁਣੀ। ਹਾਂਜੀ ਸਰ ਠੀਕ ਹੈ। ਠੀਕ ਹੈ, ਮੈਂ ਉਹ ਸਟੈਂਡਰਡ ਫਾਰਮ ਤੋਂ ਲਿਖਾਈ ਸੀ, ਹੁਣ ਉਹ ਲੈਕਚਰ ਯਾਦ ਆ ਹੁਣ ਪਤਾ ਨਹੀਂ ਕਿਹੜੀ ਤਰੀਕ ਦਾ ਸੀਗਾ ਕਿ ਤੈਨੂੰ ਮੈਂ ਭੇਜ ਸਕਾਂ ਤੇ ਤੂੰ ਦੁਬਾਰਾ ਦੇਖ ਸਕੇ। ਸੋ ਆਈ ਗੱਲ ਉੱਥੇ ਫਿਜ਼ੀਕਲੀ ਕੀ ਕਰਵਾਇਆ ਸੀ 9ਵਾਂ। ਸਰ ਹਾਂਜੀ ਸਰ ਜਿਵੇਂ ਆਪਾਂ ਨੂੰ ਲਿਖਿਆ v ਸਕੁਅਰ ਇਜ਼ ਇਕੁਅਲ ਟੂ 2qem into x, ਸਰ ਆਪਾਂ ਨੂੰ ਪਤਾ ਹੈ ਕਿ 2qe over m ਤਾਂ ਕਾਂਸਟੈਂਟ ਹੈ, ਹਾਂ, ਪਰ ਇੱਥੇ ਲਿਖ ਨਹੀਂ ਸਕਦੇ v is directly proportional to under root of x। ਇੱਥੇ ਪਤਾ ਕੀ ਹੈ, ਜੇ ਆਪਾਂ ਗੱਲ ਕਰੀਏ ਮੈਥਮੈਟਿਕਸ ਨਾ ਥੋੜਾ ਜਿਹਾ ਨਾ ਉਹ ਹੁੰਦਾ ਆ, ਜਿਵੇਂ ਇੱਥੇ v ਇਕੁਅਲ ਟੂ ਅੰਡਰ ਰੂਟ ਆਫ x ਲਿਖ ਦਾਂਗੇ, ਪਰ ਉੱਥੇ ਫਿਰ ਪਲੱਸ ਮਾਈਨਸ ਵੀ ਆ ਸਕਦਾ ਨਾ ਅੱਗੇ। ਸਰ ਮੈਂ ਐਵੇਂ ਕੀਤਾ ਸੀਗਾ ਸੋਲਵ, ਸਰ ਅੱਗੇ ਮੈਂ ਵੈਲਿਊ ਪੁੱਟ ਕਰਕੇ ਗ੍ਰਾਫ ਕੋਲ ਲੱਭ ਲਿਆ ਸੀਗਾ ਸਰ। ਫਿਰ ਜਿਵੇਂ ਹਾਂ ਮੈਂ ਦੇਖਿਆ ਸੀ ਤੂੰ ਗ੍ਰਾਫ ਵੈਲਿਊਜ਼ ਪੁੱਟ ਕਰਕੇ ਲੱਭਿਆ ਆਇਆ ਸੀ। ਹੁਣ ਦੇਖੋ ਐਟ ਲਾਸਟ ਕਿਸੇ ਵੀ ਬੱਚੇ ਕੋਲ ਆਹੀ ਆਪਸ਼ਨ ਹੁੰਦਾ ਹੈ ਨਾ, ਜਦੋਂ ਕੁਝ ਨਹੀਂ ਹੈਗਾ। ਪਰ ਤੇਰਾ ਇਹ ਮੈਨੂੰ ਇਹ ਨਾ ਚੰਗੀ ਲੱਗੀ ਸੀ ਗੱਲ, ਮੈਂ ਤੇਰਾ ਜਦੋਂ ਪੇਪਰ ਚੈੱਕ ਕਰ ਰਿਹਾ ਮੈਨੂੰ ਯਾਦ ਆ ਹਲੇ, ਮੈਨੂੰ ਆ ਨਹੀਂ ਯਾਦ ਸੀ ਕਿ ਤੇਰਾ ਹੀ ਆਓ ਪੇਪਰ, ਪਰ ਦੇਖਿਆ ਸੀ ਕਿ ਉਹ ਵੈਲਿਊਜ਼ ਪੁੱਟ ਕਰਕੇ ਪੁਆਇੰਟਸ ਲੱਭ ਕੇ ਗ੍ਰਾਫ ਬਣਾਇਆ ਸੀ, ਬਿਲਕੁਲ ਬਣਾ ਏਦਾਂ ਹੀ ਰਿਹਾ ਸੀਗਾ। ਨਹੀਂ ਸਰ ਨੀਚੇ ਵਾਲੇ ਪਾਸੇ ਬਣ ਰਿਹਾ ਸੀ। ਤੇ ਉਹ ਗੱਲ ਇਹੀ ਆ, ਦੇਖੋ ਤੁਸੀਂ ਸਾਰੇ ਨੇ ਵੀ ਜਦੋਂ ਆਪਾਂ ਨੂੰ ਜਿਓਮੈਟ੍ਰੀਕਲੀ ਉਹਦੀ ਸਮਝ ਆਊਗੀ ਤਾਂ ਆਪਾਂ ਗ੍ਰਾਫ ਬਣਾ ਕੇ ਅੱਗੇ ਚੱਲਾਂਗੇ। 2 ਨੰਬਰ ਦਾ ਕੁਐਸਚਨ ਹੈ, ਪਰ ਜੇ ਆਪਾਂ ਨੂੰ ਨਹੀਂ ਪਤਾ ਜਿਓਮੈਟ੍ਰੀਕਲੀ, ਫਿਰ ਆਪਾਂ ਪੁੱਟ ਕਰਕੇ ਦੇਖਾਂਗੇ ਕਿੰਨਾ ਟਾਈਮ ਲੱਗਦਾ ਆਪਣਾ ਨਾ, ਤਾਂ ਉਹ ਹੈ ਤਾਂ ਉਹ ਠੀਕ ਹੈ, ਉਹ 'ਚ ਕੋਈ ਉਹ ਨਹੀਂ ਕਹਿ ਸਕਦੇ ਆਪਾਂ ਕਿ ਉਹ ਗਲਤ ਹੈ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰੀ ਸਟੈਂਡਰਡ ਫਾਰਮਸ ਦਾ। ਹੁਣ ਜਿਹੜਾ v ਇਕੁਅਲ ਟੂ ਆ ਦੇਖ, ਹਾਂ ਇੱਕ ਮਿੰਟ ਆ ਵੀ ਗੱਲ ਸੁਣ, ਕੀ ਨਾਮ ਸੀ ਤੇਰਾ? ਅਨੁਰਾਗ। ਹਾਂ ਦੇਖ ਇੱਕ ਹੁਣ ਦੇਖੋ ਅਨੁਰਾਗ ਨੇ ਜੋ ਪੁੱਛਿਆ ਉਹ 'ਚ ਵੀ ਗੱਲ ਆ, ਦੇਖੋ ਨਾ ਇਹ ਕਹਿ ਰਿਹਾ v ਸਕੁਅਰ ਇਕੁਅਲ ਟੂ ਦਿਸੇਗਾ v ਇਕੁਅਲ ਟੂ ਅੰਡਰ ਰੂਟ ਆਫ 2qe/m ਤੇ ਅੰਡਰ ਰੂਟ ਆਫ x ਆ ਗਿਆ। ਮੈਂ ਇਹ ਕਹਿ ਰਿਹਾ ਵੀ ਪਲੱਸ ਮਾਈਨਸ ਹੋਊਗਾ ਨਾ, ਹਨਾ ਅਨੁਰਾਗ? ਹਾਂਜੀ ਸਰ। ਮਤਲਬ v ਦੀ ਵੈਲਿਊ ਇੱਕ ਪਲੱਸ ਇਸ ਪਾਰਟਿਕੂਲਰ x ਦੇ ਲਈ ਪੁੱਟ ਕਰੋਗੇ, ਜਦੋਂ ਇੱਕ ਤਾਂ ਪੋਜ਼ਿਟਿਵ ਵੈਲਿਊ ਆਊਗੀ, ਨੈਗੇਟਿਵ ਵੀ ਆਊਗੀ ਨਾ ਮੈਥਮੈਟਿਕਲੀ, ਫਿਰ ਤਾਂ ਹੀ ਤਾਂ ਆਪ ਪੂਰਾ ਬਣਦਾ ਨਾ ਪੈਰਾਬੋਲਾ ਇਸ ਤਰ੍ਹਾਂ ਦੇਖ। ਪਰ ਅਸੀਂ ਸਿਰਫ ਪੋਜ਼ਿਟਿਵ ਵਾਲੀ ਲੈਣੇ ਆ ਕਿਉਂਕਿ ਆਪਾਂ ਆਪਣੀ ਕਰੰਟ ਸਿਚੁਏਸ਼ਨ ਵਿੱਚ ਜਿਹੜੀ ਇੰਪੋਰਟੈਂਟ ਜਿਹੜੀ ਰੀਅਲ ਆਪਣਾ ਜਿਹੜਾ ਸਿਸਟਮ ਹੈ ਉਹਦੇ ਲਈ ਜੋ ਸੂਟੇਬਲ ਹੋਵੇ ਆਪਾਂ ਉਹਨੂੰ ਲੈ ਲੈਣੇ। ਮੈਥਮੈਟਿਕਸ ਆ ਵੀ ਦੱਸ ਰਿਹਾ ਨਾਲ ਦੇ ਨਾਲ ਸਾਨੂੰ, ਜੇ ਮੈਥਮੈਟਿਕਸ ਦੇ ਨਾਲ ਚੱਲੋਗੇ। ਯੈਸ ਠੀਕ ਹੈ, ਬਾਕੀ ਠੀਕ ਹੈ ਤੇਰੀ ਉਹ ਮੈਥਡੋਲੋਜੀ, ਉਹ ਉਹਦੇ 'ਚ ਕੋਈ ਇਤਰਾਜ਼ ਨਹੀਂ। ਕਈ ਵਾਰ ਬਿਲਕੁਲ ਬੰਦਾ ਫਸ ਜਾਵੇ, ਬੰਦਾ ਸੋਚੂਗਾ ਸ਼ੇਪ ਕਿੱਦਾਂ ਦੀ ਬਣੂਗੀ, ਤਾਂ ਬੰਦੇ ਨੂੰ ਥੋੜਾ ਐਕੂਰੇਟ ਹੋ ਕੇ ਸੋਚ ਲੈਣਾ ਚਾਹੀਦਾ। ਜਿਵੇਂ ਮੰਨ ਲਾ ਜੇ ਕਿਤੇ ਆ ਜਾਵੇ y ਇਜ਼ ਇਕੁਅਲ ਟੂ 4x ਕਿਊਬ ਆ ਜਾਵੇ, ਹੁਣ ਬੰਦਾ ਇਹ ਸੋਚਣ ਲੱਗ ਜੇ ਨਾ ਤਾਂ ਪੈਰਾਬੋਲਾ ਹੈ, ਨਾ ਇਹ ਸਫੀਅਰ ਆ, ਨਾ ਇਹ ਸਟ੍ਰੇਟ ਲਾਈਨ ਆ, ਤਾਂ ਕਰੂਗਾ ਕੀ ਬੰਦਾ ਕੀ ਕਰੂਗਾ? x ਦੀ ਵੈਲਿਊਜ਼ ਪੁੱਟ ਕਰਕੇ 2-4 ਤੋਂ ਥੋੜੇ ਕੁਝ ਬੇਸਿਕ ਸ਼ੇਪ ਤੱਕ ਤਾਂ ਪਹੁੰਚ ਹੀ ਜਾਊਗਾ। ਸੋ ਇਹ ਅੱਛਾ ਉਹ ਇੱਕ ਟੂਲ ਤੁਹਾਡੇ ਹੱਥ 'ਚ ਹੁੰਦਾ, ਇਹਨੂੰ ਦੇਸੀ ਤਰੀਕਾ ਕਹਿ ਸਕਦੇ ਹਾਂ। ਉਹ ਵੀ ਮੈਂ ਉਹ ਮਟੇਤਾ ਕਿਹੜਾ ਕੁਐਸਚਨ ਸੀਗਾ, 9ਵਾਂ ਸੀਗਾ ਇੱਕ ਤਾਂ, ਬਾਰ-ਬਾਰ ਮੈਂ ਸਿਲੈਕਟ ਕਰ ਰਿਹਾ ਸੀ।
ਹੁਣ ਦੇਖੋ ਸਾਰਿਆਂ ਨੇ ਧਿਆਨ ਨਾਲ ਨੌਵਾਂ ਕੁਐਸਚਨ ਕੀ ਕਹਿੰਦਾ ਹੈ, ਆ ਬਹੁਤ ਧਿਆਨ ਨਾਲ ਸਮਝੋ ਇਹਨੂੰ, ਪਹਿਲਾਂ ਦਿਮਾਗ 'ਚ ਪਿਕਚਰ ਨਾ ਬਣੇ ਤਾਂ ਫਿਰ ਫਾਇਦਾ ਕੋਈ ਨਹੀਂਗਾ ਇਸ ਕੁਐਸਚਨ ਨੂੰ ਐਵੇਂ ਕਰਕੇ ਉਹੀ ਲਿਖ ਦੇਣ ਦਾ। ਇਹ ਕਹਿ ਰਹੇ ਨੇ ਐਨ ਇਲੈਕਟ੍ਰੋਨ ਆਫ ਚਾਰਜ ਇਨ is rotating in circular path of radius r around a long wire with uniform charge density lambda। ਹੁਣ ਦੇਖੋ ਜਿਹੜੀ ਲੌਂਗ ਵਾਇਰ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਪਤਾ ਹੈ ਇਲੈਕਟ੍ਰਿਕ ਫੀਲਡ, ਮੰਨ ਲਓ ਆਹ ਲੌਂਗ ਵਾਇਰ ਹੈ, ਇਹਨੂੰ ਚਾਹੇ ਵਰਟੀਕਲੀ ਸ਼ੋ ਕਰ ਸਕਦਾ ਜਿਵੇਂ ਲੌਂਗ ਵਾਇਰ ਨੂੰ ਡੈਸ਼ 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 ਸ਼ੋ ਕਰਦਾ ਦੋਨੋਂ ਪਾਸੇ। ਲੌਂਗ ਵਾਇਰ ਦੇ ਕਰਕੇ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੱਸੋ ਮੈਨੂੰ ਕੀ ਹੈ, ਜੇ r ਡਿਸਟੈਂਸ ਤੇ ਲੈ ਲਵਾਂ ਮੈਂ। ਦੱਸ ਸਕਦਾ ਕੋਈ? a lambda by r। ਹਾਂ, ਇਹ ਇਧਰ ਨੂੰ ਹੋਏਗਾ ਇੱਕ ਤਾਂ, ਤੇ ਇਹ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੋਏਗੀ 2k lambda by r, ਠੀਕ ਹੈ। ਤੇ ਜਦੋਂ ਮੈਂ ਨੀਚੇ ਗੱਲ ਕਰਾਂ ਇਸ ਜਗ੍ਹਾ ਤੇ r ਡਿਸਟੈਂਸ ਨੀਚੇ, ਤਾਂ ਇਹਦੇ ਨੀਚੇ ਨੂੰ ਇਲੈਕਟ੍ਰਿਕ ਫੀਲਡ ਹੋਏਗਾ ਫਿਰ, ਹਨਾ 2k lambda by r, ਕਿਉਂਕਿ ਆਪਾਂ ਲੈਮਡਾ ਲੈ ਰਹੇ ਹਾਂ, ਮਤਲਬ ਕਿ ਉਹ ਪੋਜ਼ਿਟਿਵ ਚਾਰਜ ਡੈਂਸਿਟੀ ਹੈ ਸਾਰੀ। ਕਲੀਅਰ ਹੋਈ ਗੱਲ ਬਈ ਸਾਰਿਆਂ ਨੂੰ ਇਹ? yes sir। Yes, sir. ਤੇ ਇਹੀ r ਡਿਸਟੈਂਸ ਥੋੜਾ ਅੱਗੇ ਸਕਰੀਨ ਦੇ ਬਾਹਰ ਨੂੰ ਦੇਖੋ ਤਾਂ ਬਾਹਰ ਨੂੰ ਹੋਏਗਾ ਇਲੈਕਟ੍ਰਿਕ ਫੀਲਡ, ਇਹੀ r ਡਿਸਟੈਂਸ ਸਕਰੀਨ ਦੇ ਅੰਦਰ ਜਾਓਗੇ ਤਾਂ ਅੰਦਰ। ਬੇਸਿਕਲੀ ਆਹ ਵਾਲੀ ਜਿਹੜੀ ਲਾਈਨ ਹੋਏਗੀ, ਆਹ ਵਾਲਾ ਜਿਹੜਾ ਸਰਕਲ ਹੋਏਗਾ, ਜੇ ਤੁਸੀਂ ਇਹ ਸੋਚੋ ਵੀ ਇਹਨੂੰ ਬਾਹਰ ਸਮਝ ਲਓ ਤੇ ਇਹਨੂੰ ਅੰਦਰ ਸੋਚ ਲਓ ਉਹਦੇ, ਤਾਂ ਇਸ ਸਰਕਲ ਦੇ ਹਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਆਊਟਵਰਡ ਰੇਡੀਅਲੀ ਆਊਟਵਰਡ ਹੋਏਗਾ ਕਿ ਨਹੀਂ, ਦੱਸੋ ਮੈਨੂੰ। ਤੇ ਜੇ ਤੁਸੀਂ ਇਲੈਕਟ੍ਰਿਕ ਫੀਲਡ ਨੂੰ ਰੱਖ ਦੋਗੇ ਇੱਥੇ, ਸੌਰੀ ਇਲੈਕਟ੍ਰੋਨ ਨੂੰ ਰੱਖੋਗੇ ਇੱਥੇ -e ਨੂੰ, ਨੈਗੇਟਿਵ ਚਾਰਜ ਨੂੰ ਮਹਿਕਦੀਪ ਦੱਸ ਕਿੱਧਰ ਨੂੰ ਫੋਰਸ ਲੱਗੇਗਾ ਫਿਰ? ਮਹਿਕਦੀਪ, ਹਾਂਜੀ ਅਨੁਰਾਗ, ਕਿੱਧਰ ਲੱਗੇਗਾ ਫੋਰਸ? ਸਰ ਬਾਹਰ ਨੂੰ ਲੱਗੇਗਾ ਜੀ। ਬਾਹਰ ਨੂੰ ਤਾਂ ਇਲੈਕਟ੍ਰਿਕ ਫੀਲਡ ਦਾ ਭਰਾਵਾ, ਤੇ ਨੈਗੇਟਿਵ ਚਾਰਜ ਜਦੋਂ ਰੱਖਦੇ ਆ ਤਾਂ ਉਹਨੂੰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਫੋਰਸ ਨਹੀਂ ਲੱਗਦਾ ਕਦੀ ਵੀ। ਹਾਂਜੀ ਸਰ, ਫੋਰਸ ਉਹਦੇ ਆਪੋਜ਼ਿਟ ਲੱਗੇਗਾ। ਫਿਰ ਇੱਧਰ ਲੱਗੇਗਾ ਨਾ। ਹਾਂਜੀ ਸਰ। ਉਹ ਫੋਰਸ ਦੀ ਮੈਗਨੀਟਿਊਡ ਨੂੰ ਜੇ ਆਪਾਂ ਉਦਾਂ ਲਿਖਣਾ, ਇੱਥੇ ਤਾਂ ਕੱਲਾ ਮੈਗਨੀਟਿਊਡ ਲਿਖਣਾ, ਇੱਥੇ ਵੈਕਟਰ ਦਾ ਕੋਈ ਪਾਇਆ ਨਹੀਂ ਨਾ ਮੈਂ। no sir। ਸੋ ਮੈਂ ਕੱਲਾ ਮੈਗਨੀਟਿਊਡ ਲਿਖਣਾ ਚਾਹਤਾ, ਜਿਹੜਾ ਫੋਰਸ ਅੰਦਰ ਨੂੰ ਲੱਗੇਗਾ ਉਹ ਹੋਏਗਾ 2k lambda ਬਟਾ r into e। ਆ e ਕਰਨਾ ਹੀ ਭੁੱਲ ਗਏ ਬੱਚੇ, ਕਈ ਬੱਚੇ e ਭੁੱਲ ਗਏ। ਆ ਜਿਹੜਾ ਫੋਰਸ ਲੱਗੇਗਾ ਅੰਦਰ ਨੂੰ, ਤੇ ਨੀਚੇ ਰੱਖਾਂਗੇ ਇੱਥੇ -e, ਤਾਂ ਇਹਨੂੰ ਫੋਰਸ ਕਿੱਧਰ ਲੱਗੇਗਾ? ਇੱਧਰ ਲੱਗੇਗਾ। ਇੱਥੇ ਰੱਖੋਗੇ ਤਾਂ ਅੰਦਰ ਲੱਗੇਗਾ, ਇੱਥੇ ਰੱਖੋਗੇ ਇੱਧਰ ਲੱਗੇਗਾ। ਤਾਂ ਬੇਸਿਕਲੀ ਸਮਝ ਰਹੇ ਹੋ ਆ ਫੋਰਸ ਕਿਹੜਾ ਕੰਮ ਕਰ ਰਿਹਾ ਹੈ? ਸੈਂਟਰੀਪੀਟਲ। ਹਾਂਜੀ, ਤਾਂ ਇਸ ਲਈ ਇਹ ਜੇ ਵੈਲੋਸਿਟੀ ਦੀ v ਹੋਵੇ, ਕਿਨੈਟਿਕ એનર્ਜੀ ਪਤਾ ਕਰਨੀ ਇਹਦੀ, ਤਾਂ mv² ਓਵਰ r ਜਿਹੜਾ ਆ ਇਹ ਕਿਹਦੇ ਬਰਾਬਰ ਹੋਏਗਾ? ਆ ਵਾਲੇ ਸੈਂਟਰੀਪੀਟਲ ਫੋਰਸ ਦੇ 2k lambda e by r। ਸਮਝ ਲੱਗੀ ਸਭ ਨੂੰ ਗੱਲ? ਹਾਂਜੀ ਸਰ। r ਨਾਲ r ਕੱਟ ਦੋ, ਸਾਨੂੰ ਕਿਨੈਟਿਕ એનર્ਜੀ ਚਾਹੀਦੀ ਹੈ। ਕਿਨੈਟਿਕ એનર્ਜੀ ਹਾਫ mv² ਹੁੰਦੀ ਹੈ, ਹਾਫ ਨਾਲ ਇੱਧਰ ਗੁਣਾ ਕਰ ਦੋ, ਹਾਫ ਨਾਲ ਇੱਧਰ ਗੁਣਾ ਕਰ ਦੋ, 2 ਨਾਲ 2 ਕੱਟਿਆ ਗਿਆ, ਤਾਂ ਕਿਨੈਟਿਕ એનર્ਜੀ ਕਿੰਨੀ ਆ ਗਈ? k lambda e। ਕਈ ਬੱਚੇ 2k lambda e ਲਿਖੀ ਫਿਰਦੇ ਆ, ਉਹ ਹਾਫ ਪਤਾ ਨਹੀਂ ਕਿਉਂ ਕਿੱਧਰ ਖਾ ਗਏ। ਕਈ ਬੱਚੇ k lambda ਲਿਖੀ ਫਿਰਦੇ ਆ, e ਪਾਇਆ ਹੀ ਨਹੀਂ ਵਿੱਚ, ਨਾਲ ਚਾਰਜ ਦਾ ਗੁਣਾ ਹੀ ਕਿਤੇ ਬਿਨਾਂ ਹੀ ਫੋਰਸ ਆ ਗਿਆ ਉਹਨਾਂ ਦਾ। ਸਮਝ ਲੱਗ ਗਈ ਸਭ ਨੂੰ ਗੱਲ? ਦੱਸੋ। ਸਰ ਮੈਨੂੰ ਆ ਸਮਝ ਨਹੀਂ ਆਇਆ ਡਾਇਗਰਾਮ ਸਮਝ ਨਹੀਂ ਆਇਆ? ਡਾਇਗਰਾਮ। ਇੱਕ ਮਿੰਟ, ਤੁਸੀਂ ਐ ਸੋਚ ਲਓ ਨਾ, ਦੇਖੋ ਆਹ ਲਾਈਨ ਆ ਮੰਨ ਲਓ ਲਾਈਨ ਚਾਰਜ ਆ ਤੁਹਾਡਾ, ਠੀਕ ਆ। ਇਸ ਤੋਂ ਇੱਥੇ ਇਲੈਕਟ੍ਰਿਕ ਫੀਲਡ ਦਾ ਪਤਾ ਨਾ ਕਿੱਧਰ ਨੂੰ ਹੋਏਗਾ? ਇੱਧਰ ਨੂੰ ਹੋਏਗਾ। ਹਾਂਜੀ ਸਰ। ਤੇ ਜੇ ਇਲੈਕਟ੍ਰੋਨ ਰੱਖੋਗੇ ਫੋਰਸ ਇੱਧਰ ਨੂੰ ਲੱਗੇਗਾ, ਹਨਾ? ਸਰ ਇਲੈਕਟ੍ਰੋਨ ਦੀ ਵੀ ਫੀਲਡ ਨਹੀਂ ਹੋਊਗੀ? ਉਹ ਜਿਹੜੇ ਚਾਰਜ ਦੇ ਉੱਪਰ ਤੁਸੀਂ ਜਿਹੜੇ ਚਾਰਜ ਨੂੰ ਉੱਥੇ ਰੱਖ ਰਹੇ ਹੋ ਉਹਦਾ ਫੀਲਡ ਉਸ ਟਾਈਮ ਆਪਾਂ ਨਹੀਂ ਕੰਸੀਡਰ ਕਰਦੇ, ਉਸ ਨੂੰ ਆਪਾਂ ਕਿਸੇ ਹੋਰ ਦੇ ਫੀਲਡ 'ਚ ਰੱਖ ਰਹੇ ਹਾਂ ਤਾਂ ਉਹਨੂੰ ਫੋਰਸ ਲੱਗਦਾ Q into E। ਜਦੋਂ ਮੈਂ ਤੁਹਾਨੂੰ ਉਧਰ ਕਰਵਾ ਰਿਹਾ ਸੀ, ਕਹਿੰਦੇ ਆ ਕਿ ਇੱਥੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ, ਇਹਦੇ 'ਚ ਡਾਈਪੋਲ ਰੱਖੀ ਹੈ, ਤੇ ਕਿ ਤੁਹਾਡੇ ਦਿਮਾਗ 'ਚ ਉਦੋਂ ਇਹ ਕੁਐਸਚਨ ਨਹੀਂ ਆਇਆ ਕਿ ਆ ਜਿਹੜਾ -Q ਹੈਗਾ ਤੇ ਆ +Q ਹੈਗਾ, ਇਹਦੀ ਆਪਣੀ ਫੀਲਡ ਵੀ ਹੋਏਗੀ? ਹਾਂਜੀ ਸਰ। ਉੱਥੇ ਵੀ ਤਾਂ ਤੁਸੀਂ ਕਰ ਰਹੇ ਸੀ ਨਾ, Q ਨੂੰ ਸਿੱਧਾ E ਨਾਲ ਗੁਣਾ ਕਰਕੇ ਇੱਧਰ ਫੋਰਸ ਲੱਗ ਗਿਆ, Q ਨੂੰ -Q ਨੂੰ E ਨਾਲ ਗੁਣਾ ਸਿੱਧਾ ਇੱਧਰ ਫੋਰਸ ਲੱਗ ਰਿਹਾ। ਇੱਥੇ ਕਰਦੇ ਕਿਉਂ ਸੋਚ ਰਹੇ ਹੋ ਉਦਾਂ? ਫਿਰ ਸੋਚੋ ਧਿਆਨ ਨਾਲ, ਜਿਹੜੇ ਚਾਰਜ ਨੂੰ ਰੱਖ ਰਹੇ ਹੋ ਤੁਸੀਂ ਉੱਥੇ, ਉਹ ਉੱਥੇ ਪਹਿਲਾਂ ਨਹੀਂ ਹੈਗਾ, ਫੀਲਡ ਤਾਂ ਹੈਗਾ ਨਾ ਉੱਥੇ। ਉਸ ਫੀਲਡ ਦੇ ਵਿੱਚ ਜਦੋਂ ਉਹਨੂੰ ਰੱਖੋਗੇ ਤਾਂ ਉਹਨੂੰ ਫੋਰਸ ਕਿੰਨਾ ਲੱਗੇਗਾ? ਉਹ ਹੈਗਾ ਦਿਸ ਚਾਰਜ ਇਨਟੂ ਇਲੈਕਟ੍ਰਿਕ ਫੀਲਡ, ਕਿਉਂਕਿ ਉਸ ਜਗ੍ਹਾ ਤੇ ਲੱਗਣ ਵਾਲੇ ਕੂਲਮ ਫੋਰਸ ਦੀ ਪ੍ਰੋਪਰਟੀ ਹੈ ਦੈਟ ਇਲੈਕਟ੍ਰਿਕ ਫੀਲਡ ਹੁੰਦਾ ਕੀ ਹੈ? ਫੋਰਸ ਪਰ ਯੂਨਿਟ ਚਾਰਜ। ਯੂਨਿਟ ਚਾਰਜ ਤੇ ਇੰਨਾ ਫੋਰਸ ਕਿੰਨਾ? E, ਤੇ Q ਚਾਰਜ ਤੇ ਕਿੰਨਾ ਫੋਰਸ? Q into E। ਆ ਤਾਂ ਸਿੱਧਾ ਮਾਮਲਾ ਹੈ।
ਹਾਂਜੀ ਹਾਂਜੀ ਜੀ ਹੁਣ ਆ ਇਲੈਕਟ੍ਰੋਨ ਨੂੰ ਫੋਰਸ ਇੱਧਰ ਲੱਗੇਗਾ, ਇਹਨੂੰ ਭੁੱਲ ਜਾਓ ਤੁਸੀਂ, ਫੋਰਸ ਦੀ ਗੱਲ ਕਰੋ ਤਾਂ ਫਿਰ ਇਲੈਕਟ੍ਰੋਨ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਸਰਕਲ ਚ ਘੁੰਮੇਗਾ, ਕਿਉਂਕਿ ਹਰ ਜਗ੍ਹਾ ਫੋਰਸ ਇੱਧਰ ਨੂੰ ਲੱਗੇਗਾ ਨਾ, ਅੰਦਰ ਨੂੰ ਹੀ ਸੇਮ Yes. ਯੈਸ ਸਰ। ਆ ਲਗਾਇਆ ਫਿਰ ਆਪਾਂ ਸੈਂਟਰੀਪੀਟਲ ਫੋਰਸ ਦੇ ਬਰਾਬਰ ਕਰਤਾ। ਕਲੀਅਰ ਆ ਹੁਣ? ਹਾਂਜੀ ਹੁਣ ਮੈਨੂੰ ਇਹ ਦੱਸੋ, ਇਹਦੇ ਚ 11ਵਾਂ ਕੁਐਸਚਨ ਸੀ ਤੁਸੀਂ ਕਹਿ ਰਹੇ ਹੋ, ਧਿਆਨ ਨਾਲ ਹੁਣ ਸਾਰਿਆਂ ਨੇ ਆਹ ਇਹਦਾ ਸੋਲੂਸ਼ਨ ਜਿਹੜਾ ਹੈ ਨਾ ਸਾਰਾ ਉਹ ਕਰਨੇ ਆ, 15 ਦੇ 15 ਕੁਐਸਚਨ ਦਾ ਸੋਲੂਸ਼ਨ ਆਪਣਾ ਕਾਪੀਆਂ ਤੇ ਕਰਕੇ ਰੱਖਣਾ ਹੈ। ਸਰ ਹਾਂਜੀ 9th ਕੁਐਸਚਨ ਸਰ ਇੱਕ ਵਾਰੀ। ਹਾਂਜੀ ਸਰ ਇਹ 'ਚ ਸਰ ਨੇ ਦਲਜੀਤ ਸਰ ਨੇ ਇੱਕ ਰਿਲੇਸ਼ਨ ਲਿਖਾਇਆ ਸਾਨੂੰ ਇਲੈਕਟ੍ਰਿਕ ਫੀਲਡ ਫॉर अ लॉन्ग वेव सर इक्वल्स टू लैम्डा 2 पाई एप्सिलॉन नॉट r ਕੀ ਲਿਖਾਇਆ? सर लैम्डा अपॉन 2 पाई एप्सिलॉन नॉट r दलजीत सर ने लिखाया सर रिलेशन ਆਹ ਵਾਲਾ ਯਾਦ ਹੈ ਤੈਨੂੰ 2k ਲੈਮਡਾ ਬਾਈ r? सर ਇਹ ਤੋਂ ਹੀ ਬਣਾਇਆ ਸੀ ਸਰ। ਹਾਂਜੀ ਸਰ ਉਹੀ ਮੈਂ ਕਹਿ ਰਿਹਾ ਕਿ ਇਹ ਚ ਬਣਾਉਣਾ ਕੀ ਆ, k ਦੀ ਵੈਲਿਊ ਪੁੱਟ ਕਰਦੇ ਆ 1/4 ਪਾਈ ਐਪਸੀਲਨ ਨੋਟ ਕਰ ਦਈਏ ਭਾਵੇਂ ਨਾ ਕਰ ਦਈਏ, ਤੈਨੂੰ ਤਾਂ ਗੱਲ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ। ਲੈ ਆ ਹੋ ਗਿਆ, ਆਹੀ ਕਰਦੇ ਆ ਨਾ? ਹਾਂਜੀ ਸਰ। ਤਾਂ ਫਿਰ ਇਹਨੂੰ ਕਰਦੇ 2 ਨਾਲ 2 ਕੈਨਸਲ ਕਰ ਦੇ, ਤੇ ਆਹ ਵਾਲਾ ਰਿਜ਼ਲਟ ਜਿਹੜਾ ਲੈਮਡਾ ਅਪਨ 2 ਪਾਈ ਐਪਸੀਲਨ ਨੋਟ r, ਇਹ ਤਾਂ ਆਪਾਂ ਹੁਣ ਗੌਸਿਸ ਥਿਊਰਮ ਨਾਲ ਵੀ ਕੀਤਾ ਹੈ ਕੱਲ ਹੀ, ਤੇ ਸਮਝਾਇਆ ਵੀ ਸੀ ਤੁਹਾਨੂੰ ਕੱਲ। ਗੌਸਿਸ ਥਿਊਰਮ ਨਾਲ ਜਦੋਂ ਸਿਲੰਡਰ ਲੈ ਕੇ ਕੱਢ ਰਹੇ ਸੀ ਇਸ ਪੁਆਇੰਟ ਤੇ ਪੋਜ਼ਿਟਿਵ ਚਾਰਜ ਕਰਕੇ ਆ ਸਿਲੰਡਰ ਲਿਆ, ਫਿਰ ਆਪਾਂ ਉਹ ਥਿਊਰਮ ਨਾਲ ਇੱਥੇ ਪਤਾ ਕੀਤਾ ਇਲੈਕਟ੍ਰਿਕ ਫੀਲਡ ਆਇਆ ਨਹੀਂ, ਉਹ ਆਹੀ ਤਾਂ ਆਇਆ। ਆਹੀ ਹੈ ਬਸ ਫਿਰ ਤੁਸੀਂ ਦੇਖੋ ਕਿ ਕਿਸੇ ਫਾਰਮ ਚ ਵੀ ਉਹ ਆਸਦਾ ਪੇਪਰ ਚ ਤੁਹਾਨੂੰ ਆ ਜਾਂਦਾ, ਮੋਸਟਲੀ ਸਕੂਲ ਵਾਲੇ ਐ ਪੁੱਛ ਲੈਂਦੇ ਆ ਵੀ ਆਹ ਪ੍ਰੂਵ ਕਰੋ, ਤੇ ਫਿਰ ਬੱਚਾ ਕਹਿੰਦਾ ਲੈ ਵੀ ਮੈਂ ਤਾਂ 2k ਲੈਮਡਾ ਵਾਲਾ ਆਂਦਾ ਆ, ਇਹ ਥੋੜੀ ਕੋਈ ਫਰਕ ਪੈਂਦਾ ਵਾ। ਤੁਸੀਂ ਆਪ ਸੋ ਇੰਨਾ ਕੁ ਤਾਂ ਤੁਸੀਂ ਸਿਆਣੇ ਆਪ ਬਣੋ ਕਿ k ਨੂੰ ਕਿਵੇਂ ਯੂਜ਼ ਕਰਨਾ ਹੈ, ਠੀਕ ਹੈ। 11ਵਾਂ ਕੁਐਸਚਨ ਦੇਖੋ, ਇਹਦੇ ਚ ਵੈਸੇ ਸਿੱਧਾ ਇਹ ਮਾਮਲਾ ਸੀਗਾ, ਥੋੜੀ ਜਿਹੀ ਵੈਕਟਰ ਫਾਰਮ ਯੂਜ਼ ਹੁੰਦੀ ਹੈ, ਬਸ ਉਹ ਦੇਖ ਲੈਣੇ ਹੁਣੇ, ਤੁਹਾਨੂੰ ਜੇ ਨਹੀਂ ਪਤਾ ਸੀ ਤਾਂ ਹੁਣੇ ਪਤਾ ਲੱਗ ਜੂਗੀ। ਲਓ ਜੀ ਆ ਹੈਗਾ ਆਪਣਾ ਫਰੇਮ, ਬਣਾ ਲਓ ਪਹਿਲਾਂ ਤਾਂ, ਜਦੋਂ ਇਸ ਤਰ੍ਹਾਂ ਦੀ ਜਗ੍ਹਾ ਹੋਵੇ ਫਰੇਮ ਬਣਾ ਕੇ ਸੋਚੀਦਾ ਹੁੰਦਾ। ਆ x ਐਕਸਿਸ ਆ y ਐਕਸਿਸ ਆ, ਪਲੇਨ ਚ ਹੀ ਗੱਲ ਕਰ ਰਹੇ ਹਾਂ। 2 ਪੁਆਇੰਟ ਚਾਰਜ ਹੈਗੇ ਨੇ q1 ਤੇ q2, ਕਿੰਨੇ ਕਿੰਨੇ ਦਿਖ ਰਿਹਾ ਵਾ, are placed on the x axis at x equal to 1 meter 4 meter। ਸੋ ਇੱਕ ਤਾਂ ਇੱਥੇ ਤੁਹਾਡਾ ਆ ਗਿਆ x equal to 1 meter ਤੇ ਇੱਥੇ, ਦੂਜਾ 2 3 4 ਮੀਟਰ ਤੇ ਇੱਥੇ ਚਾਰਜ ਆ ਗਿਆ ਆਪਣਾ q1, ਉਹ ਕਿੰਨਾ ਹੈ ਉੱਪਰ ਲਿਖਿਆ ਹੈ ਵਾ। ਇੱਥੇ ਚਾਰਜ ਆਏਗਾ q2, ਇਹ ਵੀ ਕਿੰਨਾ ਹੈ ਤੁਹਾਨੂੰ ਪਤਾ ਹੀ ਹੈ। find electric field at the point 3 ਮੀਟਰ on the y axis। ਲਓ ਜੀ y axis ਤੇ 1 2 3 ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ ਆਪਾਂ। ਇਹਨੂੰ ਲੈ ਕੇ ਬੱਚੇ ਨੇ ਬੜਾ ਇੱਥੇ ਪੰਗੇ ਲਏ ਹੋਏ ਨੇ, ਇਹਨੂੰ ਐ ਕਰਕੇ e cos ਥੀਟਾ e sin ਥੀਟਾ, ਇਹਦਾ e cos ਥੀਟਾ e sin ਥੀਟਾ, ਪਤਾ ਨਹੀਂ ਕਿਉਂ ਇੰਨੇ ਉਹ ਚ ਪਏ ਤੁਸੀਂ, ਮਤਲਬ ਇਹਨੂੰ ਡਾਇਰੈਕਟਲੀ ਤੁਸੀਂ ਵੈਕਟਰ ਫਾਰਮ ਚ ਕਿਉਂ ਨਹੀਂ ਕੀਤਾ, ਜਦੋਂ ਪੋਜੀਸ਼ਨ ਵੈਕਟਰਸ ਗਿਵਨ ਹੋਣ ਤਾਂ ਉਵੇਂ ਕਰਨਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਸਮਝਾ ਦਿੰਦਾ, ਪਹਿਲਾਂ ਅਗਲੇ ਪੇਜ ਤੇ ਇਹਦਾ ਮੈਥਡ ਦੱਸਦਾ, ਫਿਰ ਵਾਪਸ ਲੈ ਕੇ ਆਉਣਾ। ਦੇਖੋ ਸਾਰੇ ਜਣੇ ਧਿਆਨ ਨਾਲ, ਤੁਹਾਨੂੰ ਕਰਵਾਇਆ ਸੀ ਵੈਸੇ ਕੂਲਮਜ਼ ਲਾ ਕਰਾਇਆ ਸੀ, ਇਲੈਕਟ੍ਰਿਕ ਫੀਲਡ ਵੀ ਇਸੇ ਤਰ੍ਹਾਂ ਹੀ ਵੈਕਟਰ ਫਾਰਮ ਚ ਆਪਾਂ ਲਿਖ ਸਕਦੇ ਹਾਂ। ਦੇਖੋ ਕਿਵੇਂ ਕਰਦੇ ਹਾਂ, ਕਿਸੇ ਵੀ ਪੁਆਇੰਟ ਚਾਰਜ ਦੇ ਕਰਕੇ, ਦੋ ਚਾਰਜ ਨੇ, ਦੋਨਾਂ ਕਰਕੇ ਇੱਕ ਇੱਕ ਕਰਕੇ ਪਤਾ ਕਰ ਲਾਂਗੇ, ਇਲੈਕਟ੍ਰਿਕ ਫੀਲਡ ਨੂੰ ਐਡ ਕਰ ਦਾਂਗੇ। ਆਮ ਕਰਕੇ ਅਸੀਂ ਸੁਪਰਪੋਜੀਸ਼ਨ ਪ੍ਰਿੰਸੀਪਲ ਲਗਾਉਂਦੇ ਆ, ਤੇ ਡਾਇਰੈਕਸ਼ਨ ਤੇ ਉਹ ਦੇਖ ਕੇ ਆਪਾਂ ਸਿੱਧਾ ਹੀ ਉਹ ਜਿਵੇਂ ਆਪਾਂ ਡਾਈਪੋਲ ਲਈ ਇਲੈਕਟ੍ਰਿਕ ਫੀਲਡ ਪਤਾ ਕਰ ਰਹੇ ਸੀ। ਪਰ ਹੁਣ ਆਪਾਂ ਕੀ ਕਰਨ ਜਾ ਰਹੇ ਹਾਂ, ਆਪਾਂ ਪੋਜੀਸ਼ਨ ਵੈਕਟਰ ਦੀ ਫਾਰਮ ਚ ਪਤਾ ਕਰਨ ਜਾ ਰਹੇ ਹਾਂ ਕਿ ਮੰਨ ਲਓ ਆਹ ਚਾਰਜ ਹੈ, ਕੋਈ ਪੁਆਇੰਟ ਚਾਰਜ, ਤੇ ਇਸ ਪੁਆਇੰਟ ਚਾਰਜ ਨੂੰ ਪਲੱਸ q ਕਹਿ ਦਿਓ, ਇੱਥੇ ਪਿਆ, ਇਹਦੇ ਕਰਕੇ ਇੱਥੇ ਪਤਾ ਕਰਨਾ ਹੈ ਮੰਨ ਲਓ ਇਲੈਕਟ੍ਰਿਕ ਫੀਲਡ, ਆਹ ਪੁਆਇੰਟ ਨੂੰ ਆਬਜ਼ਰਵੇਸ਼ਨ ਪੁਆਇੰਟ ਕਹਿ ਦਿਓ, ਆਬਜ਼ਰਵੇਸ਼ਨ ਪੁਆਇੰਟ। ਇਹਨੂੰ ਚੰਗੀ ਤਰ੍ਹਾਂ ਸਮਝ ਲਓ ਵੀ ਇਹ ਬੜੀ ਇੰਪੋਰਟੈਂਟ ਗੱਲ ਆ। ਇੰਨੀ ਜੀ ਗੱਲ ਵੀ ਜੇ ਨਾ ਪਤਾ ਰਹੇ ਤਾਂ ਫਿਰ ਕੋਈ ਫਾਇਦਾ ਨਹੀਂ ਆ ਇੰਨਾ ਚੈਪਟਰ ਕਰਨ ਤੋਂ ਬਾਅਦ, ਐਵੇਂ ਤੁਰੀ ਫਿਰੀ ਹੋ। ਲਓ ਜੀ ਆ ਜਿਹੜਾ ਪਲੱਸ q ਹੈ ਇਹ ਕੀ ਹੈ, ਸੋਰਸ ਚਾਰਜ ਹੈ ਨਾ ਇੱਕ ਤਰ੍ਹਾਂ, ਇਹਦੇ ਕਰਕੇ ਹੈ ਨਾ ਇਲੈਕਟ੍ਰਿਕ ਫੀਲਡ ਇੱਥੇ। Yes, sir. ਸੋਰਸ ਚਾਰਜ ਦੇ ਪੋਜੀਸ਼ਨ ਵੈਕਟਰ ਦਾ ਨਾਮ ਮੈਂ ਜਾਣਬੁੱਝ ਕੇ RS ਰੱਖ ਦਿੰਦਾ, S ਦਾ ਮਤਲਬ ਸੋਰਸ, ਵੀ ਜਿਹਦੇ ਕਰਕੇ ਇਲੈਕਟ੍ਰਿਕ ਫੀਲਡ ਹੈ।
ਤੇ ਜਿਹੜਾ ਆਬਜ਼ਰਵੇਸ਼ਨ ਪੁਆਇੰਟ ਆ ਉਹਦੇ ਇਲੈਕਟ੍ਰਿਕ ਉਸ ਜਗ੍ਹਾ ਦਾ ਪੁਆਇੰਟ ਦਾ ਪੋਜੀਸ਼ਨ ਵੈਕਟਰ ਮੈਂ ਜਾਣ ਬੁੱਝ ਕੇ ਰੱਖ ਦਿੰਦਾ ਹਾਂ RO, ਵੀ ਜਿੱਥੇ ਪਤਾ ਕਰਨਾ ਹੈ ਇਲੈਕਟ੍ਰਿਕ ਫੀਲਡ, ਇਹ ਜਿਹਦੇ ਕਰਕੇ ਪਤਾ ਕਰਨਾ ਉਹ ਸੋਰਸ ਚਾਰਜ ਦਾ ਪੋਜੀਸ਼ਨ ਵੈਕਟਰ ਇਹਦਾ। ਸੋ ਬੇਸਿਕਲੀ ਆਪਾਂ ਨੂੰ ਮੋਸਟਲੀ ਆਈ ਹੁੰਦਾ ਵੀ ਚਾਰਜ ਕਿੱਥੇ ਪਿਆ, ਜੀ ਇੱਥੇ ਪਿਆ, ਕਿੱਥੇ ਪਤਾ ਕਰਨਾ ਇਲੈਕਟ੍ਰਿਕ ਫੀਲਡ, ਇੱਥੇ ਕਰਨਾ, ਤਾਂ ਆਪਾਂ ਨੂੰ RS ਤੇ RO ਪਤਾ ਹੁੰਦੇ ਨੇ ਅਕਸਰ। ਹੁਣ ਤੁਸੀਂ ਮੈਨੂੰ ਦੱਸੋ ਆ Q ਚਾਰਜ ਦੇ ਕਰਕੇ ਆਬਜ਼ਰਵੇਸ਼ਨ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿਸ ਡਾਇਰੈਕਸ਼ਨ 'ਚ ਹੋਊਗਾ? ਇਸ ਡਾਇਰੈਕਸ਼ਨ 'ਚ ਹੋਊਗਾ। ਯੈਸ Yes. ਇਸੇ ਲਈ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਵੀ ਲਿਖਾਂਗੇ ਤਾਂ ਆਪਾਂ ਡਾਇਰੈਕਸ਼ਨ ਦੇ ਲਈ ਆਪਾਂ ਆਹ ਵਾਲਾ ਵੈਕਟਰ ਜਿਹੜਾ ਯੂਜ਼ ਕਰਾਂਗੇ, ਜਿਵੇਂ ਆਪਾਂ F12 ਤੇ F21 ਕੀਤੇ ਸੀ ਨਾ, ਉਵੇਂ ਆਹ ਵਾਲਾ ਵੈਕਟਰ। ਤੇ ਆਹ ਵਾਲਾ ਵੈਕਟਰ ਜਿਹੜਾ ਆਏਗਾ ਕਿਹਦੇ ਬਰਾਬਰ ਆਏਗਾ? ਆਹ ਵਾਲਾ ਵੈਕਟਰ ਆਏਗਾ ਕਿ ਨਹੀਂ ਦੱਸੋ? ਸਮਝ ਲੱਗੀ ਕਿ ਨਹੀਂ ਲੱਗੀ? Yes, sir. ਹੁਣ ਜਿਹੜਾ ਇਲੈਕਟ੍ਰਿਕ ਫੀਲਡ ਲਿਖਣਾ ਆ, ਇਲੈਕਟ੍ਰਿਕ ਫੀਲਡ ਦਾ ਇੱਕ ਤਾਂ ਅਸੀਂ ਲਿਖਣਾ ਹੈ ਪਹਿਲਾਂ ਮੈਗਨੀਟਿਊਡ, ਫਿਰ ਇਹਦੀ ਲਿਖਣੀ ਹੈ ਡਾਇਰੈਕਸ਼ਨ, ਤੇ ਡਾਇਰੈਕਸ਼ਨ ਆਪਾਂ ਯੂਨਿਟ ਵੈਕਟਰ ਫਾਰਮ 'ਚ ਲਿਖਦੇ ਆ, ਹਨਾ, ਯਾਨੀ ਯੂਨਿਟ ਵੈਕਟਰ ਲਿਖਾਂਗੇ ਇੱਥੇ ਇਨ ਦਾ ਡਾਇਰੈਕਸ਼ਨ ਆਫ ਵੈਕਟਰ ਇਲੈਕਟ੍ਰਿਕ ਫੀਲਡ। ਮੈਗਨੀਟਿਊਡ ਕੀ ਆਏਗਾ ਜੀ? K Q ਡਿਵਾਈਡਡ ਬਾਈ ਡਿਸਟੈਂਸ, ਡਿਸਟੈਂਸ ਕਿੰਨਾ? R0 ਜਾਂ RO ਮਾਈਨਸ RS ਵੈਕਟਰ ਦੇ ਮੈਗਨੀਟਿਊਡ ਦਾ ਸਕੁਅਰ। ਆਪਾਂ ਐਂ ਲਿਖਦੇ ਨਾ ਜਾਣਬੁੱਝ ਕੇ ਡਿਸਟੈਂਸ ਇਸ ਫਾਰਮ 'ਚ ਲੈਂਦੇ ਆ ਤਾਂ ਕਿ ਇਹਦੇ ਨਾਲ ਮੈਚ ਕਰ ਸਕੇ ਯੂਨਿਟ ਵੈਕਟਰ ਨਾਲ। ਤੇ ਯੂਨਿਟ ਆ ਹੋਗੀ ਮੈਗਨੀਟਿਊਡ, डायरेक्शन की होगी फिर R0 माइनस RS वैक्टर ब्रैकेट बटा ਇਹਦਾ ਮੋਡ ਆਏਗਾ ਹੁਣ, ਹਨਾ, ਪਤਾ ਨਾ ਇਹ ਗੱਲਾਂ ਤਾਂ ਸਮਝਾਈਆਂ ਹੋਈਆਂ। Yes. ਤਾਂ ਇਲੈਕਟ੍ਰਿਕ ਫੀਲਡ ਕਿਸੇ ਵੀ ਪੁਆਇੰਟ ਤੇ ਆਏਗਾ K Q ਡਿਵਾਈਡਡ ਬਾਈ, ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਮੈਂ ਪੰਜਾਬੀ ਚ ਬੋਲ ਰਿਹਾ, ਲਿਖ ਰਿਹਾ ਅੰਗਰੇਜ਼ੀ ਚ, ਕਿਵੇਂ ਦੇਖੋ, ਜਿੱਥੇ ਪਤਾ ਕਰਨਾ ਆ ਮਾਈਨਸ ਜਿਹਦੇ ਕਰਕੇ ਪਤਾ ਕਰਨਾ ਆ, ਇਹ ਹਮੇਸ਼ਾ ਆ ਹੀ ਰਹੂਗਾ ਚਾਹੇ ਚਾਰਜ ਨੈਗੇਟਿਵ ਹੋ ਜਾਏ ਪੋਜ਼ਿਟਿਵ ਦਾ ਕਿਊਬ, ਤੇ ਜਿੱਥੇ ਪਤਾ ਕਰਨਾ ਹੈ ਮਾਈਨਸ ਜਿਹਦੇ ਕਰਕੇ ਪਤਾ ਕਰਨਾ ਹੈ ਉਹਦਾ ਵੈਕਟਰ। ਸੋ ਆ ਗੱਲ ਕਲੀਅਰ ਹੋਈ ਸਭ ਨੂੰ? ਕਲੀਅਰ ਹੋਗੀ? Yes, sir. ਜੇ ਚਾਰਜ ਨੈਗੇਟਿਵ ਹੋ ਗਿਆ ਤੁਹਾਡਾ, ਇੱਥੇ ਨੈਗੇਟਿਵ ਪੁੱਟ ਕਰੋਗੇ, ਉਹ ਨੈਗੇਟਿਵ ਇੱਥੇ ਆ ਜਾਏਗਾ, RS ਅੱਗੇ ਤੇ RO ਪਿੱਛੇ ਹੋ ਜਾਏਗਾ, ਤਾਂ ਆਟੋਮੈਟਿਕਲੀ ਫਿਰ RS ਅੱਗੇ ਤੇ RO ਪਿੱਛੇ, ਤਾਂ ਆਟੋਮੈਟਿਕਲੀ ਇਧਰ ਨੂੰ ਆ ਜਾਏਗਾ ਫਿਰ ਨਾ ਵੈਕਟਰ ਵੀ ਆਪਣੇ ਆਪ ਅਟਰੈਕਟਿਵ ਹੋ ਜਾਏਗਾ ਫਿਰ ਇਲੈਕਟ੍ਰਿਕ ਫੀਲਡ, ਇਹਨੇ ਅਟਰੈਕਟਿਵ ਵਾਲੇ ਡਾਇਰੈਕਸ਼ਨ ਚ ਆਏਗਾ ਨਾ ਇਲੈਕਟ੍ਰਿਕ ਫੀਲਡ। ਫਿਰ ਜੇ ਆ Q ਚਾਰਜ ਨੈਗੇਟਿਵ ਹੋਇਆ ਤਾਂ ਪਤਾ ਨਾ ਇਹ ਗੱਲ। Yes, sir. ਆਹ ਵਾ ਵੈਕਟਰ ਫਾਰਮ, ਇਹਨੂੰ ਕਹਿੰਦੇ ਇਲੈਕਟ੍ਰਿਕ ਫੀਲਡ ਇਨ ਵੈਕਟਰ ਫਾਰਮ। ਬਸ ਜਿਵੇਂ ਤੁਹਾਡਾ ਕੂਲਮਜ਼ ਲਾ ਕੀਤਾ ਸੀ, ਕੂਲਮ F12 ਹੁੰਦਾ ਸੀ, ਇੱਥੇ Q1 Q2 ਹੁੰਦਾ ਸੀ, ਬਸ ਉਹਦੇ ਜਿਹਦੇ ਤੇ ਫੋਰਸ ਪਤਾ ਕਰਨਾ ਹੈ ਉਹਦਾ ਪੋਜੀਸ਼ਨ ਵੈਕਟਰ ਪਹਿਲਾਂ, ਮਾਈਨਸ ਜਿਹਦੇ ਕਰਕੇ ਪਤਾ ਕਰਨਾ ਹੈ, ਇੱਥੇ ਜਿੱਥੇ ਪਤਾ ਕਰਨਾ ਇਲੈਕਟ੍ਰਿਕ ਫੀਲਡ ਮਾਈਨਸ ਜਿਹਦੇ ਕਰਕੇ ਪਤਾ ਕਰਨਾ ਹੈ। ਥੋੜਾ ਜਿਹਾ ਦਿਮਾਗ 'ਚ ਆਈਡੀਆ ਬਣਾਇਆ ਕਰੋ ਯਾਦ ਰੱਖਣ ਲਈ ਵੀ ਚੀਜ਼ਾਂ ਨੂੰ, ਐਵੇਂ ਆ ਜਾਓ ਜੀ ਵਾਪਸ। ਕਿੱਥੇ ਚਲਾ ਗਿਆ? ਆ ਕਰ ਰਹੇ ਸੀ ਆਪਾਂ। ਸਭ ਤੋਂ ਪਹਿਲਾਂ ਤਾਂ ਕੰਮ ਇਹ ਹੈ ਕਿ ਪੋਜੀਸ਼ਨ ਵੈਕਟਰ ਲਿਖ ਲਓ ਬਈ। ਪਹਿਲੀ ਗੱਲ ਤਾਂ Q1 ਚਾਰਜ ਦਾ ਪੋਜੀਸ਼ਨ ਵੈਕਟਰ ਕੀ ਹੋਏਗਾ ਦੱਸੋ? ਕੀ ਹੋਏਗਾ? ਆ ਹੋਏਗਾ ਕਿ ਨਹੀਂ? आई कैप, समझ लगी गल? Yes, sir. Q2 चार्ज का पोजीशन वेक्टर की होएगा? आ होएगा 4 आई कैप। ते ऑब्जर्वेशन पॉइंट जिथे पता करने जा रहे हो इलेक्ट्रिक फील्ड, उस ऑब्जर्वेशन पॉइंट का पोजीशन वेक्टर की होएगा 3 टाइम्स j कैप। सो J कैप, हाँ j कैप हो गया ना, y एक्सिस है। ਹੁਣ ਜੇ ਮੈਂ ਲਿਖਣਾ ਹੋਵੇ ਇਲੈਕਟ੍ਰਿਕ ਫੀਲਡ, ਸਿੰਪਲ ਜੀ ਗੱਲ ਹੈ, ਇੱਥੇ ਇਲੈਕਟ੍ਰਿਕ ਫੀਲਡ ਪਤਾ ਕਰਨ ਨੂੰ ਕਿਹਾ ਵਾ, ਮੈਂ ਕਿਹਾ ਤੁਸੀਂ ਵੈਕਟਰ ਫਾਰਮ ਚ ਕਰ ਰਹੇ ਹੋ, ਜੇ ਆਈ ਫਾਰਮ ਚ ਕਰ ਰਹੇ ਹੋ, ਤੁਹਾਨੂੰ ਟ੍ਰਾਇੰਗਲ ਲਾਅ, ਪੈਰਲੈਲੋਗ੍ਰਾਮ ਲਾਅ, ਉਹਦੇ ਕੰਪੋਨੈਂਟਸ ਕੁਝ ਸੋਚਣ ਦੀ ਲੋੜ ਨਹੀਂ ਹੈ। ਸਿੰਪਲ ਜੀ ਗੱਲ ਸਿੱਧੇ ਲਿਖੋ, ਜਿਹੜਾ ਨੈਟ ਇਲੈਕਟ੍ਰਿਕ ਫੀਲਡ ਆਏਗਾ, ਲਓ ਜੀ ਉਹ ਆਏਗਾ ਜੀ ਪਹਿਲਾਂ ਤਾਂ k ਦੀ ਵੈਲਿਊ ਆ ਦੇਖੋ ਬਾਅਦ ਪੁੱਟ ਕਰ ਲਾਂਗੇ, ਆ ਤੁਸੀਂ ਮੈਂ k ਹੀ ਲਿਖ ਦੇਣਾ ਫਿਲਹਾਲ, k Q1 ਪਹਿਲਾਂ ਤਾਂ Q1 ਚਾਰਜ ਆਏਗਾ ਡਿਵਾਈਡਡ ਬਾय जिथे पता करना है माइनस जिदे करके पता करना है मॉडुलस द क्यूब एंड दिस सेम। दसो ये गल क्लियर हुई?
प्लस वैक्टर ਤੁਸੀਂ ਐਡ ਕਰਿਓਗੇ ਆਪਣੇ ਆਪ ਹੋਈ ਜੂਗੀ ਜੋ ਹੋਣਾ k q2 ਬਟਾ ਜਿੱਥੇ ਪਤਾ ਕਰਨਾ ਆ ਜਿਹਦੇ ਕਰਕੇ ਪਤਾ ਕਰਨਾ ਆ आई है ना q2 ਦਾ ਪੋਜੀਸ਼ਨ mod ਦਾ क्यूब फिर आई ऊपर दसो क्लियर हुई गल Yes, sir. और k ਦੀ वैल्यू पुट कर दो पहला वैल्यूज वही पुट करनी है पॉजिटिव दा पॉजिटिव नेगेटिव 9 * 10 = 9 q1 कितना है √10 माइक्रो कूलम सो √10 * 10⁻⁻6 कूलम बटा ਇਹਦਾ ਦੱਸੋ ਕੀ ਆਏਗਾ ਮੈਗਨੀਟਿਊਡ 3j - i क्या आएगा 3 स्क्वायर + 1 स्क्वायर अंडर द रूट 3 3 9 ਤੇ 10 10 ਦਾ रूट 10 ਦਾ क्यूब इन 10 √10 कर लोगे ना 3j - i कैप तो इतने यही रहेगा प्लस हूँ प्लस लिखते बाद में माइनस लिखता k की वैल्यू कितनी है फिर वही 9 * 10 = 9 q2 कितना है -25 है ना तो आप माइनस आ वाला प्लस की जगह ते माइनस लिखता इतने 25 लिख देने गल ठीक है Yes, sir. नीचे आएगा 3j - 4i मैग्नीट्यूड करो 3 3 9 4 4 16 16 9 25 25 का रूट 5 5 5 25 125 ਤੇ ਇੱਥੇ ਆਏਗਾ 3j - 4i ਦੱਸੋ ਗੱਲ ਕਲੀਅਰ ਹੋਈ √10 ਨਾਲ √10 ਕੱਟ ਦਿਓ 10 ਦੀ ਪਾਵਰ 9 ਤੇ 10 ਦੀ ਪਾਵਰ -6 ऊपर बचेगा 10 ਦੀ ਪਾਵਰ 3 नीचे 10 फिर काट दो 10 की पावर 2 900 बच गया 3j - i कैप माइनस लो जी 25 5 125 10 की पावर 9 10 की पावर -6 कट दो इतने 10 की पावर 3 बच गया ऊपर बच गया 9000 बटा 5 बच गया 5 एकम 5 5 8 40 1800 इथे आएगा 1800 इथे आएगा 3j - 4i कैप लो जी 9 * 2700 j कैप -900 i कैप -18 * 5400 18 नहीं होता हाँ j कैप 18 चौका दसो 7200 i कैप 7200 i कैप दे विचों 900 i कैप घटा दो 6300 i कैप 2700 - 5400 -2700 j कैप आंसर आ गया समझ लगी गल हुण इन्हू तुसीं साफ साफ लिख सकते हो इन वेक्टर फॉर्म क्या है उन्होंने इन न्यूटन पर कूलम च आप ही आ गया है क्यों क्योंकि सारा कुछ तो तुसीं ऐसा ही सिस्टम च कर लिया ਇਹਦਾ ਸਕਰੀਨਸ਼ਾਟ ਲੈ ਲਓ ਇਹ ਸੋਲੂਸ਼ਨ ਸਭ ਤੇ ਲਿਖਿਆ ਹੋਣਾ ਚਾਹੀਦਾ ਤੇ ਇਸ ਦਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਅਗਲਾ ਜਿਹੜਾ ਮੈਂ ਮੈਥਡ ਦੱਸਿਆ ਆ ਵੀ ਪਤਾ ਹੋਣਾ ਚਾਹੀਦਾ ਜਿਹੜਾ ਮੈਥਡੋਲੋਜੀ ਦੱਸੀ ਤੁਹਾਨੂੰ ਆਹ ਵਾਲਾ ਮੈਥਡ ਇਹਦਾ ਵੀ ਸਕਰੀਨਸ਼ਾਟ ਲੈ ਲਓ ਇਹਨੂੰ ਨਾਲ ਹੀ ਲਿਖ ਲਿਓ ਤੇ ਨਾਲ ਹੀ ਇਹਨੂੰ ਲਿਖ ਲਿਓ ਕਰ ਲਓ ਇਹਨੂੰ ਵੈਸੇ ਤੁਹਾਨੂੰ ਮੈਂ ਭੇਜ ਦਊਂਗਾ ਇਹ ਅੱਜ ਇਹਦਾ ਪੀਡੀਐਫ ਫਾਈਲ कोई डाउट होना ਇਹਦੇ ਚ ਇਸ ਪੇਜ ਤੇ ਤਾਂ ਕੋਈ ਡਾਊਟ ਨਹੀਂ ਹੋਣਾ ਇਹ ਤੇ ਦੱਸੋ No, sir. ਹੁਣ ਦੱਸੋ ਇਹਨਾਂ ਚੋਂ 13th 13th 12th ਹੋਰ ਬਾਕੀ ਤਾਂ ਸਿੱਧਾ ਜਿਹੀ ਸੀ ਮੈਨੂੰ ਲੱਗਦਾ ਆਹ ਤਾਂ ਸਿੱਧਾ ਹੀ ਵੈਕਟਰ ਫਾਰਮ ਉਹੀ ਜਿਵੇਂ ਹੁਣੀ ਲਗਾਇਆ ਉਵੇਂ ਤੁਸੀਂ ਵੈਕਟਰ ਫਾਰਮ ਲਾ ਕੇ ਦੇਖਣਾ ਸੀ ਚਾਰजेस गिवन ने वो गिवन है फाइंड इलेक्ट्रिक फील्ड इंटेंसिटी करना है ਹੁਣ देखो चार्जेस ਦੇ मैग्नीट्यूड गिवन ने ਉਹਨਾਂ ਦੀ ਪੋਜੀਸ਼ਨਾਂ ਹੁਣ ਕਰ ਲਓਗੇ ਨਾ i कैप j कैप 2k कैप i ਜਿਵੇਂ ਹੁਣੀ ਮੈਂ ਪਿੱਛੇ ਲਿਖ ਰਿਹਾ ਸੀ ਫਿਰ r ਜਿੱਥੇ ਪਤਾ ਕਰਨਾ ਹੈ ਮਾਈਨਸ ਜਿਹਦੇ ਕਰਕੇ ਪਤਾ ਕਰਨਾ i j ਫਾਰਮ ਚ ਆ ਜਾਣਗੇ ਵੈਕਟਰ ਇਹਦਾ ਬਹੁਤ ਸਿੰਪਲ ਕੁਐਸਚਨ ਸੀਗਾ 15ਵਾਂ ਕੁਐਸਚਨ ਤੇ ਇੱਥੇ ਆ ਵੀ ਇਹ ਗ੍ਰਾਫਸ ਤੁਹਾਨੂੰ ਮੈਂ ਕਰਾ ਚੁੱਕਾ ਉਦੋਂ ਚੰਗੀ ਤਰ੍ਹਾਂ ਯਾਦ ਆ ਕਲਾਸ ਕਿਤੇ ਸੀ ਆਪਾਂ ਡਿਸਕਸ Yes, sir. ਹੁਣ ਆਪਾਂ 12ਵਾਂ ਤੇ 13ਵਾਂ ਡਿਸਕਸ ਕਰਦੇ ਹਾਂ ਕੁਐਸਚਨ ਕਿਉਂਕਿ ਇਹਦੇ ਨਾਲ ਆਪਾਂ ਹੋਰ ਸਿੱਖਾਂਗੇ ਬੈਟਰ ਤਰੀਕੇ ਨਾਲ ਵੀ ਕਿਵੇਂ ਕੰਮ ਕਰਨਾ ਚਾਹੀਦਾ ਸਾਨੂੰ ਅੱਜ ਮੈਂ ਤੁਹਾਨੂੰ ਕੋਈ ਅੱਗੇ ਕੁਝ ਟੌਪਿਕ ਨਹੀਂ ਕਰਾਉਣ ਲੱਗਾ ਇਸ ਲਈ ਮੈਂ ਸਿਰਫ ਆਹ ਡਿਸਕਸ਼ਨਸ ਹੀ ਕਰਨੀਆਂ ਨੇ ਪੁਰਾਣੀਆਂ ਨਵੀਆਂ ਚੀਜ਼ਾਂ ਜਿਹੜੀਆਂ ਡਾਊਟਸ ਰਹਿ ਗਏ ਹੁਣ ਉਹ ਡਿਸਕਸ ਕਰਾਂਗੇ ਆਪਾਂ ਬਸ ਲਓ ਜੀ sphere of radius r carries charge such that its volume charge density is proportional to the square of the distance from the center ਇਹ ਬੜੀ ਜ਼ਰੂਰੀ ਗੱਲ ਹੈ ਬਈ
ਪਹਿਲਾਂ ਤਾਂ ਗੱਲ ਨੂੰ ਸਮਝ ਲਿਆ ਕਰੋ, ਜਿਵੇਂ ਆਇਆ ਕੁਐਸਚਨ ਨਾਲ ਹੀ ਦਿਮਾਗ 'ਚ ਇਮੇਜ ਬਣ ਜਾਣੀ ਚਾਹੀਦੀ, ਹੋ ਕੀ ਰਿਹਾ। ਆ ਇੱਕ ਸਫੀਅਰ ਹੈ ਤੇ ਸਫੀਅਰ ਦਾ ਰੇਡੀਅਸ ਹੈਗਾ ਜੀ r, ਤੇ ਇਹਦੇ ਅੰਦਰ ਚਾਰਜ ਹੈਗਾ ਆ, ਪਰ ਉਹਨਾਂ ਨੇ ਕਿਹਾ ਵੀ ਚਾਰਜ ਦੀ ਜਿਹੜੀ ਡੈਂਸਿਟੀ ਹੈ ਨਾ ਉਹ ਕਾਂਸਟੈਂਟ ਨਹੀਂ ਗੀ, ਪ੍ਰੋਪੋਰਸ਼ਨਲ ਟੂ ਸਕੁਅਰ ਆਫ ਡਿਸਟੈਂਸ ਫਰੋਮ ਸੈਂਟਰ। ਸੋ ਜੇ ਤੁਸੀਂ ਮੰਨ ਲਓ ਡਿਸਟੈਂਸ ਫਰੋਮ ਸੈਂਟਰ ਨੂੰ r, ਆਪਾਂ ਇੱਕ ਵਾਰ ਉਹਦਾ ਨਾਮ ਦੇ ਦਈਏ ਸਮਾਲ r, ਤਾਂ ਜਿਹੜੀ ਤੁਹਾਡੀ ਡੈਂਸਿਟੀ ਹੈ ਨਾ ਵੋਲਿਊਮ ਚਾਰਜ ਡੈਂਸਿਟੀ, ਉਹ ਪ੍ਰੋਪੋਰਸ਼ਨਲ ਹੈਗੀ ਆ r ਦੀ ਸਕੁਅਰ ਦੇ, ਯਾਨੀ ਕਿ ਜਿੰਨਾ ਜਿੰਨਾ ਉਹਦੇ ਸੈਂਟਰ ਤੋਂ ਦੂਰ ਨੂੰ ਆਓਗੇ, ਜਿਵੇਂ ਅਦਰਵਾਈਜ਼ ਆਪਾਂ ਹੁਣ ਤੱਕ ਜੋ ਕੇਸ ਕੀਤੇ ਸਾਰਿਆਂ 'ਚ ਵੋਲਿਊਮ ਚਾਰਜ ਡੈਂਸਿਟੀ ਆਪਾਂ ਸਿਰਫ ਰੋ ਲੈਣੇ ਤੇ ਉਹ ਬਰਾਬਰ ਹੀ ਹੁੰਦੀ ਹੈ, ਬਾਹਰ ਵੀ ਅੰਦਰ ਵੀ, ਸੌਰੀ ਸੈਂਟਰ ਤੋਂ ਥੋੜਾ ਜਿਆਦਾ ਦੂਰ ਘੱਟ ਦੂਰ ਉਹਦੇ ਅੰਦਰ ਅੰਦਰ ਜਿੱਥੇ ਜਿੱਥੇ ਚਾਰਜ ਹੈਗਾ। ਪਰ ਹੁਣ ਜੋ ਆਪਾਂ ਕਰ ਰਹੇ ਹਾਂ ਇਹਦੇ 'ਚ ਕੀ ਆ ਕਿ ਚਾਰਜ ਡੈਂਸਿਟੀ ਜਿਹੜੀ ਆ ਉਹ ਨਾਨ ਯੂਨੀਫਾਰਮ ਆ, ਯੂਨੀਫਾਰਮ ਨਹੀਂ ਗੀ, ਕਿਉਂਕਿ ਡੈਂਸਿਟੀ r ਦੇ ਵਧਣ ਨਾਲ ਵਧ ਰਹੀ ਹੈ, ਠੀਕ ਹੈ। ਤਾਂ ਉਹ ਕਹਿੰਦੇ ਵਾਟ ਇਜ਼ ਦਾ ਰੇਸ਼ੋ ਆਫ ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ at a distance 2r from the center of the magnitude from the center, मतलब एक तो इलेक्ट्रिक फील्ड पता करो सेंटर तो इथों 2r डिस्टेंस ते, इथे 2r डिस्टेंस ते पता करो। एक इलेक्ट्रिक फील्ड पता करो r/2 डिस्टेंस ते, इथे पता कर लो, मतलब मैग्नीट्यूड ही पता करना, डायरेक्शन मैटर नहीं करती, चाहे इधर ले लवां चाहे इधर कोई मैटर नहीं करता, इथे r/2 जिथे मर्जी ले लवां, बिकॉज आई एम जस्ट टॉकिंग अबाउट द मैग्नीट्यूड। सो आप कितने मर्जी ले लेने, इथे ले लेने, चलो ते आ दा डिस्टेंस कितना है r/2। तो वो कहते इथे इलेक्ट्रिक फील्ड देख लो कितना है ते इथे कितना है, तो उन्हां दा रेशो पता करो। क्वेश्चन समझ लग गया सारे? यस सर। यस सर। इंपॉर्टेंट इथे गल पता की है, गल इथे है कि इंपॉर्टेंट शैल थ्योरम ਨੂੰ ਸਮਝਣਾ ਪਹਿਲਾਂ ਤਾਂ। शैल थ्योरम ਕੀ ਕਹਿੰਦੀ ਹੈ, ਜਿਵੇਂ ਸ਼ੈਲ ਥਿਓਰਮ ਇਹ ਕਹਿੰਦੀ ਆ, ਆਪਾਂ ਸ਼ੈਲ ਵਾਲੇ ਕੇਸਿਸ ਕੱਲ ਕੀਤੇ ਨੇ ਤੇ ਕੱਲ ਆਪਾਂ ਗੌਸ ਥਿਓਰਮ ਨਾਲ ਵੀ ਕੀਤੇ ਆ, ਤੁਸੀਂ ਸੋਚੋ ਕੱਲ ਆਪਾਂ ਕੀ ਕੀਤਾ, ਆਪਾਂ ਇਹ ਦੇਖਿਆ ਕਿ ਜੇ ਕੋਈ ਸ਼ੈਲ ਹੋਵੇ, ਸ਼ੈਲ ਜਿਹਦੇ ਕਿ ਸਿਰਫ ਸਰਫੇਸ ਤੇ ਚਾਰਜ ਹੈਗਾ ਆ ਇਸ ਤਰ੍ਹਾਂ, ਹਨਾ, ਤਾਂ ਉਸ ਸ਼ੈਲ ਦੇ ਕਰਕੇ ਕਿਸੇ ਪੁਆਇੰਟ ਤੇ ਜੇ ਉਸ ਪੁਆਇੰਟ ਦਾ ਡਿਸਟੈਂਸ r ਹੈ, ਇਲੈਕਟ੍ਰਿਕ ਫੀਲਡ ਦੀ ਵੈਲਿਊ ਲਿਖਦੇ ਹੋਏ ਅਸੀਂ ਕੀ ਸੋਚਦੇ ਹਾਂ ਕਿ ਸਾਰਾ ਜਿਹੜਾ ਚਾਰਜ ਹੈ ਇਹਦਾ ਕਿੱਥੇ ਕਨਸੈਂਟਰੇਟਡ ਹੈ, ਸੈਂਟਰ ਤੇ k/r ਸਕੇਲ ਲਿਖਦੇ ਹਾਂ, ਸਿੰਪਲੀ ਪੁਆਇੰਟ ਚਾਰਜ, ਜਿਵੇਂ ਆ ਸਾਰਾ ਚਾਰਜ ਜਿਹੜਾ ਹੈਗਾ ਇਹ ਸੈਂਟਰ ਤੇ ਮੰਨ ਕੇ ਚੱਲ ਪੈਨੇ ਅਸੀਂ। ਤੇ ਜਦੋਂ ਆਪਾਂ ਕੁਐਸਚਨ ਕੀਤੇ ਸੀ ਕੁਝ ਆਪਾਂ ਦੇਖਿਆ ਸੀ, ਆਪਾਂ ਜੇ ਇੱਕ ਤੋਂ ਜ਼ਿਆਦਾ ਸ਼ੈਲਸ ਹੋਣ, ਕਨਸੈਂਟ੍ਰਿਕ ਸ਼ੈਲਸ ਹੋਣ, ਤਾਂ ਆਪਾਂ ਦੇਖਦੇ ਸੀ ਕਿ ਮੰਨ ਲਓ ਜੇ ਆਹ ਪੁਆਇੰਟ ਤੇ ਪਤਾ ਕਰਨਾ ਤਾਂ ਆਪਾਂ ਸਾਰਾ ਚਾਰਜ ਆਹ ਵਾਲਾ ਤੇ ਆਹ ਵਾਲਾ ਇੱਥੇ ਸੈਂਟਰ ਤੇ ਮੰਨ ਲੈਂਦੇ ਸੀ ਨਾ, ਹਨਾ। ਯਸ, ਬਿਲਕੁਲ ਉਦਾਂ ਹੀ ਜਦੋਂ ਤੁਸੀਂ ਸ਼ੈਲ ਦੀ ਬਜਾਏ ਕੋਈ ਸੋਲਿਡ ਸਫੀਅਰ ਵੀ ਲੈਣੇ ਹੋ ਨਾ, ਸੋਲਿਡ ਸਫੀਅਰ ਜਿਹਦੇ ਵਿੱਚ ਕਿ ਅੰਦਰ ਵੀ ਕੁੱਟ-ਕੁੱਟ ਕੇ ਚਾਰਜ ਭਰਿਆ ਹੋਵੇ, ਨਾਨ ਕੰਡਕਟਿੰਗ ਕਹਿ ਲਓ, ਤਾਂ ਉਹਨੂੰ ਆਪਾਂ ਛੋਟੇ-ਛੋਟੇ ਕੰਸੈਂਟ੍ਰਿਕ ਸ਼ੈਲਸ ਦੀ ਫਾਰਮ ਚ ਮੰਨ ਕੇ ਚੱਲ ਸਕਦੇ ਆ ਨਾ। ਤੇ ਜਦੋਂ ਬਾਹਰ ਕੋਈ ਪੁਆਇੰਟ ਲੈਂਦੇ ਹੋ ਤਾਂ ਉਸ ਪੁਆਇੰਟ ਦਾ, ਉਹ ਪੁਆਇੰਟ ਦੇ ਤਾਂ ਅੰਦਰ ਵਾਲੇ ਪਾਸੇ ਹੀ ਆਣਗੇ ਨਾ ਇਹ ਸਾਰੇ, ਸਾਰਾ ਚਾਰਜ ਆਹ ਵਾਲੇ ਸ਼ੈਲ ਦਾ, 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 ਸਾਰਾ ਸੈਂਟਰ ਤੇ ਮੰਨਿਆ ਜਾ ਸਕਦਾ। ਸੋ ਇਹਦਾ ਟੋਟਲ ਚਾਰਜ ਜਿਹੜਾ Q ਹੈਗਾ ਉਹ ਸਾਰਾ ਆਪਾਂ ਸੈਂਟਰ ਤੇ ਮੰਨ ਕੇ ਫਿਰ ਆਨਸਰ ਕੀ ਲਿਖ ਸਕਦੇ ਹਾਂ, ਦੱਸੋ ਗੱਲ ਕਲੀਅਰ ਹੋਈ? ਯਸ ਸਰ। ਸੋ ਜਦੋਂ ਤੁਹਾਡਾ ਰੋ ਕਾਂਸਟੈਂਟ ਹੋਵੇ ਪੂਰੀ ਦੀ ਪੂਰੀ ਉਹਦੇ ਵਿੱਚ, ਤਾਂ ਵੀ ਤੁਸੀਂ ਸ਼ੈਲ ਥਿਊਰਮ ਲਗਾ ਸਕਦੇ ਹੋ, ਤਾਂ ਲਗਾਣਾ ਹੀ ਹੋ। ਪਰ ਜੇ ਤੁਹਾਡਾ ਰੋ ਸਿਰਫ ਡਿਪੈਂਡ ਕਰੇ r ਤੇ, ਕੱਲੇ r ਤੇ ਡਿਪੈਂਡ ਕਰੇ, even then we can use shell theorem, क्योंकि जे रो r ਦੇ ਨਾਲ ਬਦਲੇਗਾ ਵੀ, ਸੋਚ ਕੇ ਦੇਖੋ, ਜੇ ਰੋ r ਦੇ ਨਾਲ ਬਦਲੇਗਾ, मान लो ਇੰਨੇ r ਤੇ ਕੋਈ ਹੋਰ ਡੈਂਸਿਟੀ ਹੈ ਤਾਂ ਉਸ ਡੈਂਸਿਟੀ ਵਾਲੀ ਇੱਕ ਸ਼ੈਲ ਮੰਨ ਲਓ ਪਤਲੀ ਜੀ, ਆ ਵਾਲਾ ਛੋਟਾ ਜਿਹਾ ਪਤਲਾ ਜਿਹਾ r dr ਉਹਦਾ, ਜੇ r ਥੋੜਾ ਵੱਧ ਗਿਆ ਇੱਥੇ ਤਾਂ ਇੱਥੇ ਡੈਂਸਿਟੀ ਕੁਝ ਹੋਰ ਹੋਏਗੀ, ਪਰ ਆਹ ਡੈਂਸਿਟੀ ਚਾਰੇ ਪਾਸੇ ਪੂਰੇ ਦੇ ਪੂਰੇ ਸ਼ੈਲ ਤੇ ਤਾਂ ਸੇਮ ਹੋਏਗੀ ਕਿ ਨਹੀਂ, ਦੱਸੋ? ਕਿਉਂਕਿ ਸਾਰੇ ਸ਼ੈਲ ਦੇ ਸਾਰੇ ਪੁਆਇੰਟ ਜਿਹੜੇ ਨੇ ਆ r ਡਿਸਟੈਂਸ ਹੀ ਹੋਣਗੇ ਨਹੀਂ, ਤੇ ਇੱਥੇ ਡੈਂਸਿਟੀ ਜਿੰਨੀ ਹੈ ਉਨੀ ਇੱਥੇ, ਉਨੀ ਇੱਥੇ, ਉਨੀ ਇੱਥੇ, ਉਨੀ ਇੱਥੇ, ਉਨੀ ਇੱਥੇ, ਉਨੀ ਇੱਥੇ। ਕਲੀਅਰ ਹੈ ਗੱਲ?
yes sir ਸੋ ਆਪਾਂ ਕੀ ਕਰਨਾ ਹੈ ਇੱਥੇ ਦੇਖੋ ਇਹਦੇ ਵਿੱਚ ਜਿਹੜਾ ਕੁਐਸਚਨ ਦਾ ਜਵਾਬ ਹੈ ਇਹਦੇ ਵਿੱਚ ਹੀ ਹੈਗਾ ਸਭ ਤੋਂ ਪਹਿਲਾਂ ਆਊਟਸਾਈਡ ਪੁਆਇੰਟ ਤੇ ਕਰਨਾ ਤਾਂ ਬਹੁਤ ਸੌਖਾ ਕੰਮ ਆ ਪਰ ਉਹਦੇ ਲਈ ਕੀ ਹੈ ਕਿ ਆਪਾਂ ਨੂੰ ਟੋਟਲ ਚਾਰਜ ਨਹੀਂ ਪਤਾ ਟੋਟਲ ਚਾਰਜ ਦਾ ਪਤਾ ਹੀ ਨਹੀਂ ਇਹਦੇ ਅੰਦਰ ਕਿੰਨਾ ਹੈ ਆਪਾਂ ਨੂੰ ਚਾਰਜ ਡੈਂਸਿਟੀ ਪਤਾ ਉਹ ਵੀ r ਤੇ ਡਿਪੈਂਡ ਕਰ ਰਹੀ ਹੈ ਤਾਂ ਆਪਾਂ ਨੂੰ ਟੋਟਲ ਚਾਰਜ ਪਤਾ ਕਰਨਾ ਹੀ ਇੱਥੇ ਇੱਕ ਕੈਚ ਹੈ ਇਸ ਕੁਐਸਚਨ ਦਾ ਵੀ ਟੋਟਲ ਚਾਰਜ ਕਿਸੇ ਵੀ ਪਾਰਟਿਕੂਲਰ ਰੇਡੀਅਸ ਤੱਕ ਕਿਵੇਂ ਪਤਾ ਕਰੀਏ ਕਿਉਂਕਿ ਟੋਟਲ ਚਾਰਜ ਨੂੰ ਤੁਸੀਂ ਡੈਂਸਿਟੀ ਇਨਟੂ ਵੋਲਿਊਮ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ कांस्टेंट नहीं है यहाँ डेंसिटी कांस्टेंट नहीं है रो ना रो कांस्टेंट ਨੂੰ ਤਾਂ ਕਰ ਲੈਂਦੇ ਤੈਨੂੰ ਇਹ ਠੀਕ ਹੁੰਦਾ ਪਰ ਉਹ ਗਲਤ ਹੈ रो डिपेंड कर ਰਿਹਾ r ਤੇ ਸੋ ਸਾਨੂੰ ਇਹਨੂੰ ਕਿਵੇਂ ਕਰਨਾ ਪਏਗਾ ਇੰਟੀਗ੍ਰੇਟ ਕਰਕੇ ਸੋਲਵ ਕਰਨਾ ਪਏਗਾ ਕਿਵੇਂ ਕਰਾਂਗੇ ਇੰਟੀਗ੍ਰੇਟ ਦੇਖੋ ਸਾਰੇ ਜਣੇ ਧਿਆਨ ਨਾਲ ਆਪਾਂ ਕੀ ਕਰਦੇ ਹਾਂ ਆਪਾਂ ਇਸ ਨੂੰ ਮੈਂ ਅਲੱਗ ਤੋਂ ਤੁਹਾਨੂੰ ਮੈਂ ਸ਼ੋ ਕਰ ਦਿੰਦਾ ਦੇਖੋ ਆ ਮੰਨ ਲਓ ਸ਼ੈਲ ਹੈ ਤੇ ਤੁਸੀਂ ਇਹਦੇ ਵਿੱਚ ਕੀ ਕਰੋ ਕੋਈ ਵੀ r ਡਿਸਟੈਂਸ ਤੇ ਕਿਉਂਕਿ ਹਰ r ਡਿਸਟੈਂਸ ਤੇ ਤੁਹਾਨੂੰ ਰੋ ਪਤਾ ਹੈ ਨਾ ਲਗਭਗ ਉਹਨੂੰ ਮੰਨ ਸਕਦੇ ਹਾਂ ਕਾਂਸਟੈਂਟ ਇਸ ਪੂਰੇ ਸ਼ੈਲ ਦੇ ਲਈ ਆ ਮੰਨ ਲਓ ਤੇ ਇਸ ਤੇ ਥੋੜੀ ਜੀ ਇਸ ਤਰ੍ਹਾਂ ਕੋਈ ਵੋਲਿਊਮ 'ਚ ਜਾਣਾ ਨਾ ਵੋਲਿਊਮ 'ਚ ਜਾਣਾ ਇੱਕ ਦੂਜਾ ਜਿਹੜਾ ਨਾਲ dr r plus dr ਰੇਡੀਅਸ ਵਾਲਾ ਵੀ ਆ ਮੰਨੋ ਯੂ ਹੈਵ ਟੂ ਟਾਕ ਅਬਾਊਟ ਦਿਸ ਸ਼ੈਲ ਨਾਓ ਇਸ ਸ਼ੈਲ ਦਾ ਜਿਹੜਾ ਰੇਡੀਅਸ r ਹੈ ਤੇ ਆ ਜਿਹੜੀ ਇਹਦੀ ਵਿਡਥ ਹੈ ਕਿੰਨੀ ਲਵਾਂਗੇ dr ठीक है so small charge dq ਜਿਹੜਾ ਆਏਗਾ in this elementary shell ਕਿਉਂਕਿ ਹਰ ਸ਼ੈਲ ਦਾ ਜੋੜਾਂਗੇ ਨਾ ਆਪਾਂ ਚਾਰਜ ਤਾਂ ਉਹ ਤੇ ਸਿੱਧਾ ਜੋੜ ਕੰਟੀਨਿਊਸ ਹੈਗਾ ਡਿਸਟ੍ਰੀਬਿਊਸ਼ਨ ਇਸ ਲਈ ਆਪਾਂ ਇੰਟੀਗ੍ਰੇਟ ਕਰ ਰਹੇ ਹਾਂ ਤਾਂ ਇਸ ਸ਼ੈਲ ਚ ਕਿੰਨਾ ਹੋਏਗਾ ਦੱਸੋ ਡੈਂਸਿਟੀ ਇਨਟੂ ਵੋਲਿਊਮ ਨਾ ਇਹਦਾ ਵੋਲਿਊਮ ਕਿੰਨਾ ਆਏਗਾ 4 pi r square dr ਇਹ ਕਿਵੇਂ ਆਇਆ ਇਹ ਆਪਾਂ ਬਾਰ-ਬਾਰ ਗੱਲ ਕਰ ਚੁੱਕੇ ਹਾਂ ਇਹ ਗੱਲ ਯਾਦ ਆ ਇਹ ਹੈਗਾ ਚਾਰਜ small charge on elementary shell ਇਹ ਦੱਸੋ ਗੱਲ ਕਲੀਅਰ ਹੋ ਗਈ ਕਿ ਨਹੀਂ ਮੈਂ ਸਿਰਫ ਇਹਦੇ ਵਿੱਚ ਚਾਰਜ ਦੇਖ ਰਿਹਾ ਹਾਂ ਇਹਦੇ ਵਿੱਚ ਚਾਰਜ ਕਿੰਨਾ ਆ ਇਸ ਸ਼ੈਲ ਦੇ ਅੰਦਰ ਜਿਹਦੀ ਕੀ ਵਿਡਥ ਆ ਇਹਦਾ ਵੋਲਿਊਮ ਮੈਂ ਡੈਂਸਿਟੀ ਨਾਲ ਗੁਣਾ ਕਰਤਾ ਇਸੇ ਸਿੱਧਾ ਹੀ ਕਰਤਾ ਕਿਉਂਕਿ ਡੈਂਸਿਟੀ ਜਿਹੜੀ ਹੈ ਇਸ ਜਗ੍ਹਾ ਤੇ ਤਾਂ ਸੇਮ ਹੈ ਨਾ r ਰੇਡੀਅਸ ਦੇ ਉੱਪਰ ਸਾਰੇ ਪਾਸੇ ਤਾਂ ਇਹਦਾ ਵੋਲਿਊਮ ਲਿਆ ਇਹਦਾ ਵੋਲਿਊਮ ਕਿਵੇਂ ਲਿਆ ਪਤਾ ਹੈ ਗੱਲ 4 pi r square dr ਕਿਵੇਂ ਆਇਆ ਦੱਸੋ ਜਿਹਨੂੰ ਆ ਗੱਲ ਨਹੀਂ ਪਤਾ ਲੱਗ ਰਹੀ ਹਲੇ ਵੀ ਸਰ ਮੈਨੂੰ ਨਹੀਂ ਪਤਾ ਲੱਗੀ ਆ ਵੋਲਿਊਮ ਕਿਵੇਂ ਆਇਆ ਨਾ ਹਾਂਜੀ ਸਰ ਦੇਖ चल मैनू तो एक अगले पेज ते आना फिर वापस आना इत्थे तो मैनू सीधे सीधे आ दस भी मान ला आ एक शैल होवे वड्डा सारा ठीक है हाँ जी ते ਇਹਦੇ ਅੰਦਰ ਇੱਕ ਅੰਦਰਲੇ ਪਾਸੇ ਵੀ ਹੋਵੇ ਇਹ 10ਵੀਂ ਚ ਕੀਤਾ ਸੀ ਆਪਾਂ ਹਨਾ ਕਿ ਆਊਟਰ ਰੇਡੀਅਸ ਮੰਨ ਲਾ ਹੈਗਾ r0 ਇਨਰ ਰੇਡੀਅਸ ਹੈਗਾ ਮੰਨ ਲਓ ri ਕਲੀਅਰ ठीक है आ शैल हैगा मान ला तो हॉलो शैल है तो इस ਜਿਹੜਾ ਸ਼ੇਡਡ ਰੀਜਨ ਆ ਇਹਦਾ ਵੋਲਿਊਮ ਕਿਵੇਂ ਕੱਢੇਗਾ ਦੱਸ ਮੈਨੂੰ ਸਰ ਵੱਡੇ ਵਾਲੇ ਦਾ ਵੋਲਿਊਮ ਚ ਛੋਟੇ ਵਾਲੇ ਦੇ ਵੋਲਿਊਮ ਨੂੰ ਮਾਈਨਸ ਕਰ ਦੂੰਗਾ ਆਹੀ ਕਰੇਗਾ ਨਾ ਠੀਕ ਆ ਗੱਲ ਹਾਂਜੀ ਹਨਾ ਹਾਂਜੀ ਇਹੀ ਆਪਾਂ ਕਰ ਰਹੇ ਆ ਆਪਾਂ ਕੀ ਕਰ ਰਹੇ ਆ ਹੁਣ ਉੱਥੇ ਜਿਹੜਾ ਛੋਟਾ ਆ ਸ਼ੈਲ ਲਿਆ ਜਿਹੜਾ ਰੈੱਡ ਕਲਰ ਦਾ ਦਿਖਾਇਆ ਤੈਨੂੰ ਮੈਂ ਉਹਦਾ ਰੇਡੀਅਸ ਹੈਗਾ r ਅੰਦਰਲਾ ਤੇ ਇਹਦੀ ਮੋਟਾਈ ਕਿੰਨਾ ਮੋਟਾ ਲਿਆ ਆਪਾਂ ਇਹ dr ds ਫਿਰ ਆਪਾਂ ਇਹਦਾ ਆਊਟਰ ਰੇਡੀਅਸ ਕਿੰਨਾ ਹੋਊਗਾ r plus dr ਤਾਂ 4/3 ਪਾਈ r plus dr ਦਾ ਕਿਊਬ ਯੈਸ ਸਰ 4/3 ਪਾਈ r ਕਿਊਬ ਆਹੀ ਹੋਊਗਾ ਕਿ ਨਹੀਂ ਦੱਸ ਮੈਨੂੰ ਯੈਸ ਸਰ ਇਹ ਚੋਂ 4/3 ਪਾਈ ਬਾਹਰ ਕੱਢ ਲਾ r plus dr ਦਾ ਕਿਊਬ ਜਿਹੜਾ a plus b ਹੋਲ ਕਿਊਬ ਦਾ ਫਾਰਮੂਲਾ ਲਾ ਲਾ ਤੁਸੀਂ ਦਈ ਮੈਂ ਤੈਨੂੰ ਬਹੁਤੇ ਉਹ ਚ ਨਹੀਂ ਲੈ ਕੇ ਆਂਦਾ ਲਿਆਣ ਨੂੰ ਤਾਂ ਇਹ ਉਹਦੇ ਨਾਲ ਬਾਇਨੋਮੀਅਲ ਬਣਾ ਲਈਏ ਇਹਨੂੰ ਪਰ ਲੋੜ ਹੀ ਨਹੀਂ ਚਲੋ ਤੇ ਕੀ ਆ ਜਾਊਗਾ ਇਹ r ਕਿਊਬ plus 3r square dr plus 3r dr square plus dr ਕਿਊਬ ਪੜੂਗਾ ਕਿ ਨਹੀਂ ਦੱਸੇ ਯੈਸ ਸਰ ਮਾਈਨਸ r ਕਿਊਬ ਉਹ ਬਾਹਰ ਹੀ ਕੱਢ ਲਿਆ ਮੈਂ r ਕਿਊਬ ਕੱਟਿਆ ਗਿਆ ਯੈਸ ਸਰ ਹੁਣ dr ਕਿਉਂਕਿ ਬਹੁਤ ਛੋਟਾ ਹੁੰਦਾ ਆ ਇਸ ਲਈ dr ਦਾ ਸਕੁਅਰ ਤੇ dr ਦੀ ਕਿਊਬ ਨੂੰ ਆਪਾਂ ਨੈਗਲੈਕਟ ਕਰ ਦਿੰਨੇ ਆ ਠੀਕ ਹੈ ਸਰ ਆ ਵੀ ਛੱਡ ਦੇ ਫਿਰ ਆ ਵੀ ਛੱਡ ਦੇ ਹੁਣ ਇੱਕੋ ਟਰਮ ਰਹਿ ਗਈ 3 ਨਾਲ 3 ਕੱਟ ਦੇ ਕੀ ਬਣ ਗਿਆ 4 pi r square dr ਇਹ ਵੋਲਿਊਮ ਆਇਆ ਉਹਦਾ ਫਿਰ ਇਸ ਲਈ
ਤੇ ਇਹ ਹਮੇਸ਼ਾ ਆਪਾਂ ਇਹਨੂੰ ਯੂਜ਼ ਕਰਦੇ ਸੀ ਜਦੋਂ ਆਪਾਂ ਮੂਵਮੈਂਟ ਆਫ ਇਨਰਸ਼ੀਆ ਕਰ ਰਹੇ ਸੀ, ਉਦੋਂ ਤੁਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂ ਫਿਰ ਬਹੁਤ ਲੰਬਾ ਟਾਈਮ ਵੀ ਹੋ ਗਿਆ ਉਹਨੂੰ, ਇਸ ਲਈ ਨਹੀਂ ਭੁੱਲ ਗਏ, ਪਰ ਹੁਣ ਯਾਦ ਰੱਖੀ ਇਹਨੂੰ ਕਿ ਕਿਸੇ ਐਲੀਮੈਂਟਰੀ। ਅੱਛਾ ਚੱਲ ਮੈਨੂੰ ਹੁਣ ਇਹ ਦੱਸ, ਜੇ ਆ ਡਿਸਕ ਹੁੰਦੀ ਤਾਂ ਇਹਦਾ ਏਰੀਆ ਪਤਾ ਕੀ ਆਣਾ ਸੀ? ਦੇਖ ਸਿੰਪਲ ਜੀ ਗੱਲ ਦੱਸਾਂ, ਏਰੀਆ ਕੀ ਆਣਾ ਸੀ? ਏਰੀਆ ਆਣਾ ਸੀ 2 ਪਾਈ r dr। ਕਰਕੇ ਦੇਖੀ ਹੁਣ ਤੂੰ ਇਦਾਂ ਹੀ। ਓਕੇ ਸਰ। ਇਹਦਾ ਏਰੀਆ ਇੰਨਾ ਆਣਾ ਸੀ, ਵੋਲਿਊਮ ਇੰਨਾ ਆਣਾ ਆ। ਹੁਣ ਸਮਝ ਲਏਗਾ ਗੱਲ? ਹਾਂਜੀ ਸਰ। ਠੀਕ ਹੈ, ਇਦਾਂ ਹੀ ਪੁੱਛ ਲਿਆ ਕਰੋ ਵੀ ਜਿਹਨੂੰ ਨਹੀਂ ਸਮਝਾਇਆ ਵਿੱਚ ਸਟੈਪ ਕੋਈ ਖਾਇਆ ਨਾ ਕਰੋ ਵੀ ਚਲੋ ਨਹੀਂ ਸਮਝਾਇਆ ਨਾ ਪੁੱਛੋ, ਛੱਡੋ ਵੀ ਸਰ ਨੇ ਸੋਚਣਾ ਵੀ ਮੈਨੂੰ ਆ ਨਹੀਂ ਆਉਂਦਾ, ਇਹ ਨਹੀਂ ਕੁਝ ਸੋਚਦਾ ਮੈਂ। ਟੋਟਲ ਚਾਰਜ ਜੇ ਪਤਾ ਕਰਨਾ ਹੋਵੇ, ਹੁਣ ਆਪਾਂ ਇਹਨੂੰ ਇੰਟੀਗ੍ਰੇਟ ਕਰਾਂਗੇ ਨਾ, ਪਰ ਇਹਦੇ ਲਈ ਦੇਖੋ ਪਹਿਲਾਂ ਆ ਪਤਾ ਹੋਵੇ ਰੋ ਪ੍ਰੋਪੋਰਸ਼ਨਲ ਟੂ ਆ, ਇੱਥੇ ਰੋ ਕਾਂਸਟੈਂਟ ਚੱਕ ਕੇ ਫਿਰ ਕਈ ਬੱਚੇ ਬਾਹਰ ਕਰ ਦੇਣਗੇ, ਫਿਰ ਉਹੀ ਸਿਆਪਾ ਹੋ ਜਾਣਾ। ਰੋ ਬਾਹਰ ਨਾ ਕੱਢ ਦਿਓ। रो प्रोपोर्शनल टू आर स्क्वायर रहेगा तो रो की होएगा कांस्टेंट इनटू आर स्क्वायर आएगा ना, कुछ सी कांस्टेंट मान लो कोई, एनु भी वरतना पैना। तो इतने टोटल चार्ज क्यू जो आएगा किसी भी रेडियस तक वो आएगा इंटीग्रल ऑफ डी क्यू। इंटीग्रल ऑफ रो की जगह की पुट करा सी आर। इतो की होएगा 4 पाई सी बार आ जाएगा। आर दी पावर टोटल कितनी हो जाएगी 4, आर दी पावर 4 का इंटीग्रल करोगे तो बन जाऊगा आर दी पावर 5/5 ते इथे dq ਦੇ ਵਿੱਚ इथे लिमिट dr ਦੀ 0 ਤੋਂ ਲੈ ਕੇ ਕਿੱਥੇ ਤੱਕ ਕਰਾਂ r ਤੱਕ, ਤਾਂ ਟੋਟਲ ਚਾਰਜ ਆਏਗਾ ਨਾ ਇਹ ਬਾਹਰਲੇ ਪੁਆਇੰਟ ਲਈ। ਤਾਂ ਇਹਦੇ ਵਿੱਚ ਲਿਮਿਟ ਪੁੱਟ ਕਰੋਗੇ 0 ਤੋਂ ਲੈ ਕੇ r ਤੱਕ, ਤੇ ਫਿਰ ਇਹ ਕੀ ਆ ਜਾਏਗਾ? ਇਹ ਆਏਗਾ 4 ਪਾਈ c r ਦੀ ਪਾਵਰ 5/5। ਦੱਸੋ ਆ ਗੱਲ ਕਲੀਅਰ ਹੋਈ ਸਭ ਨੂੰ? यस सर। तो जे शैल थ्योरम लानी भी पई ਤੁਹਾਨੂੰ ਬਾਹਰਲੇ ਪੁਆਇੰਟ ਲਈ, ਤਾਂ ਬਾਹਰਲੇ ਪੁਆਇੰਟ ਤੇ ਜਿਹੜਾ 2r ਡਿਸਟੈਂਸ ਤੇ ਹੈਗਾ ਆ, ਉੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਏਗੀ k, ਜਿੰਨਾ ਉਹ ਚਾਰਜ ਹੈ ਅੰਦਰ ਬਟਾ ਡਿਸਟੈਂਸ ਦਾ ਸਕੁਅਰ ਆਈ ਹੁੰਦਾ ਨਾ, यस सर। k ਬਟਾ ਇਹ ਆ ਜਾਊਗਾ 4r ਸਕੁਅਰ, ਤੇ ਚਾਰਜ ਕਿੰਨਾ ਆਏਗਾ ਹੁਣੇ ਆਪਾਂ ਦੇਖਿਆ 4 ਪਾਈ c r5/5, 4 ਪਾਈ c r5/5। ਸੋ ਇਹਨੂੰ ਸੋਲਵ ਕਰਕੇ ਦੇਖ ਲਓ, ਇਹ ਕਿੰਨਾ ਆ ਗਿਆ ਪਾਈ ਕੇ ਸੀ ਬਾਈ 5 ਆਰ ਕਿਊਬ। ਕਲੀਅਰ ਹੈ ਗੱਲ? ਦੱਸੋ ਜੀ। ਹੁਣ ਗੱਲ ਆਉਂਦੀ ਹੈ ਜੇ ਤੁਸੀਂ ਪਤਾ ਕਰਨਾ ਹੈ ਇੱਥੇ ਇਲੈਕਟ੍ਰਿਕ ਫੀਲਡ r/2 ਤੇ, ਤਾਂ ਤੁਹਾਨੂੰ ਚਾਰਜ ਕਿਹੜਾ ਲੈਣਾ ਪੈਣਾ ਜਿਹੜਾ ਇਹਦੇ ਇਸ ਰੀਜਨ ਚ ਆਉਂਦਾ ਹੈ ਕਿ ਨਹੀਂ? ਦੱਸੋ। ਫਾਰਮੂਲਾ वही लगेगा, शैल थ्योरम ही लगेगी, पर हुण इस रीजन च देखना पैना ना चार्ज कितना है, ਉਹਦੇ ਲਈ ਫਿਰ ਆਹੀ ਕੰਮ ਕਰੋਗੇ ਬਿਲਕੁਲ ਸੇਮ, ਪਰ ਇੱਥੇ ਲਿਮਿਟਸ 0 ਤੋਂ ਲੈ ਕੇ ਕਿੱਥੇ ਤੱਕ ਪੁੱਟ ਕਰੋਗੇ? ਕਿੱਥੇ ਤੱਕ ਪੁੱਟ ਕਰੋਗੇ? ਜਦੋਂ r/2 r/2 ਕਰਨਾ, ਉਹਦੇ ਲਈ ਲਿਮਿਟਸ ਤੁਸੀਂ ਜਿਹੜੇ ਚਾਰਜ q ਡੈਸ਼ ਲਿਖੋਗੇ ਉਹਨੂੰ ਤੁਸੀਂ ਲਿਖੋਗੇ dq that is rho into 4 pi r square dr, ਉਦਾਂ ਹੀ पर लिमिट आओगी हूँ 0 तो लेके r/2, रो की जगह फिर पुट करोगे cr स्क्वायर, 4 पाई c फिर बार आ जाएगा, फिर r की पावर 5/5 आ जाएगा, 0 तो लेके r/2 तक आएगा, 0 तो 5 माइनस ही है ना, ये आ जाएगा 4 पाई c r की पावर 5 ओवर 32 into 5 आ जाएगा, अपना q डैश आ जाएगा दूसरे केस। फिर अपना इलेक्ट्रिक फील्ड एट डिस्टेंस r/2 की बनेगा k इंटू जिन्ना चार्ज ਉਹਦੇ ਅੰਦਰ ਹੈ ਬਟਾ r/2 ਦਾ ਸਕੁਅਰ। ਦੇਖੋ ਕਿੰਨੀ ਇੰਪੋਰਟੈਂਟ ਗੱਲਾਂ ਨੇ, ਕਿੰਨਾ ਸਭ ਕੋਈ ਗੱਲ ਦਾ ਧਿਆਨ ਰੱਖਣਾ ਪੈਣਾ ਤੁਹਾਨੂੰ। q ਡੈਸ਼ ਆਪ ਪੁੱਟ ਕਰ ਚੁੱਕੇ ਹੋ, वन ओवर r स्क्वायर बाय 4 ऊपर ले जाओ। तो आज जो आएगा ਹੁਣ ਇਹਦਾ रेशो e at r/2 and e at अथवा से नीचे सुफिक्स लिख रहा है मैं, कैलकुलेट कर लोगे ਹੁਣ? यस सर। ਇਹਨੂੰ ਕਰ ਲਿਓ ਚੰਗੀ ਤਰ੍ਹਾਂ। ਸੋ ਦੇਖੋ ਬਹੁਤ ਇੰਪੋਰਟੈਂਟ ਗੱਲ ਸੀ, ਜੇ ਰੋ ਡਿਪੈਂਡ ਕਰਦਾ ਹੋਵੇ ਤਾਂ ਕਿਵੇਂ ਕਰਨਾ, ਇਹ ਕੰਮ ਤੁਹਾਨੂੰ ਦੇਖੋ ਬਾਰ-ਬਾਰ ਕਰਨਾ ਪੈਣਾ ਆਣਾ ਹੀ, ਕਿਉਂਕਿ ਜਦੋਂ ਗੌਸ ਥਿਊਰਮ ਆ ਗਈ ਤੇ ਗੌਸ ਥਿਊਰਮ ਦੇ ਸਵਾਲ ਇਦਾਂ ਦੇ ਨੇ, ਉਹਦੇ ਚ ਤੁਹਾਨੂੰ ਕਹਿ ਦਿੰਦੇ ਨੇ ਕਿ ਅੰਦਰ ਪਾਸੇ ਤੁਸੀਂ ਦੱਸੋ ਚ ਕਿੰਨਾ ਚਾਰਜ ਇਨਕਲੋਜ਼ਡ ਆ, ਤਾਂ ਤੁਸੀਂ ਜੇ ਤੁਹਾਨੂੰ ਡੈਂਸਿਟੀ r ਤੇ ਡਿਪੈਂਡ ਕਰਦੀ ਮਿਲ ਗਈ ਤਾਂ ਤੁਹਾਨੂੰ ਰੋ ਨੂੰ ਉਸ ਇੱਕ ਐਲੀਮੈਂਟਰੀ ਇਸ ਤਰ੍ਹਾਂ ਦਾ ਲੈ ਕੇ ਸਫੀਅਰ ਉਹਦੇ ਵੋਲਿਊਮ ਨਾਲ ਗੁਣਾ ਕਰਨਾ ਪੈਣਾ ਤੇ ਉਸ dq ਤੋਂ ਬਾਅਦ ਇੰਟੀਗ੍ਰੇਟ ਕਰਨਾ ਪੈਣਾ, ਨਹੀਂ ਤਾਂ ਤੁਹਾਨੂੰ ਮਿਲੇਗਾ ਹੀ ਨਹੀਂ। क्लियर है गल? लास्ट क्वेश्चन डिस्कस कर लो फिर मैं तो दोबारा आया ना चाहे और क्लैरिटी कर देना। लो जी
13ਵਾਂ क्वेश्चन देखो, बड़ा इंटरेस्टिंग जिहा सीगा क्वेश्चन है। देखो सारे जने क्वेश्चन ਨੂੰ ਪਹਿਲਾਂ पढ़ लो एक बार, ਹੁਣੇ पढ़ लो, दिमाग 'ਚ इमेज बनाओ एक, सोच के पहला पढ़ के। हाँ जी, पढ़ लिया सबने? ਹੁਣ ਸੋਚੋ ਦਿਮਾਗ 'ਚ ਇਮੇਜ ਬਣਾਓ ਇਹਦੀ। यस सर। ਕੀ ਕਰਾਂਗੇ ਆਪਾਂ? ਦੇਖੋ ਮੇਰੀ ਗੱਲ ਸੁਣੋ ਧਿਆਨ ਨਾਲ, ਕੁਝ ਗੱਲਾਂ ਨਾ ਸੋਚ ਲਿਆ ਕਰੋ ਕਿ ਜਿਹੜੇ ਰਿਜ਼ਲਟਸ ਤੁਹਾਨੂੰ ਕਰਵਾਏ ਗਏ ਜੇ ਉਹ ਵਰਤੇ ਨਾ ਗਏ, ਜੇ ਡਾਇਰੈਕਟਲੀ ਕੋਈ ਚੀਜ਼ ਯੂਜ਼ ਹੋ ਰਹੀ ਹੈ ਤਾਂ ਆਪਾਂ ਨੂੰ ਉਹਦੇ ਲਈ ਕੋਈ ਨਾ ਕੋਈ ਕਲੂ ਮਿਲ ਜਾਂਦਾ ਕੁਐਸਚਨ 'ਚ। ਜਿਵੇਂ ਕਿ ਤੁਹਾਨੂੰ ਕਿਸੇ ਸ਼ੈਲ ਦੇ ਕਰਕੇ ਕਿਸੇ ਵੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨਾ ਆਂਦਾ ਨਾ, ਦੱਸੋ। ਤੇ ਜੇ ਯੂਨੀਫਾਰਮਲੀ ਚਾਰਜ ਸਫੀਅਰ ਹੋਵੇ, ਇਹਦੇ ਅੰਦਰ ਵੀ ਚਾਰਜ ਹੋਵੇ, ਉਹਦੇ ਕਰਕੇ ਵੀ ਸ਼ੈਲ ਥਿਊਰਮ ਲੱਗ ਜਾਂਦੀ ਹੈ ਬਾਹਰ, ਹੈ ਕਿ ਨਹੀਂ? ਦੱਸੋ ਮੈਨੂੰ ਪਹਿਲਾਂ। यस ਇਹ ਕੋਈ ਹਾਫ ਸ਼ੈਲ ਹੋਵੇ, ਯੂਨੀਫਾਰਮਲੀ ਚਾਰਜ ਹੋਵੇ ਜਾਂ ਜੋ ਵੀ ਹੋਵੇ, ਤਾਂ ਇਹਦੇ ਕਰਕੇ ਮੈਂ ਕਿਹਾ ਸੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇੱਥੇ ਹਰ ਜਗ੍ਹਾ ਤੇ ਐ ਹੁੰਦੀ ਆ। ਕੀਤੀ ਸੀ ਨਾ ਗੱਲ ਆਪਾਂ? ਯੈਸ ਪਰ ਕਿੰਨਾ ਇਲੈਕਟ੍ਰਿਕ ਫੀਲਡ ਹੁੰਦਾ ਇਹਦੇ ਬਾਰੇ ਗੱਲ ਨਹੀਂ ਕੀਤੀ ਸੀ ਆਪਾਂ। ਇਹਦੇ ਕਰਕੇ ਹਾਫ ਸਫੀਅਰ ਕਰਕੇ ਇੱਥੇ 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 ਕਿੰਨਾ ਇਲੈਕਟ੍ਰਿਕ ਫੀਲਡ ਹੋਏ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਸੀ ਆਪਾਂ। ਇਹਦੇ ਬਾਰੇ ਕੋਈ ਰਿਜ਼ਲਟ ਨਹੀਂ ਸੀਗਾ। ਸੋ ਇਸ ਚੀਜ਼ ਨੂੰ ਦੇਖੋ ਇੱਥੇ ਬੜੀ ਚਲਾਕੀ ਨਾਲ ਵਰਤਿਆ ਗਿਆ ਵਾ। ਇਸ ਕੁਐਸਚਨ ਵਿੱਚ ਬੜਾ ਹੀ ਕਮਾਲ ਦਾ ਕੁਐਸਚਨ ਹੈ ਇਸ ਮਾਮਲੇ 'ਚ। ਦੇਖੋ ਕਿਵੇਂ। ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ, ਵੈਸੇ ਹੀ ਸੋਚ ਕੇ ਦੱਸੋ ਵੀ ਜੇ ਆ ਹੈਗਾ ਹੈ ਮੰਨ ਲਓ ਇੱਕ ਹੈਮੀਸਫੀਅਰ, ਤੇ ਹੈਮੀਸਫੀਅਰ ਜਿਹੜਾ ਹੈ ਯੂਨੀਫਾਰਮਲੀ ਚਾਰਜ ਆ, ਕਹਿਣ ਦਾ ਭਾਵੇਂ ਇਹਦੇ ਅੰਦਰ ਵੀ ਚਾਰਜ ਹੈਗਾ ਆ, ਪੂਰਾ ਇਹਦੇ ਅੰਦਰ ਚਾਰਜ ਹੈਗਾ ਆ। ਇਹ ਕੋਈ ਸ਼ੈਲ ਨਹੀਂ ਹੈ ਬਲਕਿ ਇਹ ਸੋਲਿਡ ਹੈਮੀਸਫੀਅਰ। ਇਹਦੇ ਆਰ ਰੇਡੀਅਸ ਆ, ਮੰਨ ਲਓ ਇਹਦੇ ਆਰ ਰੇਡੀਅਸ ਤੋਂ ਇਹਦੇ ਸੈਂਟਰ ਤੋਂ ਮੰਨ ਲਓ ਜਿਵੇਂ ਇੱਥੇ 2r ਡਿਸਟੈਂਸ ਉੱਪਰ, ਜਿਵੇਂ ਇੱਕ r ਆ ਗਿਆ, ਆ r ਹੋ ਗਿਆ ਨਾ, ਇੱਕ 2r ਆ ਗਿਆ ਤੇ ਇੱਕ r ਆ ਗਿਆ। ਇਹਦੇ ਸੈਂਟਰ ਤੋਂ 2r ਡਿਸਟੈਂਸ ਉੱਪਰ ਇੱਥੇ ਜੇ ਇਲੈਕਟ੍ਰਿਕ ਫੀਲਡ E ਹੈਗਾ ਆ, ਮੰਨ ਲਓ, ਜਸਟ ਇਮੇਜਿਨ ਕਰੋ E ਯਾਨੀ ਮੈਗਨੀਟਿਊਡ E ਆ, ਡਾਇਰੈਕਸ਼ਨ ਤੁਹਾਨੂੰ ਪਤਾ ਹੀ ਆ ਉੱਪਰ ਨੂੰ ਆਏਗੀ। ਤੇ ਜੇ ਇਸੇ ਤਰ੍ਹਾਂ ਮੈਂ ਇੱਕ ਹੈਮੀਸਫੀਅਰ ਇਕੱਠਾ ਕਰ ਦਵਾਂ ਇਸ ਤਰ੍ਹਾਂ ਤੇ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਚਾਰਜ ਕੁੱਟ-ਕੁੱਟ ਕੇ ਬਿਲਕੁਲ ਸੇਮ ਉਹਦੇ ਨਾਲ ਭਰਿਆ ਗਿਆ ਹੋਵੇ, ਬਿਲਕੁਲ ਸੇਮ, ਇਹਦੇ ਸੈਂਟਰ ਤੋਂ ਵੀ 2r ਡਿਸਟੈਂਸ ਨੀਚੇ ਇੱਥੇ ਇਲੈਕਟ੍ਰਿਕ ਫੀਲਡ ਬਿਲਕੁਲ E ਹੋਏਗਾ ਕਿ ਨਹੀਂ ਮੈਗਨੀਟਿਊਡ 'ਚ? ਦੱਸੋ ਮੈਨੂੰ ਸਿਮੈਟਰੀ ਵਾਈਜ਼, ਪਹਿਲਾਂ ਆ ਗੱਲ ਦੱਸ ਦਿਓ। ਯੈਸ ਸਰ। ਜੇ ਬਲੈਕ ਵਾਲੇ ਦੇ ਕਰਕੇ ਉਹਦੇ ਸੈਂਟਰ ਤੋਂ 2r ਡਿਸਟੈਂਸ ਉੱਪਰ ਇਲੈਕਟ੍ਰਿਕ ਫੀਲਡ E ਹੈ, ਤਾਂ ਰੈੱਡ ਵਾਲੇ ਕਰਕੇ ਉਹਦੇ ਸੈਂਟਰ ਤੋਂ 2r ਡਿਸਟੈਂਸ ਨੀਚੇ ਇਲੈਕਟ੍ਰਿਕ ਫੀਲਡ ਬਿਲਕੁਲ ਉਨਾ ਹੀ ਹੋਏਗਾ ਕਿ ਨਹੀਂ? ਕਲੀਅਰ ਕਰੋ ਗੱਲ। ਸਮਝ ਲੱਗੀ? यस सर। ਹੁਣ ਉਹ ਕੀ ਕਹਿ ਰਹੇ ਨੇ ਕਿ ਡਾਇਗਰਾਮ ਸ਼ੋਜ਼ ਯੂਨੀਫਾਰਮਲੀ ਚਾਰਜ ਸਫੀਅਰ ਆਫ ਰੇਡੀਅਸ r, ਠੀਕ ਹੈ ਜੀ। ਇਟ ਹੈਜ਼ ਵੋਲਿਊਮ ਚਾਰਜ ਡੈਂਸਿਟੀ ρ, ਬਿਲਕੁਲ ਠੀਕ ਹੈ ਜੀ, ਇਹ ਗਿਵਨ ਹੈ। if the electric field at a point 2r distance above its center is E, so ਇਹਦੇ ਸੈਂਟਰ ਤੋਂ ਪਹਿਲੀ ਗੱਲ ਤਾਂ ਇਹ ਆ ਡਿਸਟੈਂਸ ਥੋੜਾ ਨਾ ਠੀਕ ਜੇ ਨਹੀਂ ਬਣੇ ਹੋਏ, ਇਹ ਥੋੜਾ ਐਵੇਂ ਲੱਗ ਰਿਹਾ ਆਰ ਡਿਸਟੈਂਸ ਤੇ। ਤੁਸੀਂ ਸਭ ਧਿਆਨ ਨਾਲ ਇੱਧਰ ਦੇਖੋ, ਡਾਇਗਰਾਮ ਵਿੱਚ ਕਿਵੇਂ ਐ ਹੋ ਜਾਂਦਾ। ਤੁਸੀਂ ਬਿਲਕੁਲ ਰੀਅਲਿਸਟਿਕ ਪਿਕਚਰ ਬਣਾਓਗੇ ਤਾਂ ਰੀਅਲਿਸਟਿਕ ਦਿਮਾਗ 'ਚ ਇਮੇਜ ਬਣੇਗੀ। ਲਓ ਜੀ, ਆ ਹੈਗਾ ਮੰਨ ਲਓ ਆਪਣਾ ਹੈਮੀਸਫੀਅਰ, ਇਹ ਮੈਂ ਆਪ ਬਣਾਇਆ ਇੱਥੇ, ਇਹਦਾ ਆਰ ਰੇਡੀਅਸ ਹੈ। ਉਹ ਕਹਿ ਰਹੇ ਨੇ if the electric field at a point ਕਿੰਨਾ ਡਿਸਟੈਂਸ, ਇੰਨਾ ਡਿਸਟੈਂਸ above its center is E, ਇਹਦੇ ਸੈਂਟਰ ਤੋਂ 2r ਡਿਸਟੈਂਸ ਉੱਪਰ ਜਾਣਾ, ਇੱਥੇ ਨਹੀਂ ਰਹਿ ਜਾਊਗਾ ਉਹ, ਇਹਦਾ r ਡਿਸਟੈਂਸ ਹੋਇਆ ਨਾ ਸੈਂਟਰ ਤੋਂ ਉੱਪਰ ਜਾਓ ਇੱਥੇ,
ਇਸ ਪੁਆਇੰਟ ਨੂੰ A ਕਹਿ ਦਿਓ ਤੁਸੀਂ ਤੇ ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੈ E, ਇਹ ਗਿਵਨ ਆਪਾਂ ਨੂੰ। ਸਮਝ ਲੱਗੀ ਗੱਲ ਸਾਰਿਆਂ ਨੂੰ ਕਿ ਨਹੀਂ ਦੱਸੋ? Yes, sir. ਤੇ ਉਹ ਕਹਿੰਦੇ then what is electric field at a point which is 2r below center, center ਤੋਂ 2r below, ਇੱਥੇ ਇਹਦਾ center ਤੋਂ r below ਇਹਦੇ ਸਰਫੇਸ ਤੇ ਆ ਗਿਆ, ਫਿਰ ਸਿਰਫ ਇੱਥੇ ਆਏਗਾ ਦੂਜਾ ਪੁਆਇੰਟ B। ਸਮਝ ਲੱਗੀ ਗੱਲ? Yes. ਆ ਰੀਅਲ ਪਿਕਚਰ ਆ, ਥੋੜਾ ਇੱਥੇ ਪਤਾ ਇੱਥੇ ਆ ਤੇ ਆ ਥੋੜਾ ਬਰਾਬਰ ਜਿਹੇ ਲੱਗ ਰਹੇ ਨੇ ਨਾ ਥੋੜੇ ਜਿਹੇ, ਤਾਂ ਉਹ ਥੋੜੇ ਬਰਾਬਰ ਨਹੀਂ ਹੈਗੇ। ਇਹ ਗੱਲ ਨੂੰ ਸਮਝੋ, ਤੁਸੀਂ ਪੜਿਆ ਕਰੋ, ਉਹਨੂੰ ਸਿਰਫ ਡਾਇਗਰਾਮ ਦੇਖ ਕੇ ਨਾ ਚੱਲ ਪਿਆ ਕਰੋ। ਡਾਇਗਰਾਮ ਉਹ ਜੋ ਲਿਖਿਆ ਹੀ ਹੋਇਆ ਸਾਰਾ ਕੁਝ ਤਾਂ ਸਿੱਧੀ ਗੱਲ ਤਾਂ ਉਹ ਆ। ਹੁਣ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਇੱਥੇ ਪਤਾ ਕਰਨਾ ਆਪਾਂ, ਨੀਚੇ ਉੱਪਰ E ਗਿਵਨ ਹੈ। ਮੈਨੂੰ ਪਤਾ ਹੈ ਕਿ ਹੈਮੀਸਫੀਅਰ ਦੇ ਪਿੱਛੇ ਇਲੈਕਟ੍ਰਿਕ ਫੀਲਡ ਪਤਾ ਕਰਨ ਦਾ ਮੇਰੇ ਕੋਲ ਕੋਈ ਤਰੀਕਾ ਨਹੀਂ ਹੈਗਾ, ਕੋਈ ਫਾਰਮੂਲਾ ਨਹੀਂ ਹੈਗਾ, ਨਹੀਂ ਹੈਗਾ ਨਾ ਹੈਮੀਸਫੀਅਰ ਕਰਕੇ। No. ਆਪਾਂ ਕੀ ਕਰਾਂਗੇ, ਆਪਾਂ ਪੂਰੇ ਉਹਦੇ ਨਾਲ ਆਪਾਂ ਯੂਜ਼ ਕਰਾਂਗੇ, ਇਹ ਤਾਂ ਚਾਰਜ ਜੋ ਹੈਗਾ ਤੇ ਹੈਗਾ ਹੀ ਆ, ਆਪਾਂ ਇੱਕ ਇਹਦੇ ਉੱਪਰ ਇਸ ਤਰ੍ਹਾਂ ਦਾ ਰੈੱਡ ਕਲਰ ਦਾ ਹੈਮੀਸਫੀਅਰ ਪਾ ਲਾਂਗੇ, ਇਮੇਜਿਨ ਕਰ ਲਾਂਗੇ ਬਿਲਕੁਲ ਸੇਮ ਚਾਰਜ ਡੈਂਸਿਟੀ ਦਾ, ਤੇ ਇਸ ਪੂਰੇ ਸਫੀਅਰ ਕਰਕੇ B ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰ ਸਕਦੇ ਹੋ ਹੁਣ, ਹੈ ਕਿ ਨਹੀਂ? ਆ ਪੂਰਾ ਸਫੀਅਰ ਬਣ ਗਿਆ ਨਾ ਹੁਣ, ਇਸ ਪੂਰੇ ਸਫੀਅਰ ਦੇ ਕਰਕੇ B ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰ ਸਕਦੇ ਹੋ ਆਰਾਮ ਨਾਲ। ਆ ਹੁਣੀ ਕੀਤਾ ਆਪਾਂ ਸ਼ੈਲ ਥਿਊਰਮ, ਤੇ ਉਹ ਕੀ ਹੋਏਗਾ KQY, K ਟੋਟਲ ਚਾਰਜ ਇਨ ਦਾ, ਹੈ ਨਾ, ਟੋਟਲ ਚਾਰਜ ਕਿੰਨਾ ਹੋਏਗਾ ਰੋ ਦੀ ਫਾਰਮ ਚ, ਰੋ ਇਹ ਤਾਂ ਯੂਨੀਫਾਰਮ ਹੀ ਹੈ, आई है ना, रो KQ बटा R जी का क्या आएगा स्क्वायर। दसो गल क्लियर हुई? यस पर मैंने तो कल हेमिस्फीयर के नीचे क्या ना उन्होंने B पॉइंट दे, आ रेड वाला तो नहीं होना चाहिए, हमें रेड रख के कर लिया, माइनस जिन्ना रेड करके होएगा हुण, है ना। ते मैनू ये दसो जे आ ब्लैक वाले दे करके इस सेंटर तो 2r डिस्टेंस ते इथे E सीगा, तो रेड वाले करके ओदे तो 2r डिस्टेंस ही पिया ना इथे कि नहीं, होगी गल? समय लगी गल? ओ कोई हाँ नहीं है, रेड वाले केस नहीं पता लग गया रेड वाला? नो सर। देखना आ था, देखना इधर, पहले मैं इधर दिखाया कि आप ब्लैक वाला देख, ए तो गिवन है ना, हाँ जी सर। फिर रेड वाले करके भी इलेक्ट्रिक फील्ड इथे इतना ही होएगा ना, हाँ जी सर सेम है। तो ए ई है तो इथे भी ई होएगा। मैं कह रहा मैं पहला इस रेड वाला ऊपर अपने आप रखिया, रेड वाला है नहीं क्वेश्चन च, मैं रेड ना पूरा भर के उन्होंने बनाता स्फीयर, स्फीयर करके इस तो 2r डिस्टेंस ते B इलेक्ट्रिक फील्ड आ पता कर लिया। हाँ जी सर ये था। पर ਇਹਦੇ ਚ रेड वाले करके भी इंक्लूड हो गया ना E, जबकि मैं रेड वाले करके नहीं चाहिए। हाँ जी सर। ਤਾਂ ਮੈਂ ਰੈੱਡ ਵਾਲੇ ਦੇ ਕਰਕੇ B ਪੁਆਇੰਟ ਦੇ ਜਿੰਨਾ ਇਲੈਕਟ੍ਰਿਕ ਫੀਲਡ ਹੈ ਉਹਨੂੰ ਮਾਈਨਸ ਕਰਨਾ ਪੈਣਾ ਮੈਨੂੰ, ठीक है सर। ਠੀਕ ਹੈ ਨਾ ਗੱਲ? हाँ जी सर। ਸੋ ਉਹ E ਆਨਸਰ ਵਿੱਚ ਐਂ ਪਿਆ ਰਹੇਗਾ, E ਪਿਆ ਰਹੇਗਾ, ਬਸ ਆਨਸਰ ਇਹੀ ਆਏਗਾ। ਬਲਕਿ ਤੁਸੀਂ ਇਹਨੂੰ ਥੋੜਾ ਹੋਰ ਸੌਖਾ ਲਾ ਕਰ ਲਓ, K ਦੀ ਵੈਲਿਊ 1/4 ਪੈ ਨਾਲ ਕਰ ਲਓ, ਕੱਟਾ ਕੁੱਟਿਆ ਜਾਏਗਾ ਸਾਰਾ ਕੁਝ, ਰੋ ਨੂੰ ਰੋ ਹੀ ਰਹਿਣ ਦਿਓ, ਇੱਥੇ 4 ਪਾਈ r ਕਿਊਬ ਕਰ ਲਓ ਤੇ 3 ਇਹਦਾ ਨੀਚੇ ਲਿਆਓ, ਤੇ 2 ਦੂਣੀ 4 ਦਾ r ਸਕੁਅਰ ਲਿਆਓ ਤੇ ਮਾਈਨਸ E ਆ ਜਾਏਗਾ। ਇਹ ਚੋਂ ਕਰ ਲਓ, ਫਿਰ 4 ਪਾਈ ਨਾਲ 4 ਪਾਈ ਕੱਟ ਦੋ, ਇਹ ਆ ਜਾਊਗਾ ਰੋ, ਇਹ r ਵੀ ਸਕੁਅਰ ਕੱਟਿਆ ਜਾਏਗਾ, ਇਹ ਆ ਜਾਏਗਾ ਰੋ r ਬਟਾ 4 ਤੀ 12 ਐਪਸਿਲਨ ਨॉट ਮਾਈਨਸ E ਆਨਸਰ। ਦੱਸੋ ਗੱਲ ਕਲੀਅਰ ਹੋਈ? यस सर। ਬੜਾ ਇੰਟਰਸਟਿੰਗ ਕੁਐਸਚਨ ਸੀਗਾ ਨਾ ਵੈਸੇ, ਜਿਵੇਂ ਦੇਖੋ ਨਾ ਉਹਦੇ ਉੱਪਰ ਪਰ ਰੈੱਡ ਟੋਪੀ ਰੱਖ ਕੇ ਉਹਦੇ ਫੇਰ ਕਰਕੇ ਫਿਰ ਟੋਪੀ ਲਾਤੀ ਉਹਦੀ, ਮਤਲਬ ਮਾਈਨਸ E ਕਰਤਾ ਉਹਦੇ ਕਰਕੇ ਇਲੈਕਟ੍ਰਿਕ ਫੀਲਡ। ਤੇ ਆ ਜਿਹੜਾ ਰਾਈਟ ਸਾਈਡ ਤੇ ਮੈਂ ਬਣਾਇਆ ਦੇਖੋ ਵੀ ਇੱਥੇ ਇਲੈਕਟ੍ਰਿਕ ਫੀਲਡ ਜੇ E ਸੀਗਾ ਤਾਂ ਇੱਥੇ ਵੀ ਇਹਦੇ ਕਰਕੇ ਵੀ ਇੱਥੇ E ਹੀ ਹੋਣਾ ਚਾਹੀਦਾ ਮੈਗਨੀਟਿਊਡ ਵਾਈਜ਼। ਤੋਂ ਆਹ ਗੱਲ ਵੀ ਯੂਜ਼ ਹੋਈ, ਕਿੰਨੀ ਇੰਟਰਸਟਿੰਗ। ਕਲੀਅਰ ਹੈ ਬਈ? Yes, sir. ਹੁਣ ਆ ਪੂਰਾ ਦਾ ਪੂਰਾ ਪੇਪਰ ਤੁਹਾਡਾ ਜਿਹੜਾ ਆ ਇਹ ਐ ਹੋਣਾ ਚਾਹੀਦਾ ਆ ਤਿਆਰ। ਇੱਕ ਮਿੰਟ ਮੈਂ ਨਾ ਇੱਕ ਦੋ ਗੱਲਾਂ ਹੋਰ ਦੱਸ ਦਵਾਂ ਤੁਹਾਨੂੰ ਬਸ। ਇਹ ਗੱਲਾਂ ਨਾ ਬਹੁਤ ਚੰਗੀ ਤਰ੍ਹਾਂ ਸਮਝ ਲਿਓ। ਹੁਣ ਇਹ ਗੱਲ ਜਸ਼ਨਜੋਤ, ਜਸ਼ਨਜੋਤ हाँ जी सर। ਧਿਆਨ ਨਾਲ ਸਮਝੋ ਹੁਣ ਮੇਰੀ ਗੱਲ ਨੂੰ, ठीक है सर। ਠੀਕ ਹੈ? ਮੈਂ ਇਹ ਕਹਿ ਰਿਹਾ ਕਿ ਜੇ ਤੁਹਾਡਾ ਰੋ ਹੋਵੇ ਕਾਂਸਟੈਂਟ, ਮਤਲਬ ਇਹ r ਤੇ ਡਿਪੈਂਡ ਨਾ ਕਰਦਾ ਹੋਵੇ, ਤੇ ਜੇ ਤੁਹਾਡਾ ਕੋਈ ਵੀ ਇੱਕ ਸਫੀਅਰ ਹੋਵੇ, ਸੋਲਿਡ ਸਫੀਅਰ ਆਫ ਚਾਰਜ,
ठीक है जी। ਇਹਦੇ ਅੰਦਰ ਸਾਰੇ ਪਾਸੇ ਚਾਰਜ ਹੋਵੇ, ਬਹੁਤੇ ਚਾਰਜ ਮੈਂ ਨਹੀਂ ਬਣਾਉਂਦਾ, ਤੁਸੀਂ ਸਮਝ ਲਿਆ ਕਰੋ ਹੁਣ, ਐਵੇਂ ਚ ਟਾਈਮ ਵੀ ਖਰਾਬ ਹੁੰਦਾ। ਚਲੋ ਬਣ ਗਿਆ। ਇਹਦੇ ਸੈਂਟਰ ਤੋਂ ਜੇ ਮੈਂ ਕਹਾਂ r/2 डिस्टेंस तक ਇਹਦੇ ਅੰਦਰ ਅੰਦਰ ਕਿੰਨਾ ਚਾਰਜ ਹੈ, ਤਾਂ ਜਾਂ ਫਿਰ ਇਹਦੇ ਸੈਂਟਰ ਤੋਂ 3r/4 डिस्टेंस तक ਜੇ ਮੈਂ ਕਹਾਂ ਇਹਦੇ ਅੰਦਰ ਅੰਦਰ ਕਿੰਨਾ ਚਾਰਜ ਹੈ, ਹਰੇ ਵਾਲੇ ਦੇ ਅੰਦਰ ਪੂਰਾ ਪੂਰਾ, ਮਤਲਬ ਇਸ ਤਰ੍ਹਾਂ, ਠੀਕ ਹੈ। ਪਹਿਲਾਂ ਮੈਂ ਰੈੱਡ ਵਾਲੇ ਦੇ ਅੰਦਰ ਚਾਰਜ ਪੁੱਛ ਰਿਹਾ, ਫਿਰ ਮੈਂ ਹਰੇ ਵਾਲੇ ਦੇ ਅੰਦਰ ਪੁੱਛ ਰਿਹਾ, ਫਿਰ ਮੈਂ ਟੋਟਲ ਚਾਰਜ ਪੁੱਛ ਸਕਦਾ ਹਾਂ ਵੀ ਟੋਟਲ ਚਾਰਜ ਦੱਸੋ ਕਿੰਨਾ ਹੈ, ਟੋਟਲ ਚਾਰਜ। ਤਾਂ ਤੁਸੀਂ ਕੀ ਕਰੋਗੇ, ਜੇ ਮੈਨੂੰ ਰੈੱਡ ਵਾਲੇ ਸਫੀਅਰ ਦੇ ਅੰਦਰ ਚਾਰਜ ਕਿਉਂ ਇਨਸਾਈਡ ਪਤਾ ਕਰਨਾ ਹੋਵੇ, ਸਿੰਪਲ ਜੀ ਗੱਲ ਆ, ਡੈਂਸਿਟੀ ਕਾਂਸਟੈਂਟ ਆ, ਡੈਂਸਿਟੀ ਇਨਟੂ ਵੋਲਿਊਮ ਕਰ ਦਿੱਤਾ ਜਾਊਗਾ, 4/3 ਪਾਈ r/2 ਦਾ ਸਕੁਅਰ ਆਨਸਰ। ਕਲੀਅਰ ਹੈ ਗੱਲ, ਸਮਝ ਲੱਗ ਗਈ ਗੱਲ? Yes, sir. ਡੈਂਸਿਟੀ ਵੋਲਿਊਮ ਕਰਦਾ। ਤੇ ਜੇ ਤੁਸੀਂ ਹਰੇ ਵਾਲੇ ਸਫੀਅਰ ਦੇ ਅੰਦਰ ਪਤਾ ਕਰਨਾ ਤਾਂ ਰੋ ਕਾਂਸਟੈਂਟ ਹੈ 4/3 ਪਾਈ 3r/4 ਦਾ ਸਕੁਅਰ। ਕਲੀਅਰ ਹੈ? ਤੇ ਜੇ ਟੋਟਲ ਚਾਰਜ ਪਤਾ ਕਰਨਾ ਹੋਵੇ, Q ਇਨਸਾਈਡ ਟੋਟਲ ਜਾਂ Q ਟੋਟਲ ਕਹਿ ਰਹੇ ਹੋ ਇੱਥੇ, ਤਾਂ ਰੋ ਇੰਟੂ 4/3 ਪਾਈ r³। ਇਹ ਬਹੁਤ ਸਿੰਪਲ ਮਾਮਲਾ ਹੋ ਗਿਆ ਨਾ, ਕਿ ਸਿਰਫ ਵੋਲਿਊਮਸ ਨੂੰ ਡੈਂਸਿਟੀ ਨਾਲ ਗੁਣਾ ਕਰ ਕਰਕੇ ਟੋਟਲ ਆਈ ਜਾ ਰਿਹਾ ਸਰਫੇਸ ਚਾਰਜ ਡੈਂਸਿਟੀ ਨਾਲ। ਕਲੀਅਰ ਹੈ ਗੱਲ? ਯੈਸ ਸਰ। ਹੁਣ ਜੇ ਰੋ ਤੁਹਾਡਾ ਡਿਪੈਂਡ ਕਰਦਾ r ਤੇ, ਜੇ ਰੋ ਡਿਪੈਂਡ ਕਰਦਾ ਹੈ ਔਨ r ਵੇਅਰ r ਇਜ਼ ਦਾ ਡਿਸਟੈਂਸ ਫਰਮ ਸੈਂਟਰ, ਫਿਰ ਇਹ ਮਾਮਲਾ ਸਿੱਧਾ ਨਹੀਂ ਹੁੰਦਾ, ਹੈ ਨਾ, ਕਿਉਂਕਿ ਫਿਰ ਰੋ ਡਿਪੈਂਡ ਕਰਦਾ। ਫਿਰ ਤੁਸੀਂ ਕੀ ਕਰੋਗੇ, ਫਿਰ ਪਹਿਲੇ ਭਾਵੇਂ ਕਿਸੇ ਵੀ ਕੇਸ 'ਚ ਇੱਕ ਐਲੀਮੈਂਟਰੀ ਸ਼ੈਲ ਡਿਸਕਸ ਕਰੋਗੇ, ਜਿਹਦਾ ਕਿ ਇਨਰ ਰੇਡੀਅਸ ਹੋਈ, ਤੁਸੀਂ r ਲੈ ਲਓਗੇ ਕਿ r ਤੇ ਡਿਪੈਂਡ ਕਰ ਰਿਹਾ ਨਾ, ਤੇ r ਲੈ ਲਓਗੇ r, ਤੇ ਇਹਦੀ ਜਿਹੜੀ ਵਿਡਥ ਹੋਏਗੀ, ਜਾਂ ਇਹਨੂੰ ਕੀ ਕਹਿ ਲਈ ਆਪਾਂ, ਜਾਂ ਆਊਟਰ ਰੇਡੀਅਸ ਕਹਿ ਲਓ, r + dr ਹੋਏਗਾ। ਤਾਂ ਜਿਹੜੀ ਉਹ ਪਤਲੀ ਜੀ ਰਿੰਗ ਜੀ ਬਣੇਗੀ, ਪਤਲੀ ਜੀ ਸੌਰੀ ਰਿੰਗ ਨਹੀਂ, ਪਤਲਾ ਜਿਹਾ ਸ਼ੈਲ ਬਣੇਗਾ, ਉਸ ਤੇ ਵੀ ਸਮਾਲ ਚਾਰਜ ਪਹਿਲਾਂ ਪਤਾ ਕਰੋਗੇ dq, ਤੇ dq ਕਿੰਨਾ ਆਏਗਾ 4 ਡੈਂਸਿਟੀ, ਜਿਹੜੀ ਵੀ ਡੈਂਸਿਟੀ ਦੀ ਡਿਪੈਂਡੈਂਸ ਹੈ ਨਾ, ਤਾਂ ਡੈਂਸਿਟੀ ਡਿਪੈਂਡੈਂਸ ਮੈਂ ਰੋ ਆਫ r ਲਿਖ ਦਿੰਦਾ ਮੈਂ, ਇਹਦਾ ਮਤਲਬ ਫੰਕਸ਼ਨ ਆ। ਹੁਣ ਪਤਾ ਨਹੀਂ ਇਹਦੀ ਡਿਪੈਂਡੈਂਸ ਕੀ ਹੋਵੇ, ਇਹ cr² ਹੋ ਸਕਦੀ ਹੈ, cr³ ਹੋ ਸਕਦੀ ਹੈ, ਹੁਣ ਪਤਾ ਨਹੀਂ ਡੈਂਸਿਟੀ r ਤੇ ਡਿਪੈਂਡ ਕਿਵੇਂ ਕਰ ਰਹੀ ਹੈ, ਕਿਵੇਂ ਵੀ ਕਰ ਰਹੀ ਹੋਵੇ। ਇਹਦੇ ਨਾਲ ਮਲਟੀਪਲਾਈ ਕਰਾਂਗੇ 4 ਪਾਈ r² dr ਨੂੰ। ਆ ਗੱਲ ਪਤਾ ਲੱਗ ਰਹੀ ਹੁਣ ਜਸਜੋਤ? ਠੀਕ ਹੈ। ਫਿਰ ਜੇ ਇਸੇ ਤਰ੍ਹਾਂ ਦਾ ਕੇਸ ਹੋਵੇ ਬਈ ਜਦੋਂ ਕਿੱਥੇ ਗਾਇਬ ਹੋ ਗਿਆ, ਫਿਰ ਇਸ ਤਰ੍ਹਾਂ ਗੱਲ ਕਰਦੇ ਕਰਦੇ ਅਚਾਨਕ ਹੀ ਫਿਰ ਗੱਲ ਹੁੰਦੀ ਹੈ, ਗੱਲ ਨਹੀਂ ਹੁੰਦੀ ਕਈ ਵਾਰੀ। ਜਸਨਜੋਤ ਹੈਗਾ ਤਾਂ ਹੈ? ਸਰ ਬੋਲਿਆ ਵੀ ਸਰ ਪਿੱਛੇ, ਹੁਣ ਤਾਂ ਬੋਲਿਆ ਸੀ ਸਰ ਪਿੱਛੇ। ਅੱਛਾ, ਉਹ ਮੈਨੂੰ ਆਵਾਜ਼ ਨਹੀਂ ਆਈ ਤੇਰੀ। ਚਲੋ ਕੋਈ ਨਹੀਂ, ਹੁਣ ਇੱਧਰ ਦੇਖ ਨਾਲ ਨਾਲ। ਫਿਰ ਜੇ Q ਇਨਸਾਈਡ ਪਤਾ ਕਰਨਾ ਹੋਵੇ, ਇਸ ਕੇਸ 'ਚ ਕੀ ਕਰਨਾ ਹੋਊਗਾ, ਇਸ ਕੇਸ 'ਚ ਇੰਟੀਗ੍ਰੇਟ ਕਰਨਾ ਪਊਗਾ ਨਾ ਇਹਨੂੰ, dq ਨੂੰ। ਹਾਂਜੀ ਸਰ। ਤਾਂ ਇਹਨੂੰ ਆਪਾਂ ਨੂੰ ਐ ਲਿਖ ਕੇ ਇਹਦਾ ਫਾਰਮੂਲਾ ਪੁੱਟ ਕਰਕੇ, ਜਿਹੜਾ ਵੀ ਫਾਰਮੂਲਾ ਹੋਵੇ, 0 ਤੋਂ ਲੈ ਕੇ ਕਿੱਥੇ ਤੱਕ ਇੰਟੀਗ੍ਰੇਟ ਕਰਨਾ ਪੈਣਾ, r/2 ਤੱਕ। ਠੀਕ ਹੈ ਗੱਲ? ਤੇ ਇੱਥੇ 0 ਤੋਂ ਲੈ ਕੇ 3r/4 ਤੱਕ, ਆ ਸਾਰਾ ਸੇਮ ਹੀ ਰਹੇਗਾ। ਤਾਂ ਇਹਦਾ ਜਸਟ ਐਲੀਮੈਂਟ ਆਫ ਇੰਟੀਗ੍ਰੇਸ਼ਨ ਨਾਲ ਆਪਾਂ ਬਣਾਇਆ। ਤੇ Q ਟੋਟਲ ਕਿਵੇਂ ਆਏਗਾ ਇੱਥੇ, ਦੇਖੋ ਵੀ ਗੱਲ ਕਲੀਅਰ ਹੋ ਗਈ ਸਭ ਨੂੰ, ਦੋਨਾਂ ਗੱਲਾਂ 'ਚ ਫਰਕ ਕੀ ਹੈ? ਯੈਸ ਸਰ। ਇਹਨੂੰ ਚੰਗੀ ਤਰ੍ਹਾਂ ਇਹਦਾ ਸਕਰੀਨਸ਼ਾਟ ਲੈ ਲਓ। ਤੇ ਮੈਡੀਕਲ ਵਾਲੇ ਬੱਚੇ ਖਾਸ ਕਰਕੇ ਇਹਨਾਂ ਗੱਲਾਂ 'ਚ ਤੁਸੀਂ ਕਈ ਵਾਰ ਫਸ ਜਾਂਦੇ ਹੋ, ਨਾਨ ਮੈਡੀਕਲ ਨੂੰ ਮੈਥ ਵਿੱਚ ਵੀ ਇਹ ਸਭ ਕੁਝ ਕਰਨ ਦਾ ਬਥੇਰਾ ਮੌਕਾ ਮਿਲਣਾ ਹੈ ਤੁਹਾਨੂੰ। ਮੈਂ ਤੁਹਾਡੇ ਲਈ ਲਿਖਾ ਰਿਹਾ ਸਭ, ਇਹਨੂੰ ਆਪਣੀ ਕਾਪੀਆਂ ਤੇ ਬਿਲਕੁਲ ਐ ਸਵਾਰ ਕੇ ਲਿਖੋ ਨੋਟਸ ਵਿੱਚ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਐਂ ਕਰਨਾ ਹੁੰਦਾ ਆ। ਕੁਝ ਸਵਾਲ ਵੀ ਇਦਾਂ ਦੇ ਕਰਵਾਉਂਗਾ। ਸੋ ਇੱਕ ਤਾਂ ਆ ਹੋ ਗਿਆ ਤੁਹਾਡਾ ਅੱਜ ਆ ਪ੍ਰੈਕਟਿਸ ਸ਼ੀਟ ਦੇ ਬਹਾਨੇ, ਆਪਣੇ ਕੋਲ ਸੌਰੀ ਟੈਸਟ ਦੇ ਬਹਾਨੇ ਆ ਸਾਰੀਆਂ ਗੱਲਾਂ ਹੋ ਗਈਆਂ। Excuse sir. ਹਾਂਜੀ ਹਾਂਜੀ ਬੋਲੋ। ਬੋਲੋ ਵੀ ਕੌਣ ਐਕਸਕਿਊਜ਼ ਮੀ ਕਰਕੇ ਰਹਿ ਗਿਆ?
ਆ ਜਾਓ ਵੀ ਇੱਧਰ ਹੁਣ। ਇਹ ਤਾਂ ਹੋ ਗਏ ਸੀ ਬਈ, ਬਹੁਤ ਬੇਸਿਕਸ ਗੱਲਾਂ ਨੇ ਤਾਂ ਹੈ। ਸਰ ਉਹ ਜਿਹੜਾ ਟੈਸਟ ਹੋਇਆ ਸੀ ਸਬਜੈਕਟਿਵ, ਸਰ ਉਹ ਚੈੱਕਡ ਮਿਲ ਸਕਦਾ ਹੈ? ਕੀ ਮਿਲ ਸਕਦਾ? ਮਤਲਬ ਉਹ ਟੈਸਟ ਚੈੱਕਡ? ਚੈੱਕਡ ਮੈਂ ਤਾਂ ਉੱਥੇ ਦੇਤਾ ਸੀਗਾ ਅਲਮਾ ਮੈਮ ਨੂੰ, ਹੁਣ ਆਫਿਸ ਬੰਦ ਪਿਆ ਵਾ ਤੁਹਾਨੂੰ ਪਤਾ ਹੀ ਆ। ਮੈਮ ਕਹਿੰਦੇ ਵੀ ਵਰੁਣ ਸਰ ਕੋਲ ਨਹੀਂ। ਉਹ ਟੈਸਟ ਸ਼ਾਇਦ, ਹਾਂ ਮੈਂ ਉਹਨਾਂ ਨੂੰ ਉਹ ਦਿੱਤੇ, ਰੀਟੈਸਟ ਦਿੱਤੇ ਨੇ ਸ਼ਾਇਦ, ਮੈਂ ਦੇਖ ਲੂੰਗਾ, ਕੋਈ ਮੇਰੇ ਕੋਲ ਪਈ ਆ ਫਿਰ ਸ਼ਾਇਦ, ਮੈਂ ਦੇਖ ਲੂੰਗਾ, ਕੋਈ ਨਹੀਂ, ਠੀਕ ਹੈ। ਹਾਂਜੀ ਤੁਹਾਨੂੰ ਸਰ। ਪਤਾ ਕਿ ਮੈਂ ਦੇਖੋ ਇੰਨੇ 40-50 ਟੈਸਟ ਹੈਗੇ ਜਿਹੜੇ, ਇਹ ਸਾਰਿਆਂ ਦੀ ਮੈਂ ਪੀਡੀਐਫs ਬਣਾ ਕੇ ਭੇਜਣ ਲਾਇਕ ਤਾਂ ਹੋਊਗਾ ਨਹੀਂ। ਜੇ ਤੁਹਾਨੂੰ ਕੋਈ ਗਲਤੀਆਂ ਆਪਣੀ ਪਤਾ ਲੱਗੀਆਂ ਨੇ ਤਾਂ ਹੁਣ ਮੈਂ ਡਿਸਕਸ ਕੀਤਾ ਹੀ ਤੁਹਾਡੇ ਨਾਲ, ਤੁਹਾਨੂੰ ਪਤਾ ਲੱਗ ਗਿਆ ਕਿ ਨਹੀਂ ਦੱਸੋ? ਹਾਂਜੀ ਸਰ, ਇਹ ਤਾਂ ਲੱਗ ਗਿਆ ਸਰ। ਇੱਕ ਵਾਰੀ ਜੇ ਆਨਸਰ ਮਿਲ ਜਾਂਦੇ ਮਤਲਬ ਹਰੇਕ ਕੁਐਸਚਨ ਦੇ ਆਨਸਰ ਮੈਂ ਹੁਣ ਕਰਾਈ ਦਿੱਤੇ ਤੁਹਾਨੂੰ ਇੱਕ ਤਰ੍ਹਾਂ। ਸਰ ਜਿਹੜੇ ਮਤਲਬ ਆਨਸਰ, ਫਿਰ ਵੀ ਕੱਲੀ ਆਨਸਰ, ਸੋਲੂਸ਼ਨ ਨਹੀਂ ਕਹਿ ਰਹੀ। ਹੁਣ ਦੇਖੋ ਨਾ, ਮਤਲਬ ਜੋ ਮੈਂ ਹੁਣ ਕਰਵਾਇਆ ਉਹਨੂੰ ਕਰੋ ਫਿਲਹਾਲ ਤੁਸੀਂ, ਤੇ ਫਿਲਹਾਲ ਤੁਹਾਨੂੰ ਵੀ ਪਤਾ 10 ਮਈ ਤੋਂ ਪੇਪਰ ਹੈ ਕਿ ਮੈਂ ਇੱਥੇ ਜ਼ੋਰ ਲਗਾ ਰਿਹਾ। ਹੁਣ ਮੈਂ ਬੈਠਾ ਉਹ ਬਣਾਉਣ ਲੱਗ ਗਿਆ ਪੀਡੀਐਫ ਸਾਰਿਆਂ ਦੀ, ਅਲੱਗ-ਅਲੱਗ ਭੇਜਣ ਲੱਗ ਗਿਆ, ਮੇਰਾ 1.5 ਘੰਟਾ ਲੱਗ ਜਾਣਾ ਉਹ 'ਚ ਸਾਰਿਆਂ ਦੇ ਪੇਜ ਪਲਟ ਕੇ ਫਿਰ ਪੀਡੀਐਫ ਬਣਾਉਣਾ, ਫਿਰ ਉਹ ਪੀਡੀਐਫ ਨੂੰ ਨੇਮ ਕਰਨਾ, ਨੇਮ ਕਰਕੇ ਫਿਰ ਤੁਹਾਨੂੰ ਸੈਂਡ ਕਰਨਾ, ਤੇ ਇਹ ਇੱਕ ਤਰ੍ਹਾਂ ਦੀ ਫਾਲਤੂ ਦੀ ਕਿਰਤ ਮੇਰੇ ਤੇ ਪੈ ਜਾਣੀ ਆ। ਉਹਦੀ ਬਜਾਏ ਆਪਾਂ ਕੋਈ ਕੰਮ ਕਰੀਏ, ਸਿੱਖੀਏ, ਠੀਕ ਹੈ। ਫਿਰ ਤੁਹਾਨੂੰ ਕੋਈ ਕੁਐਸਚਨ 'ਚ ਕਿਸੇ ਨੂੰ ਡਾਊਟ ਲੱਗਦਾ ਤੁਸੀਂ ਮੈਨੂੰ ਭੇਜ ਦਿਓ, ਤੇ ਉਸ ਕੁਐਸਚਨ ਦੇ ਜਿਹੜਾ ਡਾਊਟ ਤੁਹਾਨੂੰ ਹੋਊਗਾ ਉਹ ਮੈਂ ਤੁਹਾਨੂੰ ਦੱਸ ਦੇਣਾ ਵੀ ਕੀ ਤੁਹਾਡੀ ਗਲਤੀ ਹੋਈ ਹੋਊਗੀ ਜਾਂ ਕੀ ਤੁਹਾਡੀ ਗੱਲ ਸਹੀ ਨਹੀਂ ਹੋਈ, ਬਸ ਆਹੀ ਗੱਲ, ਹੋਰ ਸਦੀ ਹੋਰ ਕੀ ਕਰੀਏ ਦੱਸੋ, ਠੀਕ ਹੈ ਨਾ। ਹਾਂਜੀ ਹੁਣ ਇਹ 'ਚ ਦੱਸੋ ਮੈਨੂੰ, ਇਹ 'ਚ ਕੋਈ ਡਾਊਟ ਤਾਂ ਨਹੀਂ ਹੈ? ਪਹਿਲੀ ਪ੍ਰੈਕਟਿਸ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇਹ 'ਚ ਕਾਫੀ ਕੁਝ ਤਾਂ ਇੰਨੇ ਦਿਨ ਤੋਂ ਆਪਾਂ ਕਰ ਰਹੇ, ਡਿਸਕਸ ਹੀ ਹੋ ਗਿਆ ਹੋਣਾ, ਇਹ ਸਭ ਤਾਂ ਆਉਂਦਾ ਕਿ ਨਹੀਂ? ਯੈਸ ਕਰ ਲਿਆ ਸਭ ਨੇ? Yes. ਦੂਜੀ ਕੱਢਣਾ ਸਿੱਧਾ ਹੀ? ਸਰ ਨਹੀਂ, ਇਹ ਤਾਂ 19th ਕੁਐਸਚਨ। ਆ ਲੋ 19 ਸਾਹਮਣੇ ਹੀ ਆ। ਫਾਈਂਡ ਨੈਟ ਇਲੈਕਟ੍ਰਿਕ ਫੀਲਡ ਐਟ ਪੀ। ਨੈਟ ਐਟ ਪੀ, ਹੁਣ ਇੱਥੇ ਤਾਂ ਦੇਖੋ ਅਲਫਾ ਤੇ ਬੀਟਾ ਕੀ, ਪਹਿਲਾਂ ਸਿੰਪਲ ਜੀ ਗੱਲ ਆ, ਪੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੇ ਦੋ ਕੰਪੋਨੈਂਟ ਹੋਣਗੇ ਨਾ, ਹੈ ਨਾ? ਯੈਸ ਸਰ। ਇੱਕ ਤਾਂ ਹੋਏਗਾ ਇਲੈਕਟ੍ਰਿਕ ਫੀਲਡ ਇਸ ਤਰ੍ਹਾਂ ਦਾ ਹੌਰੀਜ਼ੌਂਟਲ ਕੰਪੋਨੈਂਟ, ਐ ਕਹਿ ਦਈਏ ਆਪਾਂ। ਵਰਟੀਕਲ ਕੰਪੋਨੈਂਟ ਇਹਦਾ ਨੀਚੇ ਨੂੰ ਹੋਏਗਾ। हॉरिजॉन्टल कंपोनेंट की वैल्यू कितनी होएगी दसो भाई? k लैम्डा बाय r, है ना, साइन ऑफ अल्फा प्लस साइन ऑफ बीटा। Yes. आ वर्टिकल कंपोनेंट कितना होएगा? ये होगा k लैम्डा बाय r cos ऑफ बीटा माइनस cos ऑफ अल्फा। वैल्यूज पुट करनी है ने बाद पर नेट इलेक्ट्रिक फील्ड पूछा उन्होंने, तो नेट इलेक्ट्रिक फील्ड फाइंड नेट इलेक्ट्रिक फील्ड कितना आएगा? फिर इन्हां दा आपां की करांगे, आ कटांगे। फिर आ वाले इलेक्ट्रिक फील्ड का नाम तुसी E1 रख दो, ਇਹਦਾ ਨਾਮ ਤੁਸੀਂ E2 ਰੱਖ ਦੋ, ਤੇ ਫਿਰ ਆ ਆਪਣਾ ਨੈਟ ਇਲੈਕਟ੍ਰਿਕ ਫੀਲਡ ਕੀ ਆਏਗਾ? E1 ਦਾ ਸਕੁਅਰ ਪਲੱਸ E2 ਦਾ ਸਕੁਅਰ ਅੰਡਰ ਦਾ ਰੂਟ, ਆ ਆਏਗਾ ਆਨਸਰ। ਕਿਉਂਕਿ ਇਹ ਕਰਕੇ ਆਪਣੇ ਕੋਲ ਦੋ ਕੰਪੋਨੈਂਟ ਆਉਂਦੇ ਨੇ ਨਾ, ਇਹਨਾਂ ਦੋਨਾਂ ਦਾ ਫਿਰ ਆਪਾਂ ਰਿਜ਼ਲਟੈਂਟ ਕਰਨਾ ਪੈਣਾ ਫਿਰ ਆਪਾਂ ਨੂੰ। ਸਰ ਨਹੀਂ ਸਰ, ਇਹ ਚ sin ਅਲਫਾ ਤੇ cos ਬੀਟਾ ਦੀ ਵੈਲਿਊ ਕਿਵੇਂ ਕੱਢਾਂਗੇ? ਇਹ 53 ਤੇ 37 ਡਿਗਰੀ ਦੀ ਵੈਲਿਊ ਪਤਾ ਕਿ ਨਹੀਂ? ਪਤਾ ਨਹੀਂ ਸਰ ਨਹੀਂ, ਉਹ ਤਾਂ ਸਰ ਰੇਡੀਅਸ ਤੇ ਇਹਨਾਂ ਨੇ 1 ਦਿੱਤਾ ਸਰ, ਉਹਦੇ ਵਿੱਚ ਤਾਂ ਪਾਈਥਾਗੋਰਸ ਨਾਲ 3 ਨਾ 4 ਤੇ ਇੱਥੋਂ ਨਹੀਂ ਕੱਢਾਂਗੇ, ਇੱਥੋਂ ਨਹੀਂ ਕੱਢਾਂਗੇ ਵੈਲਿਊ। ਜਿਵੇਂ 30 ਡਿਗਰੀ ਦਾ ਤੈਨੂੰ ਪਤਾ ਨਾ ਕਿੰਨੀ ਹੁੰਦੀ ਹੈ? ਆ ਦੇਖ, ਆ ਆਪਣੀ ਇੱਕ ਟ੍ਰਾਇੰਗਲ ਬਣਾ ਲਾ, ਇਹਨੂੰ ਰਫ ਚ ਦਿਮਾਗ 'ਚ ਯਾਦ ਰੱਖੀ ਬਸ, ਠੀਕ ਹੈ। ਜਦੋਂ ਆਪਾਂ ਇਸ ਤਰ੍ਹਾਂ ਦੇ ਟ੍ਰਾਇੰਗਲ ਬਣਾ ਲਈਏ, ਇਹ ਹੋਵੇ 3, ਇਹ ਹੋਵੇ 4 ਤੇ ਇਹ ਹੋਵੇ 5, ਤਾਂ ਆਹ ਵਾਲਾ ਜਿਹੜਾ ਐਂਗਲ ਬਣਦਾ ਹੈ ਨਾ, ਹੁਣ ਦੇਖ ਲੈ, ਆ 3 ਹੈ ਨਾ ਪਰਪੈਂਡੀਕੂਲਰ, ਆ 37 ਡਿਗਰੀ ਬਣਦਾ ਹੈ ਹਮੇਸ਼ਾ, ਆ ਯਾਦ ਰੱਖੀ, ਠੀਕ ਹੈ। ਯੈਸ ਸਰ, ਇਹ ਤਾਂ ਪਤਾ ਸੀ ਸਰ, ਪਰ ਇਹਦੇ ਵਿੱਚ ਨਾ ਸਰ ਨੀਚੇ ਵਾਲੀ ਸਾਈਡ ਤੇ ਸਰ 1 ਦਿੱਤੀ ਆ। ਉਹਦਾ ਆਪਾਂ ਥੋੜੀ ਕੁਝ ਕਰਨਾ, ਇਹ ਨੀਚੇ ਵਾਲੀ ਸਾਈਡ ਤੋਂ ਨਹੀਂ ਕੁਝ ਕਰਨਾ। ਹੁਣ ਆਹੀ ਟ੍ਰਾਇੰਗਲ ਆ, ਇਸ ਨੂੰ ਆਪਾਂ 1 ਕਿਉਂ ਨਹੀਂ ਹੋ ਸਕਦੀ ਨੀਚੇ ਵਾਲੀ ਸਾਈਡ? ਆ ਦੇ, ਜੇ ਨੀਚੇ ਵਾਲੀ ਸਾਈਡ 1 ਲੈ ਲਵਾਂ, ਆ ਦੇ ਇਹਦੇ ਵਿੱਚ ਹੀ ਬਣ ਸਕਦੀ। ਉਹ ਤਾਂ ਇਹਦੇ ਨਾਲ ਰੇਸ਼ੋ ਤੇ ਥੋੜਾ ਫਰਕ ਪੈਂਦਾ, ਟ੍ਰਿਗਨੋਮੈਟ੍ਰਿਕ ਰੇਸ਼ੋ ਨੂੰ ਸਮਝੋ ਕੀ ਹੁੰਦੇ ਨੇ ਚੀਜ਼, ਆ ਨਹੀਂ ਹੁੰਦਾ 3 4 5 ਹੀ ਰਹੂਗਾ। ਜੇ ਇਹਨੂੰ 4 ਨੂੰ ਤੂੰ 1 ਲੈ ਲਾ, ਹਨਾ, ਤਾਂ 3 ਨੇ ਆਟੋਮੈਟਿਕਲੀ ਇੱਥੇ 3/4 ਬਣ ਜਾਣਾ, ਤੇ ਇੱਥੇ ਇਹਨੇ ਜਿਹੜਾ 5 ਨੇ ਵੀ ਆਟੋਮੈਟਿਕਲੀ ਉਸ ਅਕੋਰਡਿੰਗ ਐਡਜਸਟ ਹੋ ਜਾਣਾ। ਪਰ 37 ਡਿਗਰੀ ਤਾਂ 37 ਡਿਗਰੀ ਰਹੂਗਾ ਨਾ, ਇਹ ਰੇਸ਼ੋ ਤਾਂ ਸੇਮ ਰਹੂਗਾ। ਠੀਕ ਹੈ ਸਰ, ਹਾਂ ਸਰ ਲੱਗ ਗਿਆ ਪਤਾ। ਇਹ ਟੀ ਰੇਸ਼ੋ ਹੁੰਦੇ ਨੇ, ਇਹ ਕੋਈ ਫਿਕਸ ਵੈਲਿਊਜ਼ ਨਹੀਂ ਹੁੰਦੀਆਂ। 4 ਦਾ ਤੂੰ 8 ਕਰ ਦੇ, ਦੇਖ 4 ਦਾ 8 ਕਰ ਦੇ, ਦੁੱਗਣਾ ਕਰ ਦੇ, ਤੇ 3 ਦਾ ਫਿਰ ਆਟੋਮੈਟਿਕਲੀ ਉੱਪਰ 6 ਹੋ ਜਾਣਾ ਵਾ,
ਤੇ 5 ਦਾ ਆਟੋਮੈਟਿਕਲੀ ਕਿੰਨਾ ਹੋ ਜਾਣਾ 10 ਹੋ ਜਾਣਾ ਵਾ sin 37 ਡਿਗਰੀ ਦਾ ਉਹੀ ਰਹੂਗਾ ਨਾ ਹਾਂਜੀ ਸਰ ਠੀਕ ਇਹਦੇ ਚ ਥੋੜੀ R1 ਦੇਖਣ ਲੱਗ ਜਾਣਾ ਆਪਾਂ ਉਹ ਤਾਂ ਜਿੰਨਾ ਮਰਜ਼ੀ ਵੱਡਾ ਛੋਟਾ ਟ੍ਰਾਇੰਗਲ ਕਰ ਸਕਦੇ ਆ ਟੀ ਰੇਸ਼ੋਸ ਬਰਾਬਰ ਹੀ ਰਹਿੰਦੇ ਨੇ ਹਮੇਸ਼ਾ ਠੀਕ ਹੈ ਗੱਲ ਹੁਣ ਹਾਂਜੀ ਸਰ ਹਾਂ ਇਹਨੂੰ ਯਾਦ ਰੱਖੀ ਹੁਣ ਇਹ ਬੜੀ ਉਹ ਗੱਲ ਹੈ ਕਈ ਵਾਰ ਦਿਮਾਗ 'ਚ ਭੁਲੇਖਾ ਇਦਾਂ ਦਾ ਪੈਂਦਾ ਬੱਚਿਆਂ ਨੂੰ ਟੀ ਰੇਸ਼ੋਸ ਦੇ ਬਾਰੇ ਪਰ ਹੁਣ ਨਹੀਂ ਪੈਣਾ ਚਾਹੀਦਾ ਅੱਗੇ ਤੋਂ ਠੀਕ ਹੈ ਹਾਂਜੀ ਸਰ ਹਾਂਜੀ। ਕੁਐਸਚਨ 24 21 ਦੇਖ ਲਓ ਪਹਿਲਾਂ net electric field at P due to uniformly charged infinite wire bent at 90 degree as shown ਆ 90 ਡਿਗਰੀ ਤੇ ਇਹਨੂੰ ਬੈਂਡ ਕੀਤਾ ਹੋਇਆ ਆਪਾਂ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਪਹਿਲਾਂ ਥੋੜਾ ਜਿਹਾ ਡਾਇਗਰਾਮ ਵੱਡਾ ਜਿਹਾ ਬਣਾਈਏ ਉਹਦੇ ਵਿੱਚ ਹੀ ਡਾਇਗਰਾਮ 'ਚ ਸਮਝਾ ਦਿੰਦਾ ਮੈਂ ਬਸ ਇਹ ਸਾਰੀਆਂ ਸੋਲਵ ਕਰਕੇ ਹੁਣ ਰੱਖ ਲਿਓ ਹੁਣ ਤੁਹਾਡੇ ਕੋਲ ਆ ਸਭ ਦੇ ਸੋਲੂਸ਼ਨ ਮੈਂ ਅੱਜ ਵੈਸੇ ਪ੍ਰੈਕਟਿਸ ਸ਼ੀਟ ਦੇ ਸੋਲੂਸ਼ਨ ਤੁਹਾਨੂੰ ਤਿੰਨੋਂ ਦੇ ਭੇਜੇ ਹੋਏ ਕਿ ਨਹੀਂ ਬੰਦ ਨਹੀਂ ਭੇਜੀ ਸਰ ਵਾਸਤੇ ਨਹੀਂ ਹੈਗੇ ਬੰਦ ਨਹੀਂ ਹੈਗੇ ਚਲੋ ਵਨ ਆਪੇ ਆਪ ਕਰ ਲਓ ਦੂਜੇ ਤੀਜੇ ਦੇ ਹੁਣ ਮੈਂ ਭੇਜ ਦੂੰਗਾ ਚੌਥੇ ਦੀ ਵੀ ਭੇਜ ਦੂੰਗਾ ਚੌਥੀ ਪ੍ਰੈਕਟਿਸ ਸ਼ੀਟ ਵੀ ਭੇਜ ਦੂੰਗਾ ਕਿਉਂਕਿ ਫਲੈਕਸ ਵੀ ਆਪਣਾ ਹੋ ਗਿਆ ਹੁਣ ਚਲੋ ਜੀ ਪਹਿਲਾਂ ਦੇਖੋ ਇੱਥੇ ਜੇ ਕੀਤਾ ਜਾਵੇ ਤੇ ਤੁਹਾਨੂੰ ਮੈਂ ਸਮਝਾਇਆ ਵੀ ਇੱਕ ਪਾਸੇ 90 ਡਿਗਰੀ ਹੈ ਨਾ ਤਾਂ ਇੱਕ ਪਾਸੇ 90 ਡਿਗਰੀ ਨਹੀਂ ਹੈਗਾ ਨਾ ਜੇ ਆਹ R ਹੈ ਤੇ ਆ ਵੀ R ਹੀ ਹੈ ਨਾ ਦੱਸੋ ਹਨਾ ਤੇ ਇਹਨੂੰ ਜੇ ਮੈਂ ਇਸ ਪੁਆਇੰਟ ਨੂੰ ਇਹਦੇ ਨਾਲ ਜੋੜ ਦਵਾਂ ਸੋਚੋ ਐ ਕਰਕੇ ਠੀਕ ਹੈ ਤਾਂ ਤੁਸੀਂ ਮੈਨੂੰ ਆ ਦੱਸੋ ਆ ਐਂਗਲ ਕਿੰਨਾ ਹੋਏਗਾ 45 45 ਤੇ ਇੱਕ ਦੂਜਾ ਐਂਗਲ ਕਿੰਨਾ ਹੋਏਗਾ 90 ਹਨਾ ਇਨਫਿਨਿਟੀ ਦੇ ਰਿਹਾ ਇੱਧਰ ਵੀ ਆ 45 ਹੋਏਗਾ ਦੂਜਾ ਕਿੰਨਾ ਆਏਗਾ 90 ਹਨਾ ਤਾਂ ਹੁਣ ਕਿਹਾ ਜਾਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਪਹਿਲਾਂ ਆਹ ਵਾਲੀ ਦੇ ਕਰਕੇ ਇਹਦੇ ਦੋ ਕੰਪੋਨੈਂਟ ਹੋਣਗੇ ਇਹਦੇ ਚ ਕੰਪੋਨੈਂਟ ਜਿਹੜਾ ਵਰਟੀਕਲ ਕੰਪੋਨੈਂਟ 0 ਨਹੀਂ ਹੋਏਗਾ ਦੋ ਕੰਪੋਨੈਂਟ ਹੋਣਗੇ ਆਪਾਂ ਪਹਿਲਾਂ ਵਰਟੀਕਲ ਵਾਲੀ ਕਰਕੇ ਪਤਾ ਕਰਦੇ ਹਾਂ ਉਹਨੂੰ ਰੈਡ ਪੈਨ ਨਾਲ ਸ਼ੋ ਕਰਦਾ ਮੈਂ ਫਿਰ ਦੂਜੀ ਵਾਲੀ ਦਾ ਕਰਾਂਗੇ ਪਹਿਲਾਂ ਵਰਟੀਕਲ ਵਾਲੀ ਦੇ ਕਰਕੇ ਜਿਹੜਾ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਹੋਏਗਾ ਹੌਰੀਜ਼ੌਂਟਲ ਵਾਲਾ ਉਹ ਦੱਸੋ ਇੱਧਰ ਨੂੰ ਹੋਏਗਾ ਹੈ ਯੈਸ ਇਹ ਕੰਪੋਨੈਂਟ ਹੋਏਗਾ ਕਿੰਨਾ ਦੱਸ ਸਕਦੇ ਹੋ ਕਿ ਲੈਮਡਾ ਬਟਾ r sin of alpha ਲੈ ਲਓ ਤੁਸੀਂ 90 ਬੀਟਾ ਲੈ ਲਓ ਤੁਸੀਂ 45 ਆ ਜਾਊਗਾ ਫਿਰ ਦੱਸੋ ਯੈਸ ਹਾਂਜੀ ਤੇ ਇਹਦਾ ਜਿਹੜਾ ਵਰਟੀਕਲ ਕੰਪੋਨੈਂਟ ਹੋਊਗਾ ਦੱਸੋ ਨੀਚੇ ਨੂੰ ਹੋਊਗਾ ਕਿ ਉੱਪਰ ਨੂੰ ਪਹਿਲਾਂ ਆ ਦੱਸੋ ਉੱਪਰ ਨੂੰ ਕਿਉਂ ਉੱਪਰ ਨੂੰ ਕਿਉਂ ਨੀਚੇ ਨੂੰ ਨਹੀਂ ਹੋਊਗਾ ਜਿੱਧਰ ਪਾਸੇ ਵੱਡੀ ਹੁੰਦੀ ਹੈ ਉਹਦੇ ਕਰਕੇ ਇੱਧਰ ਨੂੰ ਜ਼ਿਆਦਾ ਹੁੰਦਾ ਨਾ ਨੀਚੇ ਨੂੰ ਤਾਂ ਉਹਦਾ ਵਰਟੀਕਲ ਕੰਪੋਨੈਂਟ ਇੱਧਰ ਨਹੀਂ ਹੋਊਗਾ ਠੀਕ ਹੈ ਸਰ ਹਾਂਜੀ ਠੀਕ ਹੈ ਨਾ ਉਧਰ ਪਾਸੇ ਜ਼ਿਆਦਾ ਲੈਂਥ ਹੈ ਨਾ ਉਧਰੋਂ ਇੱਧਰ ਨੂੰ ਜ਼ਿਆਦਾ ਪੁਸ਼ ਕਰੂਗਾ ਨਾ ਉਹ ਪੋਜ਼ਿਟਿਵ ਚਾਰਜ ਨੂੰ ਤੇ ਆਹ ਕੰਪੋਨੈਂਟ ਹੋਊਗਾ ਕਿੰਨਾ ਆ ਦੱਸੋ ਮੈਨੂੰ ਆਹ ਵਾਲਾ ਕੰਪੋਨੈਂਟ ਮੈਂ ਇੱਧਰ ਰੱਖ ਦਿੰਦਾ k ਲੈਮਡਾ ਬਟਾ r cos ਬੀਟਾ 45 ਡਿਗਰੀ ਲਵਾਂਗੇ ਨਾ ਪਹਿਲਾਂ ਮਾਈਨਸ sir. cos 90 ਅਲਫਾ cos 90 0 ਹੁੰਦਾ ਸੱਚ ਆਊਗਾ ਨਾ ਯੈਸ ਆ ਗਿਆ ਆਪਣਾ ਆ ਵਾਲਾ ਕੰਪੋਨੈਂਟ ਸੋ ਇਹਦੇ ਇਲੈਕਟ੍ਰਿਕ ਫੀਲਡ ਦੋ ਕੰਪੋਨੈਂਟ ਇਸ ਵਾਲੀ ਵਾਇਰ ਕਰਕੇ ਆ ਗਏ ਆ ਵਾਲੀ ਵਾਇਰ ਕਰਕੇ ਆ ਗਏ ਹੁਣ ਦੂਸਰੀ ਵਾਇਰ ਦੇ ਕਰਕੇ ਨਾ ਗ੍ਰੀਨ ਕਲਰ ਨਾਲ ਮੈਂ ਡਰਾ ਕਰਦਾ ਦੂਸਰੀ ਵਾਇਰ ਦੇ ਕਰਕੇ ਆ ਵਾਲੀ ਵਾਇਰ ਦੇ ਕਰਕੇ ਜਿਹੜਾ ਇਹਦਾ ਕੰਪੋਨੈਂਟ ਹੌਰੀਜ਼ੌਂਟਲ ਵਾਲਾ ਹੁੰਦਾ ਉਹਦੀ ਜਗ੍ਹਾ ਤੇ ਕੰਪੋਨੈਂਟ ਇਸ ਡਾਇਰੈਕਸ਼ਨ ਚ ਆਏਗਾ ਨਾ ਦੱਸੋ ਯੈਸ ਸਰ ਯੈਸ ਸਰ ਇਹ ਵੀ ਐਗਜ਼ੈਕਟਲੀ ਉਨਾ ਹੀ ਹੋਏਗਾ ਕਿ ਨਹੀਂ ਦੱਸੋ ਤੇ ਇਹਦਾ ਵਰਟੀਕਲ ਕੰਪੋਨੈਂਟ ਇੱਧਰ ਕਿਉਂਕਿ ਜ਼ਿਆਦਾ ਚਾਰਜ ਆਏਗਾ ਤਾਂ ਇਹਦੇ ਕਰਕੇ ਇਹਦਾ ਵਰਟੀਕਲ ਕੰਪੋਨੈਂਟ ਕਿੱਧਰ ਆਏਗਾ ਸਰ ਇੱਧਰ ਆਏਗਾ ਨਾ ਯੈਸ ਉਹਦੇ ਪਹਿਲਾ ਵਾਲਾ ਇਹ ਕਿੰਨਾ ਆਏਗਾ ਇਹ ਵੀ ਤਾਂ ਉਨਾ ਹੀ ਆਏਗਾ ਨਾ ਕਿ ਨਹੀਂ ਹਾਂਜੀ ਹੁਣ ਤੁਸੀਂ ਆ ਚਾਰ ਫੀਲਡਸ ਨੂੰ ਐਡ ਕਰਨਾ ਹੈ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਚਾਰ ਫੀਲਡ ਨੂੰ ਐਡ ਕਿਵੇਂ ਕੀਤਾ ਜਾਵੇ ਪਹਿਲੇ ਗੱਲ ਤਾਂ ਜਿਹੜੇ ਆਪੋਜ਼ਿਟ ਵਾਲੇ ਨੇ ਉਹਨਾਂ ਨੂੰ ਐਡ ਕਰਕੇ ਨੈਟ ਇਲੈਕਟ੍ਰਿਕ ਫੀਲਡ ਇੱਕ ਦਿਸ਼ਾ 'ਚ ਪਤਾ ਕਰ ਲਓ ਜਿਵੇਂ ਆਹ ਵਾਲਾ ਤੇ ਆਹ ਵਾਲਾ ਇਹਨਾਂ ਨੂੰ ਜੇ ਤੁਸੀਂ ਕਰੋਗੇ ਮਾਈਨਸ ਤਾਂ ਇਹਦਾ ਨੈਟ ਇਲੈਕਟ੍ਰਿਕ ਫੀਲਡ ਇੱਧਰ ਆ ਜਾਏਗਾ ਕਿ ਨਹੀਂ ਦੱਸੋ ਮੈਨੂੰ ਹਾਂਜੀ ਸਰ ਇਹ ਕਿੰਨਾ ਆ ਜਾਏਗਾ k lambda by r 1/√2 k lambda by 1/√2 ਕੈਂਸਲ ਹੋ ਜਾਏਗਾ ਕਿੰਨਾ ਆ ਜਾਏਗਾ ਦੱਸੋ ਯੈਲੋ ਵਾਲਾ ਕੇ ਲੈਮਡਾ ਬਾਈ ਯੈਸ k lambda by r ਆ ਜਾਏਗਾ ਤੇ ਇਸ ਤਰ੍ਹਾਂ ਰੈੱਡ ਤੇ ਗ੍ਰੀਨ ਵਾਲਾ ਉੱਪਰਲਾ ਨਿਚਲਾ ਇਹਨੂੰ ਕਰੋਗੇ ਤਾਂ ਇੱਥੇ ਵੀ ਉੱਪਰ ਨੂੰ ਆ ਰਿਹਾ ਨੈਟ ਫੀਲਡ ਇਹ ਕਿੰਨਾ ਆਏਗਾ ਇਹ ਵੀ k lambda by r ਆ ਜਾਏਗਾ ਇਹਨਾਂ ਦੋਨਾਂ ਦਾ ਕਰਨਾ ਫਿਰ ਤੁਸੀਂ ਤੇ ਕਿੰਨਾ ਆ ਜਾਏਗਾ √2 ਟਾਈਮ k lambda by r that's it
ਦੱਸੋ ਕਿੰਨਾ ਈਜ਼ੀ ਆ, ਮਤਲਬ ਬਸ ਤੁਸੀਂ ਗੱਲ ਨੂੰ ਸਮਝਦੇ ਹੋਵੋ, ਉਹਦੇ ਕੰਪੋਨੈਂਟ ਦੀ ਦਿਸ਼ਾ ਸਹੀ ਰੱਖੋ, ਐਂਗਲ ਸਹੀ ਲਗਾਓ ਤੇ ਫਾਰਮੂਲਾ ਸਹੀ ਲਗਾਓ ਤੇ ਹੋ ਗਿਆ ਕੰਮ। ਠੀਕ ਹੈ ਜੀ ਹਿਮਾਨੀ? ਹਾਂਜੀ ਸਰ। ਹੋਰ ਕਿਹੜਾ ਕੁਐਸਚਨ ਕਹਿ ਰਿਹਾ ਵੀ? ਸਰ 24 24 ਦੇਖੋ ਬਈ 24 it is required to hold 4 equal point charges at equilibrium at the corners of a sphere. Find the point charge that will do this if placed at the center of the sphere. देखो ਇਹਦਾ ਤੇ ਕੁਐਸਚਨ ਤੁਹਾਨੂੰ ਬੜੇ ਟੈਕਸਟ ਬੁੱਕਸ ਵਿੱਚ ਵੀ ਮਿਲ ਜਾਣਗੇ। ਇਕੁਇਲਿਬ੍ਰੀਅਮ ਦਾ ਮਤਲਬ ਕੀ ਹੁੰਦਾ ਹੈ, ਇਹ ਤਾਂ ਗੱਲ ਪਤਾ ਨਾ ਬਲਜੀਤ? मतलब भी टोटल चार्ज हर एक होते जीरो हो जाए ना, ये टोटल फोर्स, सॉरी समझ लगी गल? 4 इक्वल पॉइंट चार्जेस एट द कॉर्नर्स ऑफ अ स्क्वायर। पहला तो स्क्वायर ही बना लो। ਹੁਣ ਅੱਜ ਦਾ ਤੁਹਾਡਾ ਦੇਖੋ ਆ ਜਿਹੜਾ ਟੈਸਟ ਤਾਂ ਡਿਸਕਸ ਹੋ ਹੀ ਗਿਆ। ਹੁਣ ਅੱਜ ਦਾ ਤੁਹਾਡਾ ਕੰਮ ਹੈਗਾ ਪਹਿਲੀ 4 ਪ੍ਰੈਕਟਿਸ ਸ਼ੀਟਸ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਖਤਮ ਕਰਨੀਆਂ ਨੇ। सब मैं ਤੁਹਾਨੂੰ ਭੇਜ ਦੂੰਗਾ ਹੁਣੀ। ਇਸ ਤੋਂ ਬਾਅਦ ਚੌਥੀ ਵੀ ਤੇ ਚੌਥੀ ਦਾ ਸੋਲੂਸ਼ਨ ਵੀ, ਪੰਜਵੀਂ ਹਲੇ ਰੁਕ ਕੇ ਭੇਜ ਦੂੰਗਾ। ਚਲੋ ਮੈਂ ਅੱਗੇ ਥੋੜਾ ਹੋਰ ਕਰਵਾ ਦਵਾਂ ਕੰਮ ਪਹਿਲਾਂ। ਤੇ ਇਹਦੇ ਨਾਲ ਜਿਹੜੇ ਨਾਨ ਮੈਡੀਕਲ ਵਾਲੇ ਬੱਚੇ ਨੇ, ਤੁਸੀਂ ਆਪਣੀ HC ਵਰਮਾ ਦੀਆਂ 2 ਚੈਪਟਰਸ ਤੁਹਾਡੇ 2 ਐਕਸਰਸਾਈਜ਼ਸ ਹੋ ਚੁੱਕੀਆਂ ਨੇ, ਉਹ ਦੋਨਾਂ ਦੇ ਸੋਲੂਸ਼ਨ ਉਹ ਕਰਨਾ ਸ਼ੁਰੂ ਕਰੋ। ਇਲੈਕਟ੍ਰਿਕ ਪੋਟੈਂਸ਼ੀਅਲ ਵਾਲੇ ਟੌਪਿਕ ਵਾਲੇ ਜੋ ਵੀ ਕੁਐਸਚਨ ਆਣਗੇ ਉਹ ਛੱਡ ਦੇਣਾ ਬਸ ਹਲੇ, ਕਿਉਂਕਿ ਉਹ ਮੈਂ ਤੁਹਾਨੂੰ ਕਰਵਾਉਣਾ ਹਲੇ। ਗੌਸਿਸ ਥਿਊਰਮ ਵਾਲਾ ਤਾਂ ਚੈਪਟਰ ਵਿੱਚ ਆਏਗਾ, HC ਵਰਮਾ ਚ ਕੱਢੋ, ਉਹਦੀ ਸਾਰੇ 24-25 ਕੁਐਸਚਨ ਜੋ ਹੈਗੇ ਸੋਲਵ ਕਰ ਦਿਓ, ਤੇ ਆਬਜੈਕਟਿਵ ਵਾਲੇ ਵੀ। ਤੇ ਉਹਦੀ ਤੁਸੀਂ ਕਾਪੀ ਵੀ ਬਣਾਣੀ ਹੈ, HC ਵਰਮਾ ਦੇ ਸੋਲੂਸ਼ਨ ਦੀ ਬਿਲਕੁਲ ਅਲੱਗ ਕਾਪੀ ਬਣਾਣੀ ਹੈ, ਉਹ ਮੈਂ ਦੇਖੂੰਗਾ ਤੁਹਾਡੀ ਨਾਨ ਮੈਡੀਕਲ ਵਾਲਿਆਂ ਦੀ ਖਾਸ ਕਰਕੇ। ਮੈਡੀਕਲ ਵਾਲਿਆਂ ਦੀ ਮੈਂ NCERT ਦੇਖੂੰਗਾ ਬਸ, ਤੇ ਪਲੱਸ ਪ੍ਰੈਕਟਿਸ ਸ਼ੀਟਸ। ਲਓ ਜੀ ਚਾਰਜ ਰੱਖੋ ਇੱਥੇ, ਇੱਥੇ ਰੱਖ ਦਿਓ ਚਾਰਜ +Q, ਇੱਥੇ ਵੀ ਚਾਰਜ ਰੱਖ ਦਿਓ +Q, ਇੱਥੇ ਵੀ ਚਾਰਜ ਰੱਖ ਦਿਓ +Q, ਇੱਥੇ ਵੀ ਚਾਰਜ ਰੱਖ ਦਿਓ +Q। ਪਹਿਲਾਂ ਇਸ ਗੱਲ ਨੂੰ ਸਮਝ ਲਓ। Find if it is required to hold 4 equal point charges in equilibrium at the corners of a sphere। ਬੜਾ ਵੈਸੇ ਇੰਟਰਸਟਿੰਗ ਕੁਐਸਚਨ ਆ। ਪਹਿਲਾਂ ਤੁਸੀਂ ਦੱਸੋ ਆ ਇਕੁਇਲਿਬ੍ਰੀਅਮ ਚ ਹੋਣਗੇ ਹੁਣੀ? ਬਲਜੀਤ यस सर। ਇਹ ਹੋਣਗੇ ਇਕੁਇਲਿਬ੍ਰੀਅਮ ਚ? सर पता नहीं। ਨਹੀਂ, ਇਕੁਇਲਿਬ੍ਰੀਅਮ ਚ ਹੋਣ ਦਾ ਮਤਲਬ ਕੀ ਹੁੰਦਾ ਹੈ? सर पता नहीं। ਦੇਖ, ਇਕੁਇਲਿਬ੍ਰੀਅਮ ਦਾ ਮਤਲਬ ਹੁੰਦਾ ਵੀ ਜਦੋਂ ਕਿਸੇ ਬਾਡੀ ਦੇ ਉੱਪਰ ਫੋਰਸ ਲੱਗ ਤਾਂ ਰਹੇ ਹੋਣ ਪਰ ਨੈਟ ਫੋਰਸ ਜਿਹੜਾ ਜ਼ੀਰੋ ਹੋਵੇ ਨਾ, ਉਹਨੂੰ ਕਹਿੰਦੇ ਇਕੁਇਲਿਬ੍ਰੀਅਮ। ਠੀਕ ਹੈ ਗੱਲ? ओके सर। ਜਿਵੇਂ ਕਹਿਣ ਦਾ ਭਾਵ, ਦੇਖ ਮੈਂ ਤਾਂ ਬਹੁਤ ਸਿੰਪਲ ਜੀ ਗੱਲ ਸਮਝਾਉਂਦਾ ਕਿ ਇਕੁਇਲਿਬ੍ਰੀਅਮ ਦੇ ਵਿੱਚ ਤੇਰੇ ਟੇਬਲ ਤੇ ਕਿਤਾਬ ਪਈ ਹੈ ਇਸ ਟਾਈਮ ਕੋਈ? हाँ जी सर। ਤਾਂ ਕਿਤਾਬ ਇਕੁਇਲਿਬ੍ਰੀਅਮ 'ਚ ਹੈਗੀ ਹੈ ਨਾ? ਕਿਉਂਕਿ ਕਿਤਾਬ ਦੇ ਦੇਖ ਨਾ, ਆਹ ਟੇਬਲ ਆ ਤੇਰਾ, ਦੇਖ ਤੂੰ ਸੋਚ ਕੇ ਦੇਖ, ਬਸ ਸਾਰੇ ਜਣੇ ਸੋਚੋ। ਟੇਬਲ ਦੇ ਉੱਪਰ ਤੂੰ ਕਿਤਾਬ ਰੱਖੀ ਆ, यस सर। ਤੇਰੀ ਕਿਤਾਬ ਦੇ ਉੱਪਰ ਇੱਕ ਤਾਂ ਤੇਰਾ ਫੋਰਸ ਲੱਗ ਰਿਹਾ, ਉਹਦਾ weight ਥੱਲੇ ਨੂੰ, ਤੇ ਇਸ ਹਾਂਜੀ ਸਰ। ਟੇਬਲ ਤੋਂ ਉਸ ਕਿਤਾਬ ਨੂੰ ਮਿਲ ਰਿਹਾ ਇੱਕ ਨਾਰਮਲ ਰਿਐਕਸ਼ਨ ਉੱਪਰ ਨੂੰ। हाँ जी R ਤੇ mg ਦੋਨੇ ਬਰਾਬਰ ਨੇ, ਤਾਂ ਹੀ ਤਾਂ ਤੇਰੀ ਕਿਤਾਬ ਇਕੁਇਲਿਬ੍ਰੀਅਮ 'ਚ ਹੈ ਨਾ, ਥੱਲੇ ਡਿੱਗਦੀ ਨਹੀਂ ਪਈ। हाँ जी। ਸਮਝ ਲੱਗੀ ਗੱਲ? नेट ਹਾਂ, ਨੈਟ ਫੋਰਸ ਜ਼ੀਰੋ ਆ। ਜੇ ਤੇਰੀ ਕਿਤਾਬ ਦੇ ਥੱਲੋਂ ਟੇਬਲ ਖਿੱਚ ਲਵਾਂ ਮੈਂ, ਤਾਂ ਨਾਰਮਲ ਰਿਐਕਸ਼ਨ ਗੈਪ ਹੋ ਜਾਊਗਾ ਕਿ weight? ਦੱਸ। सर नॉर्मल रिएक्शन। ਹਾਂ, ਫਿਰ ਪਰ weight ਤਾਂ ਰਹੂਗਾ ਨਾ। ਹੁਣ ਨਾਰਮਲ ਰਿਐਕਸ਼ਨ ਦੀ ਗੈਰ ਮੌਜੂਦਗੀ ਵਿੱਚ ਬੁੱਕ ਨੇ ਨੈਟ ਫੋਰਸ ਤਾਂ ਜ਼ੀਰੋ ਨਹੀਂ ਹੈਗਾ, ਥੱਲੇ ਨੂੰ ਬੁੱਕ ਇਕੁਇਲਿਬ੍ਰੀਅਮ ਖਤਮ ਹੋ ਗਿਆ ਉਹਦਾ, ਹੁਣ ਉਹ ਨੀਚੇ ਨੂੰ ਭੱਜੂਗੀ ਨਾ। यस सर। ਆ ਗੱਲ ਸਮਝ ਲੱਗੀ? यस सर। ਜਦੋਂ ਆਪਾਂ ਕਿਸੇ ਚੀਜ਼ ਨੂੰ ਧਾਗੇ ਨਾਲ ਲਮਕਾ ਦਿੰਨੇ ਆ ਬੰਨ ਕੇ, ਤਾਂ ਉਸ ਬਾਡੀ ਦਾ weight ਨੀਚੇ ਨੂੰ ਐਕਟ ਕਰ ਰਿਹਾ ਹੁੰਦਾ mg, ਤੇ ਉੱਪਰ ਨੂੰ ਕੀ ਐਕਟ ਕਰਦੀ ਆ? टेंशन। ਤੇ ਟੈਂਸ਼ਨ mg ਦੇ ਬਿਲਕੁਲ ਬਰਾਬਰ ਹੁੰਦੀ ਹੈ, ਤਾਂ ਹੀ ਤਾਂ ਆਪਾਂ ਕਹਿੰਦੇ ਆ ਨਾ ਕਿ ਇਕੁਇਲਿਬ੍ਰੀਅਮ 'ਚ ਹੈ ਬਾਡੀ, ਰੈਸਟ ਵਿੱਚ ਹੈ, ਜਾਂ ਯੂਨੀਫਾਰਮ ਮੋਸ਼ਨ ਨਾਲ ਵੀ ਹੋ ਸਕਦੀ ਹੈ, ਐਕਸਲਰੇਸ਼ਨ ਜ਼ੀਰੋ।
ਤਾਂ ਆਪਾਂ ਕਹਿੰਦੇ ਇਕੁਇਲਿਬਰੀਅਮ ਚ। ਹੁਣ ਹਾਂਜੀ ਇਕੁਇਲਿਬਰੀਅਮ sir। ਦਾ ਮਤਲਬ ਸਮਝ ਗਿਆ ਤੂੰ ਹੈ? ਹਾਂਜੀ ਸਰ। ਹੁਣ ਆ ਜਿਹੜਾ ਚਾਰਜ ਹੈਗਾ Q, ਮੈਂ Yes, ਬੰਦਾ sir। ਕਹਿੰਦਾ ਪਤਾ ਕਰੋ ਵੀ ਆ ਇਕੁਇਲਿਬਰੀਅਮ ਚ ਹੈ ਕਿ ਨਹੀਂ। ਮੈਂ ਕਿਹਾ ਦੇਖ ਲੈਨੇ ਪਤਾ ਕਰਕੇ ਆ ਵਾਲਾ Q ਇਕੁਇਲਿਬਰੀਅਮ ਚ ਹੈ ਨਹੀਂ। ਆਪਾਂ ਕੋਈ ਇੱਕ ਚਾਰਜ ਫੜ ਲੈਨੇ ਆ, ਦੇਖਦੇ ਆ ਵੀ ਉਹ ਇਕੁਇਲਿਬਰੀਅਮ ਚ ਹੈ ਕਿ ਨਹੀਂ। ਮੰਨ ਲਾ ਆ ਵਾਲਾ ਚਾਰਜ ਫੜ ਲਿਆ ਆਪਾਂ, ਠੀਕ ਹੈ। ਹੁਣ ਮੇਰੀ ਗੱਲ ਨਾਲ ਬੜਾ ਕਾਮਨ ਸੈਂਸ ਨਾਲ ਜਵਾਬ ਦੇਈ। ਆ ਵਾਲੇ Q ਦੇ ਕਰਕੇ ਪਹਿਲਾਂ ਇੱਥੇ ਫੋਰਸ ਪਤਾ ਕਰ ਲਈਏ ਕਿੰਨਾ ਆ ਤੇ ਕਿੱਧਰ ਨੂੰ ਆ, ਕਿੱਧਰ ਨੂੰ ਆ ਤੇ ਕਿੰਨਾ, ਇਹਦਾ ਅੰਦਾਜ਼ਾ ਲਾ ਲਾਂਗੇ। ਹਾਂਜੀ ਸਰ। ਇੱਧਰ ਨੂੰ ਹੋਊਗਾ ਫੋਰਸ, ਯੈਸ ਸਰ। ਤੇ ਇਹ ਇੰਨਾ ਵਾ ਮੰਨ ਲਾ, ਤੇ ਆ ਥੱਲੜੇ ਚਾਰਜ ਕਰਕੇ ਪਲੱਸ Q ਕਰਕੇ ਬਿਲਕੁਲ ਇੰਨਾ ਹੀ ਫੋਰਸ ਹੋਊਗਾ ਕਿ ਇਸ ਤੋਂ ਥੋੜਾ ਜ਼ਿਆਦਾ ਜਾਂ ਘੱਟ ਹੋਊਗਾ? ਦੱਸ। ਸਰ ਬਿਲਕੁਲ ਇੰਨਾ ਹੀ ਫੋਰਸ, ਬਿਲਕੁਲ ਇੰਨਾ ਹੀ ਹੋਊਗਾ, ਬਸ ਉੱਪਰ ਨੂੰ ਹੋਊਗਾ। ਆ ਗੱਲ ਸਮਝ ਲੱਗੀ ਤੈਨੂੰ? ਤੇ ਆ ਵਾਲੇ ਪਲੱਸ Q ਚਾਰਜ Yes, ਕਰਕੇ sir। ਰਸਤੇ ਨੂੰ ਕਿੰਨਾ ਹੋਊਗਾ? ਬਿਲਕੁਲ ਇੰਨਾ ਹੀ ਹੋਊਗਾ ਕਿ ਇਸ ਤੋਂ ਘੱਟ, ਕਿਸ ਤੋਂ ਜ਼ਿਆਦਾ, ਤੇ ਕਿਹੜੀ ਡਾਇਰੈਕਸ਼ਨ ਚ? ਇਹਦੇ ਸਰ ਇਸ ਤੋਂ ਘੱਟ ਹੋਊਗਾ। ਘੱਟ ਹੋਊਗਾ ਤੇ ਇਸ ਦਿਸ਼ਾ ਚ ਹੋਊਗਾ, ਹਨਾ? ਹਾਂਜੀ ਥੋੜਾ ਘੱਟ ਬਣਾ ਦਿੰਦੇ ਆ। ਆ ਗੱਲਾਂ ਦੱਸ ਤੈਨੂੰ Yes। ਔਖੀਆਂ ਲੱਗ ਰਹੀਆਂ ਕਿ ਸੌਖੀਆਂ ਲੱਗ ਰਹੀਆਂ? ਸਰ ਸੌਖੀਆਂ। ਹੁਣ ਤੂੰ ਮੈਨੂੰ ਇਹ ਦੱਸ, ਜੇ ਇਹਨਾਂ ਤਿੰਨਾਂ ਨੂੰ ਜੋੜ ਕੇ ਟੋਟਲ ਨੈਟ ਫੋਰਸ ਆਊਗਾ ਨਾ ਇਸ ਤੇ, ਕਿੰਨਾ ਵਾ ਕਿ ਨਹੀਂ? ਯੈਸ। ਤੇ ਇਹਦਾ ਨੈਟ ਫੋਰਸ ਕਿਹੜੀ ਦਿਸ਼ਾ ਚ ਆਊਗਾ? ਤੂੰ ਥੋੜਾ ਅੰਦਾਜ਼ਾ ਲਾ ਕੇ ਦੱਸ, ਐਂ ਦੇਖ ਕੇ, ਸੋਚ ਕੇ, ਸਮਝ ਕੇ। ਸਰ ਆ ਥਰਡ ਵਾਲੀ ਡਾਇਰੈਕਸ਼ਨ ਸਰ, ਜਿਹੜੇ ਗੱਬੇ ਚਾਰਜ ਹੈ ਸਰ। ਹਾਂ ਇੱਧਰ ਆਊਗਾ ਨਾ ਨੈਟ ਫੋਰਸ, ਹਨਾ? ਆਈ ਕਹਿ ਰਿਹਾ ਨਾ ਕਿ ਨਹੀਂ, ਕਿ ਕੁਝ ਹੋਰ ਕਹਿ ਰਿਹਾ ਸੀ ਤੂੰ ਬਲਜੀਤ? ਯੈਸ ਸਰ। ਆਈ ਕਹਿ ਰਿਹਾ ਨਾ ਇੱਧਰ ਹੀ ਆਊਗਾ। तो जे ਹਾਂਜੀ ਸਰ। फोर्स पता लग गया, मान ला कितना भी आया, मान ला हुण तू की करेगा? वैसे तू किवें सोचिया किवें कि इधर आऊगा? ਸਰ ਇਹਦਾ ਫੋਰਸ ਤਾਂ ਸਰ ਨੈਟ ਫੋਰਸ। ਪਹਿਲਾਂ ਤਾਂ ਤੂੰ ਪਹਿਲੇ ਤੇ ਦੂਜੇ ਫੋਰਸ ਦਾ ਨਾ ਇਹਨਾਂ ਦਾ ਰੈਕਟੈਂਗਲ ਬਣਾ ਕੇ ਸੋਚ ਕੇ ਦੇਖ ਵੀ ਇਹਦਾ ਨੈਟ ਫੋਰਸ ਇਧਰ ਨੂੰ ਆਊਗਾ, ਹਨਾ? ਦੋਨਾਂ ਦਾ, ਹਨਾ? ਹਾਂਜੀ ਸਰ। ਉਹਨਾਂ ਦੋਨਾਂ ਦਾ ਨੈਟ ਤੇ ਆਹ ਵਾਲਾ ਤਾਂ ਸਿੱਧਾ ਇਸੇ ਦਿਸ਼ਾ ਚ ਹੈਗਾ, ਸਿੱਧਾ ਹੀ ਜੁੜ ਜੂਗਾ, ਤਾਂ ਫਿਰ ਇਧਰ ਨੂੰ ਆ ਜਾਊਗਾ ਨੈਟ ਫੋਰਸ ਕਿ ਨਹੀਂ ਟੋਟਲ, ਹਨਾ? ਯੈਸ ਸਰ। ਹੁਣ ਜੇ ਮੈਂ ਕਹਿ Yes, ਰਿਹਾ sir। ਆਹ ਵਾਲੇ Q ਨੂੰ ਇਕੁਇਲਿਬਰੀਅਮ ਚ ਰੱਖਣਾ ਆ, ਤਾਂ ਤੂੰ ਦੱਸ ਇਕੁਇਲਿਬਰੀਅਮ ਚ ਰੱਖਣ ਲਈ ਕੀ ਕਰਨਾ ਚਾਹੀਦਾ? ਇਹਨੂੰ ਤਾਂ ਨੈਟ ਫੋਰਸ ਆ ਲੱਗ ਰਿਹਾ, ਹਾਂਜੀ ਸਰ। ਤਾਂ ਇਹਨੂੰ ਇਕੁਇਲਿਬਰੀਅਮ ਚ ਰੱਖਣ ਦੇ ਲਈ ਸੈਂਟਰ ਤੇ ਕਿਹੜਾ ਚਾਰਜ ਰੱਖਣਾ ਚਾਹੀਦਾ? ਦੱਸ, ਪੋਜ਼ਿਟਿਵ ਕਿ ਨੈਗੇਟਿਵ? ਪਹਿਲਾਂ ਦੱਸ ਦੇ। ਸਰ ਨੈਗੇਟਿਵ। ਨੈਗੇਟਿਵ ਰੱਖਣਾ ਚਾਹੀਦਾ ਸੈਂਟਰ ਆਫ ਦਾ ਸਕੇਲ ਦੇ ਵਿੱਚ। ਨੈਗੇਟਿਵ ਕਿਉਂ ਕਹਿ ਰਿਹਾ ਤੂੰ? ਕਿਉਂਕਿ ਤੂੰ ਜਾਣਦਾ ਆ ਕਿ ਯੈਲੋ ਵਾਲੀ ਡਾਇਰੈਕਸ਼ਨ 'ਚ ਫੋਰਸ ਲੱਗ ਰਿਹਾ। ਇੱਥੇ ਜੇ ਮੈਂ ਨੈਗੇਟਿਵ Q ਰੱਖ ਦਵਾਂ, ਵਾਲਾ ਪਤਾ ਨਹੀਂ ਕਿੰਨਾ ਦੇਖਾਂਗੇ, ਤਾਂ ਉਹਨੂੰ ਬਿਲਕੁਲ ਇੰਨਾ ਹੀ ਫੋਰਸ ਜੇ ਇੱਧਰ ਨੂੰ ਲੱਗੇ, ਹਨਾ, ਤਾਂ ਆਹ ਚਾਰਜ ਜਿਹੜਾ ਇਹ ਇੱਕਦਮ ਇਕੁਇਲਿਬਰੀਅਮ 'ਚ ਆ ਜਾਊਗਾ। ਗੱਲ ਕਲੀਅਰ ਹੋ ਗਈ? ਯੈਸ ਸਰ। ਤੇ ਆਹੀ ਕਹਾਣੀ ਆਹ ਵਾਲੇ ਚਾਰਜ ਨਾਲ ਵੀ ਹੋਊਗੀ। ਇਹਨੂੰ ਵੀ ਇੱਧਰ ਨੂੰ ਅਟਰੈਕਟਿਵ ਫੋਰਸ ਲੱਗੂਗਾ, ਬਾਕੀ ਰਿਪਲਸਿਵ ਇੱਧਰ ਲੱਗੂਗਾ। ਇਹੀ ਇਹਦੇ ਨਾਲ ਵੀ ਹੋਊਗੀ, ਇਹੀ ਇਹਦੇ ਨਾਲ ਵੀ ਹੋਊਗੀ। ਤਾਂ ਆਪਾਂ ਇੱਕ ਪਾਸੇ ਗੱਲ ਸਮਝੀ। ਦੱਸੋ ਸਾਰਿਆਂ ਨੂੰ ਗੱਲ ਕਲੀਅਰ ਹੋਈ ਕਿ ਨਹੀਂ? डाउट? हाँ जी, कोई पूछ रहा है कुछ? हिमानी? नहीं सर, गल क्लियर हो गई। समझ लगी गल? तो ਆਪਾਂ ਕੀ ਕਰੀਏ ਫਿਰ? ਆਪਾਂ ਨੂੰ ਥੋੜਾ ਚਾਰਜ ਪਤਾ ਕਰਨਾ, ਆਪਾਂ ਥੋੜਾ ਤੇਜ਼ ਕਰਨਾ ਕੰਮ ਪਰ, ਆਪਾਂ ਇੰਨੀ ਸਲੋਤਾ ਕਰਨਾ ਨਹੀਂ। ਤਾਂ ਮੈਂ ਸਮਝਾ ਰਿਹਾ ਸੀ, ਬਲਜੀਤ ਨਾਲ ਜਵਾਬ ਸਵਾਲ ਕਰ ਰਹੇ ਤਾਂ ਆਪਾਂ ਨੂੰ ਟਾਈਮ ਲੱਗ ਗਿਆ। ਆਪਾਂ ਇਹ ਕਰਦੇ, ਇਹਦਾ ਨਾਮ ਰੱਖਦੇ ਇਹਦੀ ਮੈਗਨੀਟਿਊਡ ਇਹ ਰੱਖਦੇ, ਇਹਨੂੰ ਇਹ ਰੱਖਦੇ। ਸਿੰਪਲ ਜੀ ਗੱਲ ਐ ਕਰਦੇ ਆ, ਤੇਜ਼ ਕਰਦੇ ਕੰਮ। ਆ ਇਹ ਹੈਗਾ ਤਾਂ ਆ ਇਹਦਾ ਮੈਗਨੀਟਿਊਡ ਕਿੰਨਾ ਹੋਊਗਾ? KQ बटा A स्क्वायर। सिंपल जी गल है ना? ਇਹਦਾ ਕਿੰਨਾ ਹੋਊਗਾ ਰੈਡ ਵਾਲੇ ਦਾ? KQ बटा A स्क्वायर। ਇਸ ਵਿੱਚ ਇਲੈਕਟ੍ਰਿਕ ਫੀਲਡ ਰੱਖਦੇ ਨਾ, ਇਹ ਤਾਂ ਫੋਰਸ ਹੈ KQQ, ਠੀਕ ਆ? ਤਾਂ ਇਹਨਾਂ ਇਹ ਦੋਨੋਂ ਫੋਰਸ ਬਰਾਬਰ ਨੇ, ਤਾਂ ਇੱਧਰ ਜਿਹੜਾ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਆਊਗਾ ਉਹ ਕਿੰਨਾ ਆਊਗਾ? KQ स्क्वायर बटा A स्क्वायर अंडर द रूट 2, है ना? अंडर रूट 2 KQ स्क्वायर बटा A स्क्वायर ਦਾ ਉਹ ਹੋ ਗਿਆ, ਪਲੱਸ ਇੱਕ ਇਹ ਵਾਲਾ ਵੀ ਤਾਂ ਹੈ, ਆ ਤੀਸਰਾ ਫੋਰਸ, ਇਹ ਵੀ ਤਾਂ ਜੋੜ ਦੋ ਇਹਦੇ ਨਾਲ। ਉਹ ਇਹਦੇ ਲਈ ਡਿਸਟੈਂਸ ਕਿੰਨਾ ਵਰਤਾਂਗਾ ਮੈਂ? KQ ਸਕੁਅਰ ਬਟਾ ਡਿਸਟੈਂਸ ਦੀ ਜਗ੍ਹਾ ਤੇ ਆਏਗਾ √2a ਦਾ ਹੋਲ ਸਕੁਅਰ। ਹਾਂਜੀ ਬੋਲੋ। ਯੈਸ ਸਰ। ਆ ਹੋਗਾ ਨੈਟ ਫੋਰਸ, ਹੈ ਨਾ? ਤੇ ਆ ਨੈਟ ਫੋਰਸ ਹੈ। ਹੁਣ ਇੱਥੇ Q ਕਿੰਨਾ ਰੱਖਾਂਗੇ? ਅਟਰੈਕਟਿਵ ਫੋਰਸ ਇਹਦੇ ਬਰਾਬਰ ਹੋਣਾ ਚਾਹੀਦਾ ਨਾ। ਅਟਰੈਕਟਿਵ ਫੋਰਸ ਕਿੰਨਾ ਹੋਣਾ ਚਾਹੀਦਾ? ਫਿਰ Q ਮਾਈਨਸ Q ਨਾ ਲਿਖ ਦਿਓ, ਬਸ Q ਲਿਖ ਦਿਓ, ਮਤਲਬ ਫੋਰਸ ਦੀ ਸਿਰ ਮੈਗਨੀਟਿਊਡ ਬਰਾਬਰ ਕਰ ਰਹੇ ਆਪਾਂ। ਤੇ ਬਟਾ ਇਹ ਡਿਸਟੈਂਸ ਕਿੰਨਾ ਹੋਏਗਾ ਸੈਂਟਰ ਦਾ? ਆ ਵਾਲਾ ਡਿਸਟੈਂਸ ਦੇਖੋ,
ਇਹ √2a ਦਾ ਬਟਾ 2 ਹੈ ਨਾ, a ਬਟਾ √2 yes sir ਦਾ ਹੋਲ ਸਕੁਅਰ। ਸੋ ਜਦੋਂ ਇਹਨੂੰ ਇਕੁਏਟ ਕਰੋਗੇ ਤੁਸੀਂ, ਇੱਥੇ ਸਾਰਾ ਕੁਝ ਬਾਹਰ ਕੱਢੋਗੇ, ਇਹ ਆ ਜਾਊਗਾ ਦੇਖੋ k q ਸਕੁਅਰ ਬਟਾ a ਸਕੁਅਰ √2 प्लस 1/2 आ जाएगा ऊपरला, ये आ जाएगा k q बटा a स्क्वायर 2 ऊपर चल जाएगा। आ सारा k yes sir q ਤੇ a स्क्वायर k q ਤੇ a स्क्वायर ਕੱਟਿਆ ਜਾਣਾ। ਆ ਜਿਹੜਾ 2 ਆ ਇਹਨੂੰ ਥੱਲੇ ਲੈ ਜਾਓ, ਇਹਦੇ ਆ ਜਾਊਗਾ q ਟਾਈਮਸ √2/2 प्लस 1/4, ਜੋ ਵੀ ਇਹ ਆਨਸਰ ਆਊਗਾ ਇਹਨੂੰ ਤੁਸੀਂ q ਆਨਸਰ ਦੇ ਸਕਦੇ ਹੋ। ਦੱਸੋ ਗੱਲ ਕਲੀਅਰ ਹੋ ਗਈ? yes sir ਹੁਣ ਤੁਸੀਂ ਦੇਖੋ, ਇਹ ਕਹਿਣ ਨੂੰ ਭਾਵੇਂ ਕੋਈ ਸੋਚ ਸਕਦਾ ਵੀ ਮੈਥਮੈਟਿਕਲੀ ਲਿਖਿਆ ਹੋਵੇ ਤਾਂ ਜੇ ਕਿਸੇ ਨੇ ਨਹੀਂ ਪਹਿਲਾਂ ਧਿਆਨ ਦਿੱਤਾ ਬਹੁਤ ਜ਼ਿਆਦਾ ਵੈਕਟਰਸ ਵਗੈਰਾ ਉੱਪਰ, ਬੰਦਾ ਸੋਚਦਾ ਪਤਾ ਨਹੀਂ ਕੀ ਹੈ, ਪਰ ਮੈਨੂੰ ਆ ਸਾਰਾ ਸਵਾਲ ਦਾ ਜਵਾਬ ਬਲਜੀਤ ਨੇ ਬਿਲਕੁਲ ਸਹੀ ਦਿੱਤਾ, ਤੇ ਉਹ ਬਲਜੀਤ ਨੇ ਬਿਲਕੁਲ ਕਾਮਨ ਸੈਂਸ ਨਾਲ ਹੀ ਦਿੱਤਾ ਵੀ ਇਧਰਲਾ ਫੋਰਸ ਉੱਪਰ ਲੱਗੂਗਾ, ਉਧਰ ਲੱਗੂਗਾ, ਦੋਨਾਂ ਦਾ ਇੱਧਰ ਲੱਗੂਗਾ, ਫਿਰ ਜਿਹੜਾ ਵਿਚਕਾਰ ਆ ਗਿਆ ਉਹਦਾ ਇੱਧਰ ਲੱਗੂਗਾ, ਉਹਨਾਂ ਦੋਨਾਂ ਨੂੰ ਸਿੱਧਾ ਹੀ ਜੋੜ ਦਿਓ ਕਿਉਂਕਿ ਵੈਕਟਰ ਹੀ ਹੈ ਤੇ ਇੱਕੋ ਦਿਸ਼ਾ ਚ ਨੇ ਤੇ ਉਹਦੇ ਬਰਾਬਰ ਹੋਣਾ ਚਾਹੀਦਾ ਇੱਥੇ -q ਆ ਵੀ ਜਾਨੇ ਦੱਸਿਆ ਆਪ। ਸੋ ਕਾਮਨ ਸੈਂਸ ਕੰਮ ਕਰਦੀ ਆ, ਆਮ ਕਲਾਸੀਕਲ ਮਕੈਨਿਕਸ ਆ, ਕੁਝ ਵੀ ਨਹੀਂ ਹੈਗਾ ਇਹਦੇ ਚ। ਇਹਨੂੰ ਆਪਾਂ ਸਮਝ ਕੇ ਪ੍ਰੈਕਟਿਸ ਕਰ ਲਾਂਗੇ ਨਾ, ਤੇਜ਼ ਲਿਖਣ ਦੀ, ਸਿੱਖਣ ਦੀ, ਤਾਂ ਕੰਮ ਬਣ ਜਾਣਾ ਆਪਣਾ। ਠੀਕ ਹੈ ਵੀ ਬਲਜੀਤ? yes sir ਸਮਝ ਲੱਗੀ ਗੱਲ? ਹੁਣ ਸਾਰਾ ਕੁਝ Yes, ਤੇਰੇ sir. ਵਿੱਚ ਹੀ ਹੈਗਾ, ਹੁਣ ਤੂੰ ਬਸ ਕਰੇਂਗਾ ਤਾਂ ਹੋਊਗਾ। ਆ ਦੇਖ ਲੈ ਜਵਾਬ, ਆ ਉਹਨਾਂ ਨੇ ਕਰਕੇ ਸੋਲਵ ਕਰਕੇ 1/4 ਐਲਸੀਐਮ ਲੈ ਕੇ ਕਰ ਲਿਆ ਇਹ। सर ਹਾਂਜੀ sir सर एक बार ਇਹਦਾ 8th क्वेश्चन ਵੀ ਡਿਸਕਸ ਕਰ ਦਿਓ। 8th ਇਹ ਤਾਂ ਆਪਾਂ ਨੂੰ ਪਿੱਛੇ ਟਾਈਮ ਮਸ਼ੀਨ ਨਾਲ ਜਾਣਾ ਪੈਣਾ। ਫੋਰਸ ਆਫ ਅਟਰੈਕਸ਼ਨ, ਖੜ ਜੋ ਪਹਿਲਾਂ ਥੋੜਾ ਵੱਡਾ ਕਰੀਏ ਬਈ ਤੁਹਾਡੇ ਚ ਫੋਨ ਚ ਬੈਠੇ ਹੁੰਦੇ ਨਾ ਲੈ ਕੇ, ਫਿਰ ਤੁਹਾਨੂੰ ਵੱਡਾ ਦਿਖਣਾ ਚਾਹੀਦਾ। ਹੁਣ ਅਗਲੀਆਂ ਵਰਕਸ਼ੀਟ ਜੋ ਹੈਗੀਆਂ ਨਾ, ਸਾਰੇ ਜਣੇ ਸਾਰੇ ਕੁਐਸਚਨ ਜਿਹੜੇ ਨਹੀਂ ਵੀ ਹੋਏ ਦੁਬਾਰਾ ਰੀਟਰਾਈ ਕਰਿਓ, ਤੁਹਾਡੇ ਤੋਂ ਹੋਣਗੇ, ਉਹ ਤੁਹਾਡੇ ਸਾਰਿਆਂ ਤੋਂ ਹੋਣਗੇ। ਆਪਣੀ ਇੰਨੀ ਡਿਸਕਸ਼ਨ ਤੋਂ ਬਾਅਦ ਹੁਣ ਤੁਸੀਂ ਕੁਝ ਸਿੱਖ ਲਿਆ ਵਾ। ਲਓ ਜੀ, ਫੋਰਸ ਆਫ ਅਟਰੈਕਸ਼ਨ ਬਿਟਵੀਨ 2 ਪੁਆਇੰਟ ਚਾਰਜ ਇੰਨਾ ਸੈਪਰੇਟਡ ਬਾय ਇੰਨਾ ਇਜ਼ ਇਨ। ਚਲੋ ਜੀ, FE ਜਿਹੜਾ ਹੈਗਾ ਵਾ ਉਹ ਹੈਗਾ ਜੀ KQ ਬਟਾ ਡਿਸਟੈਂਸ ਹੈਗਾ d ਸਕੁਅਰ। ਵੈਸੇ ਲਿਖ ਲਿਆ ਮੈਂ, ਪਤਾ ਨਹੀਂ ਇਹਦੀ ਲੋਡ ਪੈਣੀ ਕਿ ਨਹੀਂ। When these charges are placed on two identical conducting spheres of radius n, ਤੇ ਜਦੋਂ ਇਹਨਾਂ ਨੂੰ ਆਪਾਂ conducting spheres, ਹੁਣ ਆ ਪਹਿਲਾਂ ਪੁਆਇੰਟ ਚਾਰजेस ਸੀਗੇ ਨਾ, ਦੇਖੋ ਹਨਾ, ਜਿਵੇਂ ਇੱਕ ਚਾਰਜ ਸੀਗਾ q, ਇੱਕ ਸੀਗਾ -q, ਤੇ ਦੋਨਾਂ ਚ ਡਿਸਟੈਂਸ ਕਿੰਨਾ ਸੀਗਾ d, ਤਾਂ ਆ ਸੀਗਾ ਫੋਰਸ। ਕਲੀਅਰ ਹੈ? ਹਾਂਜੀ ਸਰ। ਹੁਣ ਉਹ ਕਹਿ ਰਹੇ ਨੇ ਇਹਨਾਂ ਨੂੰ ਆਪਾਂ ਸਫੀਅਰ ਤੇ ਆਪਾਂ ਪਾਤਾ, ਤੇ ਸਫੀਅਰ ਜਿਹੜੇ ਨੇ ਉਹ d/3 ਨਹੀਂ 0.3d ਰੇਡੀਅਸ ਵਾਲੇ ਸਫੀਅਰ ਨੇ। 0.3d ਮਤਲਬ 0.3d ਇੰਨਾ ਕੋਣਾ, ਇੰਨਾ ਕੋਣਾ ਕਹਿਣ ਦਾ ਭਾਵ ਇਸ ਤਰ੍ਹਾਂ ਦਾ ਸਫੀਅਰ ਲਾ ਲਓ, ਤੇ ਇਹਦਾ ਆ ਜਿਹੜਾ ਹੈਗਾ 0.3d ਹੈ। ਠੀਕ ਆ, ਤੇ ਇਧਰ ਆ ਵੀ 0.3d ਲਾ ਲਓ, 0.3d ਹੋ ਗਿਆ ਨਾ। ਆ d ਪੂਰਾ ਸੀਗਾ, ਆ ਵਿਚਕਾਰ 0.4d ਬਚਿਆ ਬਸ। इधर चल छो, लोड ही नहीं अपनी। whose centers are d meter apart, force of attraction between them is। अच्छा ਹੁਣ ਦੇਖੋ ਨਾ, ਦੋਨਾਂ ਤੇ ਇੱਥੇ ਚਾਰਜ q ਪਾਇਆ, ਇੱਥੇ -q ਪਾਇਆ, ਤੇ ਦੋਨੋਂ ਸਫੀਅਰਸ ਕਿਹੜੇ ਨੇ? ਕੰਡਕਟਿੰਗ ਨੇ, ਤਾਂ ਸਾਰਾ ਚਾਰਜ ਸਰਫੇਸ ਤੇ ਆਉਣਾ ਚਾਹੀਦਾ ਨਾ ਹਿਮਾਨੀ? ਯੈਸ ਹਾਂਜੀ ਸਰ। ਦੇਖ, ਜਦੋਂ ਇਹ ਚਾਰਜ ਇੱਥੇ ਪਿਆ ਹੋਊਗਾ ਨਾ, ਤੁਸੀਂ ਇਹਨੂੰ +q ਦੋਗੇ ਤਾਂ ਸਾਰਾ +q ਇਹਦੇ ਸਰਫੇਸ ਤੇ ਐ ਹੋ ਜਾਊਗਾ। -q ਚਾਰਜ ਦੋਗੇ ਤਾਂ ਉਹਦਾ ਦੂਰ ਪਿਆ ਆਇਆ, ਤਾਂ -q ਚਾਰਜ ਸਾਰੇ ਸਰਫੇਸ ਤੇ ਐ ਹੋ ਜਾਊਗਾ। ਪਰ ਜਦੋਂ ਤੁਸੀਂ ਉਹਨਾਂ ਨੂੰ ਨੇੜੇ ਲੈ ਕੇ ਆਉਂਦੇ ਹੋ ਨਾ, ਨੇੜੇ ਲਿਆਉਣ ਤੋਂ ਬਾਅਦ ਜਦੋਂ ਇਸ ਤਰ੍ਹਾਂ ਮੰਨ ਲਓ ਪੁਆਇੰਟ ਚਾਰजेस ਸੀਗੇ, ਹੁਣ ਆਪਾਂ ਇਸ ਤਰ੍ਹਾਂ ਨੇੜੇ ਲਿਆਏ, ਤਾਂ ਸਾਰਾ ਜਿਹੜਾ ਪੋਜ਼ਿਟਿਵ ਚਾਰਜ ਹੈ ਨਾ, ਪੋਜ਼ਿਟਿਵ ਚਾਰਜ ਇਧਰਲੇ ਪਾਸੇ ਜ਼ਿਆਦਾ ਆ ਜਾਂਦਾ। ਕਲੀਅਰ ਹੈ ਗੱਲ? ਠੀਕ ਹੈ ਸਰ। ਨੈਗੇਟਿਵ ਚਾਰਜ ਵੀ ਇਧਰਲੇ ਪਾਸੇ ਆ ਜਾਂਦਾ ਅਟਰੈਕਸ਼ਨ ਦੇ ਕਰਕੇ, ਕਿਉਂਕਿ ਆਪਾਂ ਨੇੜੇ ਲੈ ਕੇ ਆਏ। ਸਮਝ ਲੱਗੀ ਗੱਲ? ਸਰ ਐਵੇਂ ਨਹੀਂ ਹੋਊਗਾ ਵੀ ਜਿਵੇਂ ਸ਼ੈਲ ਹੈ ਤਾਂ ਆਪਾਂ ਇੱਕ ਪੁਆਇੰਟ ਹੀ ਮੰਨ ਲਾਂਗੇ ਚਾਰਜ ਨੂੰ। ਸ਼ੈਲ ਹੈਗਾ, ਪਰ ਸ਼ੈਲ ਦੇ ਵਿੱਚ ਯੂਨੀਫਾਰਮਲੀ ਡਿਸਟ੍ਰੀਬਿਊਟਿਡ ਉਹ ਤਾਂ ਹੀ ਹੁੰਦਾ ਹੈ ਨਾ ਜੇ ਆਸ-ਪਾਸ ਕੁਝ ਹੋਰ ਨਾ ਹੋਵੇ। ਹਾਂਜੀ। ਨਹੀਂ ਤਾਂ ਇੰਡਕਸ਼ਨ ਤੁਸੀਂ ਦੇਖੀ ਨਹੀਂ, ਨਾਰਮਲ ਸ਼ੈਲ ਜਿਹੜਾ ਹੋਵੇ ਉਹਦੇ ਨੇੜੇ ਵੀ ਤੁਸੀਂ ਕੋਈ ਰੋਡ ਲੈ ਕੇ ਆਉਂਦੇ ਹੋ ਤਾਂ ਨਾਲ ਹੀ ਇਧਰ ਨੈਗੇਟਿਵ ਤੇ ਇਧਰ ਪੋਜ਼ਿਟਿਵ ਡਿਵੈਲਪ ਕਰ ਲੈਂਦਾ ਕਿ ਨਹੀਂ? ਹਾਂਜੀ ਸਰ। ਮੋਡੀਫਿਕੇਸ਼ਨ ਹੁੰਦੀ ਹੈ ਨਾ ਕੰਡਕਟਿੰਗ ਸਫੀਅਰ ਦੇ ਵਿੱਚ, ਕਿਉਂਕਿ ਫ੍ਰੀ ਇਲੈਕਟ੍ਰੋਨ ਵੀ ਹੁੰਦੇ, ਤਾਂ ਹੀ ਤਾਂ ਕੰਡਕਟਿੰਗ ਕਹਿ ਰਹੇ ਨੇ। ਜੇ ਆ ਪਲਾਸਟਿਕ ਹੁੰਦਾ ਤਾਂ ਆਪਾਂ ਸ਼ਾਇਦ ਹੋਰ ਤਰ੍ਹਾਂ ਸੋਚਦੇ,
ਪਰ ਉੱਥੇ ਵੀ ਦੋਨੋਂ ਪੁਆਇੰਟ ਚਾਰਜ ਨਹੀਂ ਹੈਗੇ, ਸਿੱਧੇ ਸਿੱਧੇ ਤੁਸੀਂ k q1 q2 by r ਸਕੁਅਰ ਨਹੀਂ ਕਰ ਦੋਗੇ। ਇੱਥੇ ਹੁਣ ਜਿਹੜਾ ਫੋਰਸ ਆ ਤੂੰ ਮੈਨੂੰ ਦੱਸ ਵਧੇਗਾ ਘਟੇਗਾ? ਤੇ ਡਿਸਟੈਂਸ ਘਟ ਗਿਆ ਤਾਂ ਵਧੇਗਾ। ਵਧੇਗਾ ਨਾ, ਤਾਂ ਹਾਂਜੀ ਗ੍ਰੇਟਰ ਦੈਨ ਆਣਾ ਚਾਹੀਦਾ ਇਸ ਤੋਂ। ਠੀਕ ਹੈ ਸਰ। ਠੀਕ ਹੈ, ਜੇ ਦੋਨਾਂ ਤੇ ਪੋਜ਼ਿਟਿਵ ਚਾਰਜ ਹੁੰਦਾ ਫਿਰ ਪਤਾ ਕੀ ਹੁੰਦਾ, ਫਿਰ ਪੋਜ਼ਿਟਿਵ ਨੇ ਇੱਧਰ ਇਕੱਠੇ ਹੋ ਜਾਣਾ ਸੀ, ਇਹਦੇ ਪੋਜ਼ਿਟਿਵ ਨੇ ਫਿਰ ਹੋਇਆ ਇਸ ਮਾਮਲਾ। ਕਲੀਅਰ? ਹਾਂਜੀ ਸਰ। ਜੀ ਫਿਰ ਹਾਂ, ਆਪਾਂ ਫੋਰਸ ਘਟ ਜਾਂਦਾ। ਹਾਂ ਫਿਰ ਫੋਰਸ ਘਟ ਜਾਂਦਾ। ਠੀਕ ਹੈ ਸਰ। ਤਾਂ ਆਪਾਂ ਇਹ ਚੀਜ਼ਾਂ ਨੂੰ ਥੋੜਾ ਧਿਆਨ ਰੱਖਣਾ ਬਸ, ਬਾਕੀ ਕੁਝ ਨਹੀਂ ਹੈਗਾ। ਪ੍ਰੈਕਟਿਸ ਸ਼ੀਟ ਦੇ ਬਾਅਦ ਜਿਹੜੀ ਸੈਕੰਡ ਥਰਡ ਫੋਰਥ ਹੈਗੀ ਆ ਉਹ ਮੈਂ ਚੌਥੀ ਤੁਹਾਨੂੰ ਨਹੀਂ ਭੇਜੀ ਨਾ ਹਲੇ, ਚੌਥੀ ਭੇਜੀ ਤਾਂ ਨਹੀਂ ਹਲੇ? ਉਹ ਦੱਸਤਾ ਦੋ ਮੈਨੂੰ, ਭੇਜਤੀ ਸੀ? ਚਲੋ ਮੈਂ ਫਿਰ ਦੂਜੀ ਤੀਜੀ ਚੌਥੀ ਦੇ ਸੋਲੂਸ਼ਨਸ ਐਂਡ ਆਲ ਦੈਟ ਉਹ ਸਾਰੇ ਹੁਣੀ ਸ਼ੇਅਰ ਕਰਦਾ ਵਾਂ ਅੱਜ ਦੇ ਦਿਨ ਵਿੱਚ ਹੀ। ਅੱਜ ਦੇ ਕੱਲ ਦਾ ਲੈਕਚਰ ਤਾਂ ਕੱਲ ਖਤਮ ਹੋ ਗਿਆ, ਤੁਸੀਂ ਉਹਦੇ ਨੋਟਸ ਕੱਲ ਹੀ ਲੈਣੇ ਸੀਗੇ, ਆਬਵੀਅਸਲੀ ਤੁਹਾਡਾ ਕੰਮ ਇਹੀ ਚੱਲਣਾ ਚਾਹੀਦਾ ਫਿਜ਼ਿਕਸ ਦਾ। ਹੁਣ ਅੱਜ ਦੇ ਦਿਨ ਦੇ ਵਿੱਚ ਜਿਹੜਾ ਤੁਹਾਡੇ ਕੋਲ ਸਮਾਂ ਹੈ, ਤੁਸੀਂ ਸਿਰਫ ਤੇ ਸਿਰਫ ਪ੍ਰੈਕਟਿਸ ਸ਼ੀਟਸ ਦੇ ਕੁਐਸਚਨਸ, HC ਵਰਮਾ ਦੀਆਂ ਐਕਸਰਸਾਈਜ਼ਸ, NCERT ਐਕਸਰਸਾਈਜ਼ ਤੇ ਜ਼ੋਰ ਦੋਗੇ। ਅੱਜ ਸਾਰਾ ਦਿਨ ਆਹੀ ਕੰਮ ਕਰੋਗੇ ਸਾਰੇ ਜਣੇ। ਪਹਿਲੀ ਪ੍ਰੈਕਟਿਸ ਸ਼ੀਟ ਹੋ ਗਈ ਹੈ, ਸਬਜੈਕਟਿਵ ਟੈਸਟ ਵੀ ਡਿਸਕਸ ਹੋ ਗਿਆ ਵਾ। ਠੀਕ ਹੈ, ਬਾਕੀ ਕੰਮ ਕਰਦੇ ਹਾਂ ਆਪਾਂ ਫਿਰ ਕੱਲ ਦੇਖਦੇ ਹਾਂ ਕੱਲ। ਹਾਂਜੀ ਸਰ ਜਿਹੜਾ ਫੋਰਥ ਕੁਐਸਚਨ ਹੈ ਸਰ ਪ੍ਰੈਕਟਿਸ ਸ਼ੀਟ 1 ਦਾ, ਹਾਂ ਸਰ ਉਹਦਾ ਸਰ ਆਨਸਰ A ਨਹੀਂ ਆ ਸਕਦਾ? ਹਟ ਜਾ, ਨਹੀਂ 1/r ਸਕੁਅਰ ਨਾਲ ਗ੍ਰਾਫ ਹੈ ਨਾ, ਕੱਲੇ r ਨਾਲ ਗ੍ਰਾਫ ਹੁੰਦਾ ਨਾ ਜੀ ਫੇਰ ਆ ਸਕਦਾ ਸੀ ਨਾ। ਦੇਖ ਜਿਵੇਂ ਹੈ ਨਾ, ਨਹੀਂ ਸਰ ਜੇ r 0 ਹੋਵੇ ਤਾਂ ਇਨਫਿਨਿਟੀ ਨਹੀਂ ਉਹ r0, ਮੇਰੀ ਗੱਲ ਸੁਣ ਨਾ ਇੱਕ ਮਿੰਟ ਰੁਕ ਜਾ। ਕਹਿੰਦਾ plot the graph showing the variation of coulomb force versus this where r the distance between the two charges। ਮੈਂ ਇਹ ਕਹਿ ਰਿਹਾ ਕਿ ਜਿਹੜਾ ਫੋਰਸ ਹੈ ਨਾ is equal to k ਹਾਂਜੀ ਸਰ square q1 q2 by r square ਹੈ ਨਾ। ਆਪਾਂ ਤੂੰ r ਨੂੰ 0 ਕਰ ਰਿਹਾ ਨਾ, ਤਾਂ 1/r square ਦੀ ਵੈਲਿਊ ਪੁੱਟ 0 ਕਰ ਰਿਹਾ ਤੂੰ, ਜਿਹੜੀ ਇੱਥੇ ਕਰ ਰਿਹਾ ਵਾ। ਇੱਥੇ ਤਾਂ r ਦੀ ਵੈਲਿਊ ਪੁੱਟ ਹੀ ਨਹੀਂ ਕਰ ਰਿਹਾ ਤੂੰ, ਇੱਥੇ ਤਾਂ 1/r square ਦੀ ਪੁੱਟ ਕਰ ਰਿਹਾ ਤੂੰ, ਪਲਾਟ ਕਰ ਰਿਹਾ। ਜੇ ਤੂੰ ਇੱਥੇ r ਦੀ ਪਲਾਟ ਕਰਦਾ ਤੇ ਇੱਥੇ ਫੋਰਸ ਪਲਾਟ ਕਰਦਾ ਤਾਂ ਉਹ ਗੱਲ ਹੋਣੀ ਸੀ ਨਾ, ਤਾਂ ਤੇਰਾ ਗ੍ਰਾਫ ਇਹ ਆਣਾ ਸੀ ਵੀ r ਬਹੁਤ ਨੇੜੇ ਤਾਂ ਫੋਰਸ ਇਨਫਿਨਿਟੀ ਤੋਂ, ਫਿਰ r ਜਿਵੇਂ ਜਿਵੇਂ ਵਧੀ ਜਾਂਦਾ ਫੋਰਸ ਘਟੀ ਜਾ ਰਿਹਾ 0 ਤੇ ਜਾ ਰਿਹਾ। ਪਰ ਤੇਰਾ ਜਿਹੜਾ ਪਲਾਟ ਹੈ, ਪਲਾਟ ਦੇ 1/r ਸਕੁਅਰ ਨਾਲ ਪਲਾਟ ਹੈ। ਇੱਕ ਪਾਸੇ f ਪਲਾਟ ਕਰ ਰਹੇ ਆ, ਇੱਕ ਪਾਸੇ 1/r ਸਕੁਅਰ। ਇੱਥੇ ਜਾਂਦੇ ਜਾਂਦੇ r ਵੱਧ ਨਹੀਂ ਰਿਹਾ, ਬੇਸਿਕਲੀ ਇੱਧਰ ਜਾਂਦੇ ਜਾਂਦੇ ਪਤਾ ਕੀ ਹੋ ਰਿਹਾ, r ਡਿਕਰੀਜ਼ ਹੋ ਰਿਹਾ। r ਡਿਕਰੀਜ਼ ਹੋਣ ਦੇ ਕਰਕੇ 1/r ਸਕੁਅਰ ਇਨਕਰੀਜ਼ ਹੋ ਰਿਹਾ, ਉਹ ਆਪਾਂ ਪਲਾਟ ਕਰ ਰਹੇ ਹਾਂ। ਠੀਕ ਹੈ ਗੱਲ? ਬਹੁਤ ਧਿਆਨ ਨਾਲ ਸੋਚਣਾ ਪੈਂਦਾ ਇਹਨੂੰ, ਇਦਾਂ ਤਾਂ ਭੁਲੇਖੇ ਸਾਰਿਆਂ ਨੂੰ ਪੈਂਦੇ ਆ। ਠੀਕ ਹੈ, ਓਕੇ। ਸੋ ਸਾਰੇ ਨੇ ਕਰੋ ਅੱਜ, ਬਲਜੀਤ ਤੁਸੀਂ ਵੀ ਤੇ ਜਸ਼ਨਜੋਤ ਐਂਡ ਸ਼ੁਭਮ ਐਂਡ ਅਮਨਦੀਪ, ਹੁਸਨਜੋਤ, ਸਾਰੇ ਬੱਚੇ ਸਰ ਸਾਰੇ ਮੈਡੀਕਲ ਵਾਲੇ ਨॉन ਮੈਡੀਕਲ ਵਾਲੇ ਸਾਰੇ ਪ੍ਰੈਕਟਿਸ ਸ਼ੀਟਸ ਨੂੰ ਅੱਜ ਸਮਝ ਲਓ ਪਿੱਛੇ ਪੈ ਜਾਓ ਇਹਨਾਂ ਦੇ। ਪ੍ਰੈਕਟਿਸ ਸ਼ੀਟ ਦੇ ਦੂਜੀ ਤੀਜੀ ਚੌਥੀ ਤੇ ਪੰਜਵੀਂ ਵੀ ਹੋ ਸਕੀ ਮੈਂ ਅੱਜ ਭੇਜ ਦੂੰਗਾ, ਤੁਸੀਂ ਉਹ ਸਾਰੀਆਂ ਦੇ ਥਰੂ ਗੋ ਥਰੂ ਓਵਰ। ਨਾਲੇ ਆਪਣਾ ਕੰਮ ਉਹ ਤਾਂ ਚੱਲ ਹੀ ਰਿਹਾ ਵਾ। ਜਿੱਥੇ ਪੋਟੈਂਸ਼ੀਅਲ ਦਾ ਕੰਮ ਆਏਗਾ HC ਵਰਮਾ ਚ, ਪੋਟੈਂਸ਼ੀਅਲ એનર્ਜੀ ਜਾਂ ਪੋਟੈਂਸ਼ੀਅਲ ਵਾਲਾ, ਉਹ ਵਾਲਾ ਹਾਲੇ ਛੱਡ ਦਿਓ, ਉਹ ਮੈਂ ਤੁਹਾਨੂੰ ਟੌਪਿਕ ਕਰਵਾਉਣਾ 1-2 ਦਿਨ ਚ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਸਰ। ਹਾਂਜੀ 25th ਕੁਐਸਚਨ ਥੋੜਾ ਦੇ ਲਾਂਗੇ। ਕਿਹੜਾ 25th 20th 25th ਸਰ। a particular mass m and carrying charge inna is moving around a charge inna along a circular path। ਇਹ ਤਾਂ ਕੁਝ ਵੀ ਨਹੀਂ ਹੈਗਾ। ਇਹ ਜਦ ਦੇਖ ਨਾ ਹੁਣ ਇਹਨੂੰ ਸਮਝ ਕੇ ਦੇਖ ਕੀ ਹੈ ਕਹਿ ਰਿਹਾ ਹੈ, ਪਹਿਲਾਂ ਖੜ ਜਾ ਇਹਨੂੰ ਅੱਗੇ ਪਲਾਟ ਕਰ ਦਿੰਦਾ ਮੈਂ। ਇਹ ਤਾਂ ਸਿੰਪਲ ਜੀ ਗੱਲ ਆ, -q ਚਾਰਜ ਜਿਹੜਾ ਹੈਗਾ is moving around a charge +q along a circular path। ਸਿੰਪਲ ਜੀ ਗੱਲ ਆ +q ਜਿਵੇਂ ਨਿਊਕਲੀਅਸ ਨਹੀਂ ਹੁੰਦਾ ਆਪਣਾ, ਆ -q ਹੈਗਾ, -q ਇਹਦੇ ਆਲੇ ਦੁਆਲੇ ਐ ਘੁੰਮ ਰਿਹਾ ਵਾ ਸਰਕਲ ਚ, ਆ ਇਹਨਾਂ ਦੀ ਡਿਸਟੈਂਸ ਹੈ r, ਤੇ ਇਹਦੇ ਫੋਰਸ ਲੱਗੂ ਕਿੰਨਾ ਪਤਾ ਲੱਗ ਨਹੀਂ ਸਕਦਾ? ਦੱਸ ਸਰ ਮੇਰਾ ਆਨਸਰ ਨਹੀਂ ਮੈਚ ਹੋ ਰਿਹਾ ਸਰ।
m v 4 ਦਾ ਹੋਊਗਾ ਨਾ ਸਿੰਪਲ Yes, ਜੀ sir. m ਮਾਸ ਹੈਗਾ ਮਾਈਨਸ q ਦਾ ਮਾਸ ਹੀ ਨਾ ਨਾਲੇ m v ਸਕੁਆਰ ਬਰਾਬਰ ਹੋਊਗਾ 1/4 ਪਾਈ ਐਪਸਿਲਨ ਨੋਟ ਕਰ ਲਾ ਕਿਉਂਕਿ k ਨਾ ਕਰਕੇ ਆਨਸਰ ਚ ਦਿਖ ਰਿਹਾ ਨਾ ਤੇ q1 q2 ਯਾਨੀ q ਸਕੁਆਰ ਬਟਾ r ਸਕੁਆਰ ਇੱਕ r ਨਾਲ r ਕੱਟਿਆ ਗਿਆ ਠੀਕ ਹੈ Yes. ਤੇ ਤੁਹਾਡੀ ਇਹਦੇ ਵਿੱਚ v ਤੇ r ਦਾ ਰਿਲੇਸ਼ਨ ਆ ਗਿਆ ਆਪਣੇ ਕੋਲ ਹਾਂ ਹਨਾ ਜੋ ਵੀ ਰਿਲੇਸ਼ਨ ਇਹਨੂੰ ਹੀ ਛੱਡ ਦੇ ਤੁਸੀਂ ਉਸ ਤੋਂ ਬਾਅਦ ਪਤਾ ਕੀ ਕਰਨਾ ਪੀਰੀਅਡ ਆਫ ਰੈਵੋਲੂਸ਼ਨ ਪਤਾ ਕਰਨਾ ਟਾਈਮ ਪੀਰੀਅਡ ਆਫ ਰੈਵੋਲੂਸ਼ਨ ਮੈਂ ਇੱਥੋਂ ਲੈ ਕੇ ਇੱਥੇ ਆਉਣ ਚ ਕਿੰਨਾ ਟਾਈਮ t ਲੱਗਦਾ ਆ ਤੂੰ ਆਪ ਸੋਚ ਕੇ ਦੇਖ ਟਾਈਮ ਪੀਰੀਅਡ ਤੇਰਾ ਕੀ ਆਣਾ ਚਾਹੀਦਾ 2 ਪਾਈ r ਬਟਾ v ਨਹੀਂ ਆਣਾ ਚਾਹੀਦਾ Sir, yes, sir. ਹਾਂ ਡਿਸਟੈਂਸ ਅਪਨ ਵੈਲੋਸਿਟੀ Distance point. ਤੇ ਇੱਥੇ ਆਪਣਾ 2 ਪਾਈ r ਅਪਨ v ਇਹ ਤਾਂ ਅੱਗੇ 2 ਪਾਈ ਆ ਤੋਂ ਨਹੀਂ ਹੋ ਰਹੀ 2 ਪਾਈ ਅਪਨ v ਲਿਖਦੇ ਇਹਨੂੰ ਤੇ r ਆਪਣਾ r ਦੀ ਵੈਲਿਊ ਪੁੱਟ ਕਰ ਦੇ r ਦੀ ਵੈਲਿਊ ਕਿੰਨੀ ਆਏਗੀ r ਉੱਪਰ ਲੈ ਜਾਵਾਂਗਾ ਮੈਂ ਤੇ ਇਹ ਆ ਜਾਊਗਾ q ਸਕੁਅਰ ਅਪਨ 4 ਪਾਈ ਐਪਸਿਲਨ ਨॉट ਇੱਕ ਮਿੰਟ ਕੋਈ ਗਲਤੀ ਹੋ ਰਹੀ ਹੈ ਪਾਈ ਕਿਊਬ ਚੱਲ ਜਾਂਦਾ ਨਾ ਪੜਿਆ ਇੱਥੋਂ ਆਪਣੀ v ਦੀ ਵੈਲਿਊ ਫਾਈਂਡ ਕਰ ਲਾ ਤੇ ਫਿਰ v ਦੀ ਵੈਲਿਊ ਕੀ ਆਊਗੀ q upon m ਆ ਰੂਟ ਦਾ ਹੋਊਗਾ ਹੀ q upon m ਇਹਨੂੰ q ਸਕੁਅਰ ਛੱਡ ਬਾਅਦ ਚ ਕਰਿਆ ਕਰੋ ਜਦੋਂ ਇਦਾਂ ਦੀ ਸਿਚੁਏਸ਼ਨ ਐਂ ਚੱਕ ਦਿਆ ਕਰੋ ਸਿੱਧਾ ਹੀ ਆ ਗਿਆ ਦੱਸੋ ਆ ਠੀਕ ਆ ਹਾਂਜੀ ਸਰ ਠੀਕ ਹੈ ਸੋ ਟਾਈਮ ਪੀਰੀਅਡ ਲਿਖ ਤੂੰ 2 ਪਾਈ r upon v ਆਣਾ ਚਾਹੀਦਾ ਨਾ ਸਰ ਜਿਹੜਾ ਸਰ q ਮਤਲਬ ਚਾਰਜ ਲੈਤੇ हैं ਸਰ ਇਹ ਆਪਾਂ ਨੂੰ ਇਕੁਅਲ ਤਾਂ ਹੈ ਨਹੀਂ ਸਰ ਆਪਾਂ q ਸਕੁਅਰ ਕਿਵੇਂ ਲਿਖ ਲਿਆ ਸਰ ਇਹਨਾਂ ਦੋ ਚਾਰਜ ਲਿਖਾਂਗੇ ਵੀ ਆਪਾਂ q1 q2 ਉਹ ਨਹੀਂ ਹਾਂ ਬਿਲਕੁਲ ਠੀਕ ਇਹ ਤਾਂ ਬਿਲਕੁਲ ਗਲਤ ਕਰ ਰਿਹਾ ਮੈਂ q1 q2 ਮੈਂ ਪਿਛਲੇ ਵਾਲੇ ਉਹਦੇ ਵਿੱਚ ਹਲੇ ਕੋਮਾ ਜੀ ਆ ਮੈਂ ਪਿਛਲੇ ਕੁਐਸਚਨ ਨਹੀਂ ਲੈ ਠੀਕ ਆ ਆ ਗੱਲ ਹੁਣ ਠੀਕ ਆ ਲੈ ਵੈਲੋਸਿਟੀ ਪੁੱਟ ਕਰ q1 q2 ਹਨਾ ਰੂਟ ਦੇ ਅੰਦਰ ਹਾਂਜੀ ਸਰ ਬਾਕੀ ਰੂਟ ਦੇ ਅੰਦਰ ਉੱਪਰ ਲੈ ਜਾਈਏ 4 ਪਾਈ ਐਪਸਿਲਨ ਨੋਟ mr ਠੀਕ ਰਹੂਗਾ ਹੁਣ ਹਾਂਜੀ ਸਰ ਠੀਕ ਲੈ ਹੁਣ ਤੂੰ ਕੁਝ ਨਹੀਂ ਕਰਨਾ ਰੂਟ ਦੇ ਅੰਦਰ ਜਿਹੇ ਆਨਸਰ ਦਿੱਤਾ ਉਹ ਹੀ ਫਾਰਮ 'ਚ ਲਿਆਉਣ ਦੇ ਲਈ q1 q2 ਨੂੰ ਆਈ ਰਹਿਣ ਦੇ 4 ਪਾਈ ਐਪਸਿਲਨ ਨੋਟ mr ਨੂੰ ਵੀ ਆਈ ਰਹਿਣ ਦੇ 2 ਪਾਈ r ਜਦੋਂ ਰੂਟ ਦੇ ਅੰਦਰ ਜਾਊਗਾ ਸਕੁਅਰ ਹੋ ਕੇ ਜਾਊਗਾ ਨਾ 4 ਪਾਈ ਸਕੁਅਰ r ਸਕੁਅਰ ਕਿ ਨਹੀਂ ਜਿਵੇਂ ਬਾਹਰ ਆਂਦਾ ਸਕੁਅਰ ਦਾ ਬਾਹਰ ਆ ਜਾਂਦਾ ਜਿਵੇਂ ਬਾਹਰ ਅੰਦਰ ਵੀ ਤਾਂ ਜਾ ਸਕਦਾ ਹਾਂਜੀ ਸਰ ਬਸ ਹੋ ਗਈ ਗੱਲ ਕਿ ਨਹੀਂ ਦੇਖ ਲਾ ਠੀਕ ਹੈ ਠੀਕ ਬਣ ਗਿਆ ਸਾਰਾ ਕੁਝ ਹੋਈ ਠੀਕ ਹੈ ਗੱਲ ਮੈਗਦੀ ਹਾਂਜੀ ਸਰ ਥੈਂਕ ਯੂ ਚਲੋ ਠੀਕ ਹੈ ਫਿਰ ਹੁਣ ਬਾਕੀ ਜਿਵੇਂ ਤੁਹਾਨੂੰ ਕਿਹਾ ਅੱਜ ਦਾ ਦਿਨ ਲਗਾਓ ਵੀ ਫਿਜ਼ਿਕਸ ਤੇ ਲਗਾਓ ਫਿਜ਼ਿਕਸ ਨੂੰ ਆਪਣਾ ਮੇਨ ਸਬਜੈਕਟ ਮੰਨ ਕੇ ਚੱਲੋ ਜੂਨ ਜੁਲਾਈ ਤੱਕ ਤਾਂ ਕਿ ਤੁਹਾਡੀ ਅੱਗੇ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਫਿਜ਼ਿਕਸ ਵਾਲਾ ਕੰਮ ਇੰਟਰਸਟਿੰਗ ਹੋਣ ਜਾਣਾ ਵਾ ਜਿੰਨਾ ਤੁਸੀਂ ਕਰ ਲਓਗੇ ਵਧੀਆ ਇਲੈਕਟ੍ਰੋਸਟੈਟਿਕਸ ਤੇ ਕਰੰਟ ਇਲੈਕਟ੍ਰਿਸਿਟੀ ਬਸ ਸਮਝ ਲਓ ਅੱਗੇ ਫਿਰ ਫਿਜ਼ਿਕਸ ਫਤਿਹ ਆ ਮਾਮਲਾ ਜਿੰਨਾ ਤੁਸੀਂ ਇੱਥੇ ਤੁਸੀਂ ਕੇਸਲ ਕਰਕੇ ਕੰਮ ਨਹੀਂ ਕੀਤਾ ਘੋਲ ਕਰਕੇ ਬਸ ਸਮਝ ਲਓ ਓਨਾ ਹੀ ਅੱਗੇ ਫਿਰ ਪਹਾੜ ਇਸ ਲਈ ਕਹਿ ਰਿਹਾ ਹੁਣੇ ਸਮਝੋ ਗੱਲਾਂ ਹੁਣ ਬਲਜੀਤ ਤੂੰ ਵਧੀਆ ਕਰ ਰਿਹਾ ਨਾਲ ਇਹਨੂੰ ਨਾਲ ਜਾਰੀ ਰੱਖੀ ਜਸ਼ਨਜੋਤ ਤੂੰ ਵੀ ਠੀਕ ਹੈ ਬਾਕੀ ਸਾਰੇ ਵੀ ਇੰਦਰਵੀਰ ਤੁਸੀਂ ਵੀ ਠੀਕ ਹੈ ਤੇ ਆ ਜਿਹੜੇ ਆਪਣੇ ਮੈਡੀਕਲ ਵਾਲੇ ਬੱਚੇ ਵੀ ਜਿਨ੍ਹਾਂ ਦਾ ਕਾਫੀ ਸਕੋਰ ਲੋ ਸੀਗਾ ਉਹ ਸਾਰੇ ਬੱਚੇ ਕੋਸ਼ਿਸ਼ ਕਰੋ ਕੋਈ ਹੁਣ ਇਸ ਵਾਰ ਆਪਾਂ ਪਿੱਛੇ ਨਹੀਂ ਰਹਿਣਾ ਆਪਾਂ ਬਹੁਤ ਵਧੀਆ ਕਰਨਾ ਹੁਣ ਫਿਜ਼ਿਕਸ ਦੇ ਵਿੱਚ ਠੀਕ ਹੈ ਚਲੋ ਠੀਕ ਹੈ ਜੀ ਓਕੇ ਬਾਏ